हाँ जी दोस्तों, स्वागत करते हैं ਤੁਹਾਡਾ ਸਾਡੇ YouTube ਚੈਨਲ ਲੈਂਡ ਆਫ ਡ੍ਰੀਮਸ 'ਤੇ। ਤਾਂ ਦੋਸਤੋ ਅੱਜ ਇੱਕ ਇੰਪੋਰਟੈਂਟ ਡਿਸਕਸ਼ਨ ਅਸੀਂ ਲੈ ਕੇ ਆਏ ਹਾਂ ਪੀਐਸ ਟੈਟ ਪੇਪਰ 1 ਜਿਹੜਾ ਕਿ 12 ਮਾਰਚ 2023 ਨੂੰ ਹੋਇਆ ਸੀ। ਤਾਂ ਏਟੀਟੀ ਦੇ ਪੇਪਰ ਵਿੱਚ ਜੋ ਵੀ CDP ਦੇ ਕੁਐਸਚਨ ਆਏ ਸੀ ਉਹਨਾਂ ਦੇ ਨਾਲ ਅੱਜ ਅਸੀਂ ਡਿਟੇਲਡ ਜਿਹੜੀ ਡਿਸਕਸ਼ਨ ਹੈ ਉਹ ਕਰਾਂਗੇ। ਤਾਂ ਅਸੀਂ ਸਿਰਫ ਕੁਐਸਚਨਾਂ ਦੇ ਆਨਸਰ ਨਹੀਂ ਦੇਖਾਂਗੇ, ਉਹਨਾਂ ਦੇ ਵਿੱਚੋਂ ਹੋਰ ਕਿਹੜੇ ਤਰੀਕੇ ਨਾਲ ਕੁਐਸਚਨ ਪੁੱਛੇ ਜਾ ਸਕਦੇ ਨੇ ਜਾਂ ਉਹਨਾਂ ਨਾਲ ਜਿਹੜੀਆਂ ਰਿਲੇਟਡ ਆਪਸ਼ਨਸ ਉਹਨਾਂ ਨੇ ਦਿੱਤੀਆਂ ਹੋਈਆਂ ਨੇ ਉਹਨਾਂ ਟਰਮਸ ਨੇ ਜਿਹੜੀਆਂ ਉਹ ਕਾਹਦੇ ਨਾਲ ਰਿਲੇਟਡ ਨੇ। ਤਾਂ ਪੂਰੀ ਵੀਡੀਓ ਦੇਖਿਓ ਜਾਣਨ ਦੇ ਲਈ, ਤਾਂ ਤੁਹਾਡੇ ਲਈ ਬਹੁਤ ਯੂਜ਼ਫੁਲ ਹੋਏਗੀ ਇਹ ਵੀਡੀਓ। ਤਾਂ ਆਓ ਦੋਸਤੋ ਸ਼ੁਰੂ ਕਰਦੇ ਹਾਂ ਅਸੀਂ ਸਾਡੀ ਅੱਜ ਦੀ ਇਹ ਵੀਡੀਓ। ਫਸਟ ਕੁਐਸਚਨ ਸਾਡਾ ਹੈਗਾ ਜੀ ਕਿ ਵਿਚ ਅਮੰਗ ਦਾ ਫੋਲੋਇੰਗ ਕੰਸੀਡਰੇਸ਼ਨ ਵੁੱਡ ਐਨ EVS ਟੀਚਰ ਕੀਪ ਇਨ ਮਾਈਂਡ ਵਾਈਲ ਡਿਜ਼ਾਈਨਿੰਗ ਅ ਗਰੁੱਪ ਐਕਟੀਵਿਟੀ ਇਨ ਹਿਸ ਕਲਾਸ। ਕਿ ਇੱਕ EVS ਦਾ ਟੀਚਰ ਹੈ ਜੀ, ਜਦੋਂ ਉਹਨੇ ਆਪਣੀ ਕਲਾਸ ਦੇ ਵਿੱਚ ਕੋਈ ਗਰੁੱਪ ਐਕਟੀਵਿਟੀ ਕਰਵਾਉਣੀ ਹੈ ਤਾਂ ਕਿਹੜੀ ਚੀਜ਼ ਨੂੰ ਧਿਆਨ 'ਚ ਰੱਖੂਗਾ? ਐਂਗੇਜ ਦਾ ਇੰਟਰਸਟ ਆਫ ਚਿਲਡਰਨ। ਤਾਂ ਬਿਲਕੁਲ ਹਰ ਇੱਕ ਬੱਚੇ ਦਾ ਇੰਟਰਸਟ ਹੈ ਜਿਹੜਾ ਉਹਨੂੰ ਆਪਣੇ ਵੱਲ ਅਟਰੈਕਟ ਕਰਨਾ ਪਏਗਾ, ਅੰਗੇਜ ਕਰਨਾ ਪਏਗਾ। ਅਪੀਲ ਇਕੁਅਲੀ ਟੂ ਬॉयज़ ਐਂਡ ਗਰਲਸ। ਬਿਲਕੁਲ ਜੀ, ਮੁੰਡਿਆਂ ਅਤੇ ਕੁੜੀਆਂ ਦੋਨਾਂ ਨੂੰ ਅੰਗੇਜ ਕਰਨਾ ਪਏਗਾ। ਯੂਜ਼ ਐਕਸਪੈਂਸਿਵ ਮਟੀਰੀਅਲ। ਤਾਂ ਦੋਸਤੋ ਐਕਸਪੈਂਸਿਵ ਮਟੀਰੀਅਲ ਯੂਜ਼ ਕਰਨ ਦੀ ਕੋਈ ਲੋੜ ਨਹੀਂ ਹੈ, ਤਾਂ ਇਹ ਆਪਸ਼ਨ ਨਹੀਂ ਆਊਗੀ। ਅਪੀਲ ਟੂ ਚਿਲਡਰਨ ਆਫ ਆਲ ਰਿਲੀਜੀਅਸ ਐਂਡ ਕਲਚਰਲ ਬੈਕਗਰਾਊਂਡਸ, ਹੈ ਨਾ। ਤਾਂ ਇਹ ਵੀ ਠੀਕ ਹੈ ਜੀ, ਹਰ ਇੱਕ ਧਰਮ ਅਤੇ ਹਰ ਇੱਕ ਸੱਭਿਆਚਾਰ ਦਾ ਬੱਚਾ ਜਿਹੜਾ ਉਹ ਬਰਾਬਰ ਅੰਗੇਜਡ ਹੋਏਗਾ ਐਕਟੀਵਿਟੀ ਦੇ ਵਿੱਚ। ਅਤੇ ਇਹਦਾ ਰਾਈਟ ਆਨਸਰ ਆਏਗਾ ਜੀ ਪਹਿਲੀ ਆਪਸ਼ਨ ਸਹੀ ਹੈ, ਦੂਜੀ ਸਹੀ ਹੈ ਅਤੇ ਚੌਥੀ ਤੀਜੀ ਨਹੀਂ ਆਏਗੀ। ਆਨਸਰ ਇਹ ਤਾਂ ਇਹ ਸਾਡੇ ਜਿਹੜੇ ਪੈਡਾਗੋਜੀ ਦੇ ਅਸਲ ਕੁਐਸਚਨ ਇਹੀ ਨੇ ਕਿ ਤੁਸੀਂ ਕਿਵੇਂ ਕਾਮਨ ਸੈਂਸ ਯੂਜ਼ ਕਰੋਗੇ ਆਪਣੇ ਇੱਕ ਬੱਚੇ ਨੂੰ ਸਿਖਾਉਣ ਦੇ ਲਈ। ਨੈਕਸਟ ਕੁਐਸਚਨ ਦੇਖਦੇ ਹਾਂ ਜੀ। NCF 2005 ਹੈਜ਼ ਨਾਟ ਰਿਕਮੈਂਡਡ ਐਨੀ ਪ੍ਰਿਸਕ੍ਰਾਈਬਡ ਕਰੀਕੁਲਮ and textbooks for EBS for class 1 and 2. The most appropriate reason for this। ਤਾਂ ਕਿ ਇੱਕ ਜਿਹੜਾ NCF 2005 NCF ਦੀ ਫੁੱਲ ਫਾਰਮ ਹੈਗੀ ਹੈ ਜੀ ਨੈਸ਼ਨਲ ਕਰੀਕੁਲਮ ਫਰੇਮਵਰਕ, 2005 ਦੇ ਵਿੱਚ NCERT ਦੁਆਰਾ ਪਬਲਿਸ਼ ਕੀਤਾ ਗਿਆ ਸੀਗਾ। ਤਾਂ ਉਹਨਾਂ ਨੇ ਪਹਿਲੀ ਅਤੇ ਦੂਜੀ ਕਲਾਸ ਲਈ EVS ਦੀਆਂ ਬੁੱਕਸ ਨਹੀਂ ਲਗਾਈਆਂ। ਕਾਰਨ ਕੀ ਹੈ ਇਸ ਦਾ? ਕਿ EVS ਜਿਹੜੀ ਹੈ ਉਹ ਤੀਜੀ ਕਲਾਸ ਤੋਂ ਸਟਾਰਟ ਹੋਣੀ ਚਾਹੀਦੀ ਹੈ, ਅਤੇ ਜਾਂ ਫਿਰ ਪਹਿਲੀ ਦੂਜੀ ਵਾਲੇ ਬੱਚਿਆਂ ਨੂੰ ਪੜ੍ਹਨਾ ਨਹੀਂ ਆਉਂਦਾ, ਜਾਂ ਫਿਰ ਟੂ ਪ੍ਰੋਵਾਈਡ ਕੰਟੈਕਚੁਅਲ ਇਨਵਾਇਰਮੈਂਟ, ਬੱਚਿਆਂ ਨੂੰ ਕੰਟੈਕਚੁਅਲ ਇਨਵਾਇਰਮੈਂਟ ਦੇਣ ਦੇ ਲਈ, ਔਰ ਟੂ ਰਿਡਿਊਸ ਦ ਲੋਡ ਆਫ ਕਰੀਕੁਲਮ, ਅਤੇ ਜਾਂ ਫਿਰ ਕਰੀਕੁਲਮ ਦਾ ਲੋਡ ਆ ਜਿਹੜਾ ਉਹ ਘਟਾਉਣ ਦੇ ਲਈ। ਅਤੇ ਇਹਦਾ ਰਾਈਟ ਆਨਸਰ ਆਏਗਾ ਜੀ ਆਪਸ਼ਨ ਸੀ, ਬੱਚਿਆਂ ਨੂੰ ਇੱਕ ਪ੍ਰਸੰਗਿਕ ਵਾਤਾਵਰਨ ਹੈ ਜਿਹੜਾ ਉਹ ਦੇਣਾ, ਇਨਵਾਇਰਮੈਂਟ ਦੇਣਾ ਬੱਚਿਆਂ ਨੂੰ ਸਹੀ ਤਰੀਕੇ ਦਾ। ਅਤੇ ਉਸ ਤੋਂ ਬਾਅਦ ਜਦੋਂ ਬੱਚੇ ਇਨਵਾਇਰਮੈਂਟ ਨਾਲ ਫੈਮਲੀਅਰ ਹੋ ਜਾਣਗੇ ਤਾਂ ਨੈਕਸਟ ਸਾਲ ਤੋਂ ਯਾਨੀ ਕਿ 3rd ਕਲਾਸ ਤੋਂ ਉਹਨਾਂ ਨੂੰ ਕੀ ਸ਼ੁਰੂ ਕਰ ਦਿੱਤੀ ਜਾਂਦੀ ਹੈ? EVS ਸ਼ੁਰੂ ਕਰ ਦਿੱਤੀ ਜਾਂਦੀ ਹੈ। ਪਹਿਲੇ 2 ਸਾਲ ਨਾ ਪੜ੍ਹਾਉਣ ਦਾ ਕਾਰਨ ਹੈ ਕਿ ਬੱਚੇ ਰਿਐਲਿਟੀ ਦੇ ਵਿੱਚ ਇਨਵਾਇਰਮੈਂਟ ਦੇ ਨਾਲ ਜੁੜ ਸਕਣ। ਤਾਂ ਆਪਸ਼ਨ ਸੀ ਰਾਈਟ ਆਨਸਰ ਆਏਗਾ। ਤਾਂ ਥੋੜ੍ਹਾ ਅਸੀਂ NCF ਬਾਰੇ ਦੇਖ ਲਈਏ ਜੀ। NCF ਦੀ ਫੁੱਲ ਫਾਰਮ ਹੈਗੀ ਹੈ ਨੈਸ਼ਨਲ ਕਰੀਕੁਲਮ ਫਰੇਮਵਰਕ। ਤਾਂ ਇਹ ਜਿਹੜਾ ਹੈਗਾ ਜੀ ਇਹ NCERT ਨੂੰ ਪਬਲਿਸ਼ ਕਰਦੀ ਹੈ, ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ। NCERT ਦੀ ਫੁੱਲ ਫਾਰਮ ਹੈ। ਹਰ ਇੱਕ ਸਟੇਟ ਦੇ ਵਿੱਚ SCERT ਬਣੀਆਂ ਹੋਈਆਂ ਨੇ ਜੀ। SCERT ਸਟੇਟ ਕੌਂਸਲ, ਅੱਗੇ ਉਹਦਾ S ਦਾ ਸਟੇਟ ਆ ਜਾਏਗਾ। ਤਾਂ ਹਰ ਇੱਕ ਸਟੇਟ ਹੈ ਜਿਹੜੀ ਉਹਦੇ ਵਿੱਚ ਕੁਛ ਲਗਭਗ ਹਰ ਜ਼ਿਲ੍ਹੇ ਆਪਣਾ ਡਿਸਟ੍ਰਿਕਟ ਦੇ ਵਿੱਚ ਇੱਕ ਆਪਣੀ SCERT ਨੇ ਡਾਇਟ ਇਸਟੈਬਲਿਸ਼ ਕੀਤੀ ਹੋਈ ਹੈ ਜਿਹੜੇ ਕਿ ETT ਦੇ ਕੋਰਸ ਕਰਵਾਉਂਦੇ ਨੇ। ਤਾਂ NCF ਹੈ ਜਿਹੜਾ ਉਹ 3 ਵਾਰ ਦਿੱਤਾ ਹੈਗਾ ਜੀ ਹੁਣ ਤੱਕ, 1986 ਦੇ ਵਿੱਚ, 2005 ਦੇ ਵਿੱਚ ਅਤੇ 2021 ਦੇ ਵਿੱਚ। ਅਤੇ 2005 ਵਾਲਾ ਜਿਹੜਾ ਇਹਦੇ ਬਾਰੇ ਥੋੜ੍ਹਾ ਦੇਖ ਲਈਏ। ਇਹ 2005 ਵਾਲਾ ਕਾਹਦੀ ਗੱਲ ਕਰਦਾ ਜੀ? ਹੋਲਿਸਟਿਕ ਐਜੂਕੇਸ਼ਨ ਦੀ ਗੱਲ ਕਰਦਾ, ਇੰਟਲੈਕਚੁਅਲ, ਸੋਸ਼ਲ, ਇਮੋਸ਼ਨਲ ਐਂਡ ਫਿਜ਼ੀਕਲ ਡਿਵੈਲਪਮੈਂਟ ਦੀ ਗੱਲ ਕਰਦਾ ਜੀ। ਦੂਜੀ ਗੱਲ ਇਹਦੇ ਵਿੱਚ ਜਿਹੜੀ ਅਪਰੋਚ ਰੱਖੀ ਗਈ ਹੈ ਉਹ ਚਾਈਲਡ ਸੈਂਟਰਡ ਅਪਰੋਚ ਰੱਖੀ ਗਈ ਹੈ। ਜਿਹੜੇ ਬੱਚੇ ਨੇ ਸਿੱਖਣਾ ਹੈ, ਐਕਟਿਵਲੀ ਲਰਨਿੰਗ, ਕ੍ਰਿਟੀਕਲ ਥਿੰਕਿੰਗ ਅਤੇ ਕ੍ਰੀਏਟੀਵਿਟੀ ਦੀ ਗੱਲ ਕੀਤੀ ਗਈ ਹੈ। ਟੈਕਨੋਲੋਜੀ ਦੇ ਵਰਤਣ ਦੀ ਗੱਲ ਕੀਤੀ ਗਈ ਹੈ। ਇਨਕਲੂਸਿਵ ਐਜੂਕੇਸ਼ਨ ਯਾਨੀ ਕਿ ਨੋਰਮਲ ਅਤੇ ਅਬਨੋਰਮਲ ਬੱਚਿਆਂ ਨੂੰ ਇਕੱਠਿਆਂ ਨੂੰ ਸਿਖਾਉਣ ਦੀ ਗੱਲ ਕੀਤੀ ਗਈ ਹੈ। ਇੰਪੋਰਟੈਂਸ ਆਫ ਐਜੂਕੇਸ਼ਨ ਫॉर ਸਸਟੇਨੇਬਲ ਡਿਵੈਲਪਮੈਂਟ, ਕਿਸੇ ਦੇਸ਼ ਦੀ ਸਸਟੇਨੇਬਲ ਡਿਵੈਲਪਮੈਂਟ ਹੈ ਜਿਹੜੀ ਉਹਦੇ ਵਿੱਚ ਐਜੂਕੇਸ਼ਨ ਦੇ ਰੋਲ ਨੂੰ ਦੱਸਿਆ ਗਿਆ।
ਸਾਡੀ ਪਹਿਲੀ ਐਜੂਕੇਸ਼ਨਲ ਪਾਲਿਸੀ ਸੀ ਜਿਹੜੀ 1986 ਦੇ ਵਿੱਚ ਆਈ ਸੀ, ਤਾਂ 1986 ਦੇ ਵਿੱਚ ਹੀ ਸਾਡਾ ਜਿਹੜਾ ਪਹਿਲਾ NCF ਨੈਸ਼ਨਲ ਕਰੀਕੁਲਮ ਫਰੇਮਵਰਕ ਉਹ ਦਿੱਤਾ ਗਿਆ ਸੀਗਾ ਜੀ। ਤਾਂ 1886 ਵਾਲਾ ਜਿਹੜਾ ਸਾਡਾ ਕੰਪਰੀਹੈਂਸਿਵ ਫਰੇਮਵਰਕ ਸੀਗਾ, ਤਾਂ ਉਹਦੇ ਵਿੱਚ ਇੰਟੀਗ੍ਰੇਟਿਡ ਅਪਰੋਚ ਅਪਣਾਈ ਗਈ ਸੀ। ਇੰਟੀਗ੍ਰੇਟਿਡ ਅਪਰੋਚ ਦਾ ਮਤਲਬ ਹੁੰਦਾ ਜੀ ਕਿ ਜਦੋਂ ਅਸੀਂ ਸਾਰੇ ਸਬਜੈਕਟਸ ਨੇ ਜਿਹੜੇ ਉਹਨਾਂ ਨੂੰ ਇੰਟੀਗ੍ਰੇਟ ਕਰਕੇ ਦੇਖਦੇ ਹਾਂ, ਉਹਨਾਂ ਦਾ ਇੱਕ ਦੂਸਰੇ ਨਾਲ ਰਿਲੇਸ਼ਨ ਦੇਖਦੇ ਹਾਂ, ਤਾਂ ਉਹਨੂੰ ਬੋਲਦੇ ਹਾਂ ਅਸੀਂ ਇੰਟੀਗ੍ਰੇਟਿਡ ਅਪਰੋਚ। ਅੱਗੇ ਅਸੀਂ ਦੇਖ ਲਈਏ ਜੀ, ਜਿਹੜਾ ਲੇਟੈਸਟ ਸਾਡੇ ਕੋਲ ਹੈਗਾ ਉਹ ਹੈਗਾ NCF 2021 ਜੀ। ਇਹ ਕਿਹਨੇ ਦਿੱਤਾ? ਇਹ ਵੀ NCERT ਨੇ ਦਿੱਤਾ ਹੈ ਜੀ। ਤਾਂ ਇਹ ਨੈਕਸਟ 10 ਸਾਲਾਂ ਦੇ ਲਈ ਬਣਾਇਆ ਗਿਆ ਸੀ। ਇਹ ਮੋਰ ਇਨਕਲੂਸਿਵ ਹੈ, ਫਲੈਕਸੀਬਲ ਹੈ ਅਤੇ ਕੰਟੈਂਪਰੇਰੀ ਹੈ ਜੀ। ਇਹਦੀ ਵੀ ਜਿਹੜੀ ਅਪਰੋਚ ਹੈਗੀ ਉਹ ਲਰਨਰ ਸੈਂਟਰਡ ਹੈ, ਯਾਨੀ ਕਿ ਇੱਕ ਬੱਚਾ ਸਟੂਡੈਂਟ ਸੈਂਟਰਡ ਅਪਰੋਚ ਹੈਗੀ ਹੈ। ਇਹਦੇ ਵਿੱਚ ਗੱਲ ਪਹਿਲਾਂ ਵਾਲੀ ਹੋਈ ਐਕਟਿਵ ਲਰਨਿੰਗ, ਕ੍ਰਿਟੀਕਲ ਥਿੰਕਿੰਗ ਐਂਡ ਪ੍ਰੋਬਲਮ ਸੋਲਵਿੰਗ ਸਕਿੱਲਸ ਦੀ ਗੱਲ ਕੀਤੀ ਗਈ ਹੈ। ਇਹਦੇ ਵਿੱਚ ਅਪਰੋਚ ਹੈ ਜੀ ਜਿਹੜੀ ਉਹ ਇੰਟਰ ਡਿਸਿਪਲਿਨਰੀ ਰੱਖੀ ਗਈ ਆ। ਇੰਟਰ ਡਿਸਿਪਲਿਨਰੀ ਦਾ ਮਤਲਬ ਹੈਗਾ ਜਿਵੇਂ ਪਹਿਲਾਂ ਸਬਜੈਕਟ ਟੂ ਸਬਜੈਕਟ ਇੰਟੀਗ੍ਰੇਟ ਕਰਨ ਦੀ ਗੱਲ ਕੀਤੀ ਗਈ ਸੀ, ਪਰ ਇੱਥੇ ਕੀ ਉਹ ਕਹਿੰਦੇ ਵੀ ਕਿਸੇ ਵੀ ਤਰ੍ਹਾਂ ਦੀ ਨੌਲੇਜ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਵੇ ਤਾਂ ਉਹਨਾਂ ਦਾ ਆਪਸ ਦੇ ਵਿੱਚ ਸੰਬੰਧ ਐਸਟੈਬਲਿਸ਼ ਕਰਨਾ, ਜਾਣੀ ਕਿ ਇੰਟਰ ਡਿਸਿਪਲਿਨਰੀ ਦੀ ਗੱਲ ਕੀਤੀ ਗਈ ਹੈ। ਤਾਂ ਨੌਲੇਜ ਨੂੰ ਇੰਟੀਗ੍ਰੇਟ ਕਰਨ ਦੀ ਗੱਲ ਕੀਤੀ ਗਈ ਹੈ। ਅਗਲਾ ਕੁਐਸਚਨ ਦੇਖ ਲਈਏ ਜੀ, ਬੱਚੇ ਦਾ ਪਹਿਲਾ ਸਕੂਲ ਕਿਹੜਾ ਹੁੰਦਾ? ਤਾਂ ਉਹਦਾ ਘਰ ਹੁੰਦਾ ਜੀ ਪਹਿਲਾ ਸਕੂਲ। ਫੈਮਿਲੀ ਆਨਸਰ ਆਏਗਾ। ਤਾਂ ਹੇਠ ਲਿਖਿਆ ਨੂੰ ਮੈਚ ਦਾ ਫੋਲੋਇੰਗ ਕਰਨਾ ਜੀ। ਇਹਦੇ ਜਿਹੜੇ ਰਾਈਟ ਆਨਸਰ ਨੇ ਅਸੀਂ ਸਾਹਮਣੇ ਲਿਖਤੇ ਤਾਂ ਕਿ ਸਾਡਾ ਸਮਾਂ ਬਚ ਸਕੇ। ਫੋਰਮੇਟਿਵ ਆਨਲਾਈਨ ਅਸੈਸਮੈਂਟ ਟੂਲ ਕਿਹੜੀ ਹੈ ਜੀ? ਸੈਲਫ ਅਸੈਸਮੈਂਟ ਮੋਡਿਊਲ। ਸਮੇਟਿਵ ਆਨਲਾਈਨ ਅਸੈਸਮੈਂਟ ਟੂਲ ਵੀਕਲੀ ਕੁਇਜ਼ ਹੈ ਜੀ। ਫੋਰਮੇਟਿਵ ਆਫਲਾਈਨ ਅਸੈਸਮੈਂਟ ਟੂਲ ਵੀਕਲੀ ਸੈਲਫ ਟੈਸਟ ਕੁਇਜ਼ਸ ਨੇ। ਸਮੇਟਿਵ ਆਫਲਾਈਨ ਅਸੈਸਮੈਂਟ ਟੂਲ ਹੈਗੀ ਹੈ ਜੀ ਇੰਡੀਵਿਜੂਅਲ ਲੈਬੋਰਟਰੀ ਰਿਪੋਰਟ। ਅਗਲਾ ਕੁਐਸਚਨ ਦੇਖ ਲਈਏ ਜੀ, ਅਸਰਸ਼ਨ ਦਿੱਤੀ ਹੋਈ ਹੈ ਕਿ ਇਹਨਾਂ ਨੇ ਦਿੱਤਾ ਹੋਇਆ ਇੱਕ ਸਟੇਟਮੈਂਟ ਕਿ ਐਟ ਮੈਮਰੀ ਲੈਵਲ ਦੇ ਉੱਪਰ ਟੀਚਿੰਗ ਇਜ਼ ਨਥਿੰਗ ਬਟ ਲਰਨਿੰਗ ਦਾ ਸਬਜੈਕਟ ਮੈਟਰ ਬਾਏ ਰੋਟ, ਹੈ ਨਾ, ਕਿ ਅਸੀਂ ਚੀਜ਼ਾਂ ਨੂੰ ਯਾਦ ਕਰਕੇ ਯਾਨੀ ਕਿ ਰੱਟਾ ਲਾ ਕੇ ਸਿੱਖਣਾ ਮੈਮਰੀ ਲੈਵਲ ਦੇ ਉੱਪਰ। ਨੈਕਸਟ ਹੈਗਾ ਜੀ ਕਿ ਐਜ਼ ਅੰਗੇਸਟ ਰਿਫਲੈਕਟਿਵ ਲੈਵਲ ਦੇ ਵਿਰੁੱਧ ਜੇ ਗੱਲ ਕਰੀਏ ਤਾਂ ਮੈਮਰੀ ਲੈਵਲ ਜਿਹੜਾ ਉਹ ਹਾਈਲੀ ਥੋਟਫੁਲ ਹੈ। ਪਹਿਲਾਂ ਅਸੀਂ ਦੇਖ ਲਈਏ ਜੀ ਇਹ ਮੈਮਰੀ ਲੈਵਲ ਅਤੇ ਰਿਫਲੈਕਟਿਵ ਲੈਵਲ ਅਸਲ ਦੇ ਵਿੱਚ ਹੈਗੇ ਕੀ ਨੇ। ਤਾਂ ਟੀਚਰ ਨੇ ਜੀ ਜਿਹੜੇ ਉਹ ਬੱਚਿਆਂ ਨੂੰ 3 ਲੈਵਲ ਦੇ ਨਾਲ ਸਿਖਾਉਂਦੇ ਨੇ। ਤਾਂ 3 ਲੈਵਲ ਕਿਹੜੇ ਨੇ ਜੀ? ਮੈਮਰੀ ਲੈਵਲ ਹੈਗਾ, ਅੰਡਰਸਟੈਂਡਿੰਗ ਲੈਵਲ ਹੈਗਾ ਅਤੇ ਰਿਫਲੈਕਟਿਵ ਲੈਵਲ ਹੈਗਾ। ਤਾਂ ਮੈਮਰੀ ਲੈਵਲ ਹੈ ਜਿਹੜਾ ਇਹਨੂੰ ਥਾਊਟ ਲੈਸ ਟੀਚਿੰਗ ਬੋਲਿਆ ਜਾਂਦਾ। ਬੱਚਿਆਂ ਨੂੰ ਅਸੀਂ ਕੋਈ ਵਿਚਾਰ ਨਹੀਂ ਸਿਖਾਉਂਦੇ, ਜਸਟ ਉਹ ਰੱਟਾ ਮਾਰਦੇ ਨੇ। ਅੰਡਰਸਟੈਂਡਿੰਗ ਲੈਵਲ ਇਹ ਥਾਊਟਫੁਲ ਟੀਚਿੰਗ ਹੈ, ਸਬਜੈਕਟ ਸੈਂਟਰਡ ਹੁੰਦੀ ਹੈ ਜੀ। ਇਹਦੇ ਵਿੱਚ ਬੱਚਾ ਜਿਹੜਾ ਉਹ ਚੀਜ਼ਾਂ ਨੂੰ ਯਾਦ ਕਰ ਲੈਂਦਾ, ਸਿੱਖ ਲੈਂਦਾ ਅਤੇ ਸਮਝ ਲੈਂਦਾ। ਸਮਝਣ ਦੇ ਨਾਲ ਉਹਦੇ 'ਚ ਇੱਕ ਐਬਿਲਿਟੀ ਆਉਂਦੀ ਹੈ ਕਿ ਜਿਹੜੀ ਚੀਜ਼ ਉਹਨੇ ਸਿੱਖੀ ਹੋਈ ਹੈ ਉਹ ਜੇ ਕਿਸੇ ਦੂਸਰੇ ਨੂੰ ਸਮਝਾ ਸਕਦਾ, ਇਟ ਮੀਨਸ ਉਹਦਾ ਅੰਡਰਸਟੈਂਡਿੰਗ ਲੈਵਲ ਸਹੀ ਹੈ। ਤੀਸਰਾ ਸਾਡੇ ਕੋਲ ਹੈਗਾ ਜੀ ਰਿਫਲੈਕਟਿਵ ਲੈਵਲ, ਜਿਹਨੂੰ ਅਸੀਂ ਇੰਟਰੋਸਪੈਕਟਿਵ ਲੈਵਲ ਵੀ ਕਹਿ ਦਿੰਦੇ ਹਾਂ। ਇਹਦੇ 'ਚ ਅੱਪਰ ਥਾਊਟਫੁਲ ਲੈਵਲ ਦੀ ਗੱਲ ਕੀਤੀ ਗਈ ਹੈ। ਇਹ ਹੈਗਾ ਜੀ ਲਰਨਰ ਸੈਂਟਰਡ। ਤਾਂ ਇਹ ਸਾਡੇ ਟੀਚਰਸ ਦੇ ਲਈ 3 ਲੈਵਲ ਨੇ ਟੀਚਿੰਗ ਦੇ। ਅਤੇ ਜੇਕਰ ਲਰਨਿੰਗ ਦੀ ਗੱਲ ਕਰਦੇ ਹਾਂ ਅਸੀਂ ਤਾਂ ਲਰਨਿੰਗ ਦੇ ਸਾਡੇ ਕੋਲ 6 ਲੈਵਲਸ ਹੈਗੇ ਨੇ ਜੀ। ਰੋਟ ਲਰਨਿੰਗ ਜਿਹਦੀ ਗੱਲ ਕੀਤੀ ਗਈ ਹੈ, ਰੋਟ ਲਰਨਿੰਗ ਦਾ ਮਤਲਬ ਹੁੰਦਾ ਚੀਜ਼ਾਂ ਨੂੰ ਮੈਮੋਰਾਈਜ਼ ਕਰਨਾ ਰਿਪੀਟ ਕਰਕੇ। ਅੰਡਰਸਟੈਂਡਿੰਗ ਜਦੋਂ ਤੁਸੀਂ ਕੋਈ ਚੀਜ਼ ਸਿੱਖ ਲੈਂਦੇ ਹੋ ਅਤੇ ਦੂਸਰੇ ਨੂੰ ਸਮਝਾ ਸਕਦੇ ਹੋ। ਐਪਲੀਕੇਸ਼ਨ ਜਦੋਂ ਤੁਸੀਂ ਕਿਸੇ ਚੀਜ਼ ਨੂੰ ਪ੍ਰੈਕਟੀਕਲ ਅਪਲਾਈ ਕਰਕੇ ਦੇਖ ਸਕਦੇ ਹੋ। ਅਨਾਲਿਸਿਸ ਜਦੋਂ ਤੁਸੀਂ ਕਿਸੇ ਵੱਡੇ ਭਾਗ ਨੂੰ ਛੋਟੇ ਟੁਕੜਿਆਂ 'ਚ ਵੰਡ ਕੇ ਉਹਦਾ ਅਧਿਐਨ ਕਰ ਸਕਦੇ ਹੋ। ਸਿੰਥੇਸਿਸ ਜਦੋਂ ਛੋਟੇ ਟੁਕੜਿਆਂ ਤੋਂ ਕੋਈ ਵੱਡੀ ਚੀਜ਼ ਤਿਆਰ ਕਰ ਸਕਦੇ ਹੋ। ਇਵੈਲੂਏਸ਼ਨ ਜਦੋਂ ਤੁਸੀਂ ਕੁਆਲਿਟੀ ਜੱਜ ਕਰ ਸਕਦੇ ਹੋ ਕਿਸੇ ਨੂੰ ਕਿਸੇ ਵੀ ਕ੍ਰਾਈਟੇਰੀਏ ਦੇ ਆਧਾਰ 'ਤੇ, ਕਿਸੇ ਸਟੈਂਡਰਡ ਦੇ ਆਧਾਰ 'ਤੇ। ਤਾਂ ਇਹ 6 ਹੈਗੇ ਨੇ ਲਰਨਿੰਗ ਦੇ ਲੈਵਲ ਜੀ। ਇਹ 3 ਹੈਗੇ ਨੇ ਸਾਡੇ ਟੀਚਿੰਗ ਦੇ ਲੈਵਲ। ਤਾਂ ਇੱਥੇ ਗੱਲ ਕੀਤੀ ਗਈ ਹੈ ਕਿ ਮੈਮਰੀ ਲੈਵਲ ਹੈ ਜਿਹੜਾ ਇਹ ਕੀ ਹੈ ਜੀ? ਰੋਟ ਲਰਨਿੰਗ ਹੈ ਨਾ। ਤਾਂ ਜਿਹੜਾ ਸਾਡਾ ਮੈਮਰੀ ਲੈਵਲ ਹੈ ਉਹ ਬਿਲਕੁਲ ਕੀ ਹੁੰਦਾ? ਥਾਊਟਲੈਸ ਟੀਚਿੰਗ ਹੁੰਦੀ ਹੈ ਇਹਦੇ ਵਿੱਚ। ਅਤੇ ਹੁੰਦਾ ਕੀ ਹੈ ਇਹ ਰੋਟ ਲਰਨਿੰਗ, ਯਾਨੀ ਕਿ ਮੈਮੋਰਾਈਜ਼ ਕੀਤਾ ਜਾਂਦਾ ਚੀਜ਼ਾਂ ਨੂੰ। ਦੂਸਰੀ ਗੱਲ ਇਹਨਾਂ ਨੇ ਕੀ ਬੋਲੀ ਹੈ ਕਿ ਰਿਫਲੈਕਟਿਵ ਲੈਵਲ ਦੇ ਅੰਗੇਂਸਟ ਮੈਮਰੀ ਲੈਵਲ ਹੈ ਜਿਹੜਾ ਉਹ ਹਾਈਲੀ ਥੋਟਫੁਲ ਹੈ। ਪਰ ਅਸੀਂ ਇੱਥੇ ਗੱਲ ਕੀ ਕੀਤੀ ਹੈ ਕਿ ਰਿਫਲੈਕਟਿਵ ਲੈਵਲ ਹੈ ਜਿਹੜਾ ਉਹ ਹਾਈਲੀ ਥੋਟਫੁਲ ਹੈ। ਮੈਮਰੀ ਲੈਵਲ ਕੀ ਹੈ ਜੀ? ਥਾਊਟਲੈਸ। ਤਾਂ ਇਹਦਾ ਰਾਈਟ ਆਨਸਰ ਕੀ ਬਣੇਗਾ ਕਿ ਏ ਤਾਂ ਸਹੀ ਹੈ ਬਟ ਆਰ ਹੈ ਜਿਹੜੀ ਉਹ ਗਲਤ ਹੈ। ਆਪਸ਼ਨ ਜਿਹੜੀ ਇਹਦੀ ਬਣੇਗੀ ਜੀ ਸੀ ਬਣੇਗੀ। ਏ ਸਹੀ ਹੈ ਪਰ ਆਰ ਹੈ ਜਿਹੜੀ ਉਹ ਗਲਤ ਹੈ। ਅਗਲਾ ਕੁਐਸਚਨ ਦੇਖ ਲਈਏ ਜੀ, ਇੱਕ ਟੀਚਰ ਹੈ ਜਿਹੜਾ ਉਹਦੇ ਕੋਲ 50 ਬੱਚੇ ਨੇ ਕਲਾਸ ਦੇ ਵਿੱਚ। ਉਹ ਉਹਨਾਂ ਨੂੰ ਕਿਸੇ ਐਕਟੀਵਿਟੀ ਦੇ ਵਿੱਚ ਪਾਰਟੀਸਪੇਟ ਕਰਕੇ
ਲਈ ਕਰਨ ਲਈ ਲੈ ਕੇ ਜਾਣਾ ਚਾਹ ਰਹੇ ਹਨ ਤਾਂ ਕਿ ਉਹ ਬੱਚੇ ਸਿੱਖ ਸਕਣ, ਤਾਂ ਉਹਨੂੰ ਕਿਹੜੀ ਐਕਟੀਵਿਟੀ ਕਰਵਾਉਣੀ ਚਾਹੀਦੀ ਹੈ ਜੀ। ਤਾਂ ਇੱਕ ਕਾਮਨ ਸੈਂਸ ਦਾ ਓਪਨ ਐਂਡਡ ਦਾ ਸਵਾਲ ਹੈ, ਤਾਂ ਤੁਸੀਂ ਮੈਕਸਿਮਮ ਬੱਚਿਆਂ ਦਾ ਐਡਵਾਂਟੇਜ, ਬੱਚਿਆਂ ਦਾ ਫਾਇਦਾ ਦੇਖਣਾ ਕਿ ਸਾਰੇ ਬੱਚਿਆਂ ਦਾ ਲਾਭ ਹੋਵੇ। ਤਾਂ ਇਹਦਾ ਰਾਈਟ ਆਨਸਰ ਆਏਗਾ ਆਪਸ਼ਨ ਏ, ਆਰਗੇਨਾਈਜ਼ਿੰਗ ਫੀਲਡ ਵਿਜ਼ਿਟ ਟੂ ਸਮ ਪॉपुलर प्लेसेस। अगला क्वेश्चन देख लीजिए, विच ऑफ द फॉलोइंग कैन बी मोर हेल्पफुल इन लर्निंग अबाउट द माउंटेन्स एंड एग्रीकल्चर थ्रू ICT। ਤਾਂ ICT ਦੇ 3 ICT ਮੀਨਸ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਹੈ ਨਾ। ਤਾਂ ਜਿਹੜਾ ਮਾਊਂਟੇਨ ਅਤੇ ਐਗਰੀਕਲਚਰ ਸਿਖਾਉਣਾ ICT ਦੇ ਰਾਹੀਂ ਜੀ, ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਵਧੀਆ ਰਹੇਗੀ? ਅਤੇ ਇਹਦਾ ਰਾਈਟ ਆਨਸਰ ਹੈਗਾ ਆਪਸ਼ਨ ਏ, ਪ੍ਰੋਜੈਕਟਰ। ਅਗਲਾ ਕੁਐਸਚਨ ਦੇਖ ਲਈ ਜੀ, ਮੇਜਰ ਸੋਸ਼ਲਾਈਜੇਸ਼ਨ ਏਜੰਸੀਜ਼ ਕਿਹੜੀਆਂ ਕਿਹੜੀਆਂ ਨੇ? ਤਾਂ ਇਹਦੇ 'ਚ ਸਭ ਤੋਂ ਪਹਿਲੀ ਸਾਡੀ ਹੁੰਦੀ ਹੈ ਜੀ ਫੈਮਿਲੀ। ਫੈਮਿਲੀ ਤੋਂ ਬਾਅਦ ਸਾਡੇ ਪੀਅਰ ਗਰੁੱਪ ਆ ਜਾਂਦਾ, ਸਾਡੀਆਂ ਐਜੂਕੇਸ਼ਨਲ ਇੰਸਟੀਟਿਊਸ਼ਨ ਜਿੱਥੇ ਬੱਚਾ ਪੜ੍ਹਦਾ ਹੈ, ਅਤੇ ਲਾਸਟ ਸਾਡੀ ਕਮਿਊਨਿਟੀ ਆ ਜਾਂਦੀ ਹੈ ਜੀ। ਤਾਂ ਚਾਰੋਂ ਨੇ ਜਿਹੜੀਆਂ ਇਹ ਮੇਜਰ ਸੋਸ਼ਲਾਈਜੇਸ਼ਨ ਏਜੰਸੀਜ਼ ਨੇ। ਅਗਲਾ ਕੁਐਸਚਨ ਦੇਖ ਲਈਏ ਜੀ, ਇੱਕ ਟੀਚਰ ਹੈ ਜਿਹੜਾ ਉਹ ਇੰਟੈਂਡ ਕਰ ਰਿਹਾ ਕਿ ਉਹਨੇ ਇੱਕ ਕਲਾਸ ਕੰਡਕਟ ਕਰਨੀ ਹੈ। ਕਲਾਸ ਕਿਹੜੀ ਕਰਨੀ ਹੈ ਜੀ? ਰੈਮੀਡੀਅਲ ਕਲਾਸ ਕਰਨੀ ਹੈ। ਕੁਛ ਸਟੂਡੈਂਟ ਨੇ ਉਹ ਸੈਟਿਸਫੈਕਟਰੀ ਰਿਸਪੌਂਡ ਨਹੀਂ ਕਰ ਰਹੇ, ਤਾਂ ਉਹ ਰੈਮੀਡੀਅਲ ਕਲਾਸ ਟੀਚਰ ਕਿਉਂ ਯੂਜ਼ ਕਰਨਾ ਚਾਹ ਰਿਹਾ ਹੈ, ਕਿਉਂ ਉਹਨਾਂ ਨੇ ਕੰਡਕਟ ਕਰਾਉਣੀ ਹੈ? ਕਿਉਂਕਿ ਕੁਛ ਬੱਚੇ ਨੇ ਜਿਹੜੇ ਉਹ ਸੈਟਿਸਫੈਕਟਰੀ ਰਿਸਪੌਂਡ ਨਹੀਂ ਕਰਦੇ। ਤਾਂ ਉਹਨੂੰ ਕਿਸ ਤਰ੍ਹਾਂ ਦਾ ਇਵੈਲੂਏਸ਼ਨ ਕਰਨਾ ਪਏਗਾ ਉਹ ਬੱਚੇ ਚੂਜ਼ ਕਰਨ ਵਾਸਤੇ ਜਿਨ੍ਹਾਂ ਲਈ ਉਹਨਾਂ ਨੇ ਰੈਮੀਡੀਅਲ ਕਲਾਸ ਕੰਡਕਟ ਕਰਨੀ ਹੈ। ਇੱਕ ਸੌਖੀ ਜੀ ਐਗਜ਼ਾਮਪਲ ਲੈ ਲਓ ਜੀ, ਤੁਸੀਂ ਡਾਕਟਰ ਕੋਲ ਜਾ ਰਹੇ ਹੋ, ਤੁਸੀਂ ਬਿਮਾਰ ਹੋ, ਤਾਂ ਡਾਕਟਰ ਜਾਣ ਤੋਂ ਪਹਿਲਾਂ, ਸਭ ਦਵਾਈ ਦੇਣ ਤੋਂ ਪਹਿਲਾਂ ਕੀ ਕਰਦਾ? ਸਾਨੂੰ ਚੈੱਕ ਕਰਦਾ। ਚੈੱਕ ਕਰਨ ਦਾ ਮਤਲਬ ਕੀ ਹੈ? ਉਹਨੇ ਡਾਇਗਨੋਸ ਕਰਨਾ ਹੈ। ਡਾਇਗਨੋਸ ਕਰਕੇ ਉਹਨੇ ਸਾਨੂੰ ਕੀ ਦੇਣਾ? ਦਵਾਈ ਦੇਣੀ ਆ, ਕੋਈ ਰੈਮੀਡੀਜ਼ ਦੇਣੀ ਆ। ਤਾਂ ਇੱਥੇ ਵੀ ਅਸੀਂ ਬੱਚਿਆਂ ਦੀ ਬਿਮਾਰੀ ਚੈੱਕ ਕਰਨੀ ਹੈ, ਯਾਨੀ ਕਿ ਅਸੀਂ ਬੱਚਿਆਂ ਦੀ ਲਰਨਿੰਗ ਚੈੱਕ ਕਰਨੀ ਹੈ ਕਿ ਲਰਨਿੰਗ ਦੇ ਵਿੱਚ ਪ੍ਰੋਬਲਮ ਕੀ ਆ ਰਹੀ ਹੈ। ਤਾਂ ਕਾਹਦੇ ਰਾਹੀਂ ਚੈੱਕ ਕਰਾਂਗੇ ਜੀ? ਡਾਇਗਨੋਸਟਿਕ ਇਵੈਲੂਏਸ਼ਨ ਦੇ ਰਾਹੀਂ ਚੈੱਕ ਕਰਾਂਗੇ। ਤਾਂ ਡਾਇਗਨੋਸਟਿਕ ਤੁਸੀਂ ਯਾਨੀ ਕਿ ਬਿਮਾਰੀ ਪਛਾਣ ਲਈ, ਹੁਣ ਬਿਮਾਰੀ ਦੀ ਦਵਾਈ ਦੇਣੀ ਹੈ। ਦਵਾਈ ਕੀ ਹੈ ਜੀ ਇੱਥੇ? ਰੈਮੀਡੀਅਲ। ਤਾਂ ਰੈਮੀਡੀਅਲ ਕਲਾਸ ਦਊਂਗੇ ਬੱਚਿਆਂ ਦਾ ਡਾਇਗਨੋਸਟਿਕ ਇਵੈਲੂਏਸ਼ਨ ਕਰਨ ਤੋਂ ਬਾਅਦ। ਤਾਂ ਡਾਇਗਨੋਸਟਿਕ ਇਵੈਲੂਏਸ਼ਨ ਕਿਹੜਾ ਹੁੰਦਾ ਜੀ? ਜਿਹਦੇ ਵਿੱਚ ਅਸੀਂ ਬੱਚੇ ਦੇ ਕਮਜ਼ੋਰੀਆਂ ਅਤੇ ਤਾਕਤਾਂ ਦਾ ਪਤਾ ਲਾਉਣੇ ਆ, ਅਤੇ ਫਿਰ ਅਸੀਂ ਦੇਖਦੇ ਹਾਂ ਕਿ ਬੱਚੇ ਦੇ ਵਿੱਚ ਕਿਹੜੀਆਂ ਕਿਹੜੀਆਂ ਲੈਕਸ ਹੈਗੀਆਂ ਨੇ, ਕਿੱਥੇ ਕਿੱਥੇ ਕਮਜ਼ੋਰੀ ਹੈ ਅਤੇ ਕਿੱਥੇ ਉਹਨੂੰ ਸੁਧਾਰਨ ਦੀ ਲੋੜ ਹੈਗੀ ਆ। ਫੋਰਮੇਟਿਵ ਇਵੈਲੂਏਸ਼ਨ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ। ਜਦੋਂ ਕੋਈ ਲਰਨਿੰਗ ਪ੍ਰੋਸੈਸ ਚੱਲ ਰਿਹਾ ਹੁੰਦਾ ਤਾਂ ਉਹਦੇ ਵਿਚਕਾਰ ਅਸੀਂ ਆਪਣੇ ਪ੍ਰੋਸੈਸ ਨੂੰ ਚੈੱਕ ਕਰਨ ਦੇ ਲਈ, ਜਾਂ ਬੱਚਿਆਂ ਦਾ ਲੈਵਲ ਆਫ ਅਚੀਵਮੈਂਟ ਚੈੱਕ ਕਰਨ ਦੇ ਲਈ ਕਿ ਕਿੰਨਾ ਕੁ ਸਿੱਖੇ ਨੇ, ਅਸੀਂ ਫੋਰਮੇਟਿਵ ਇਵੈਲੂਏਸ਼ਨ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਮੰਥਲੀ ਐਗਜ਼ਾਮ ਹੋ ਸਕਦੇ ਨੇ, ਮੰਥਲੀ ਟੈਸਟ, ਬਾਈ ਮੰਥਲੀ ਟੈਸਟ, ਤਿਮਾਹੀ, ਛਮਾਹੀ ਹੈ ਨਾ, ਨਮਾਹੀ, ਉਹ ਸਾਰੀਆਂ ਪ੍ਰੀਖਿਆਵਾਂ। ਸਮੇਟਿਵ ਇਵੈਲੂਏਸ਼ਨ ਹੁੰਦੀ ਹੈ ਜਿਹੜੀ ਸਾਲ ਦੇ ਬਿਲਕੁਲ ਐਂਡ 'ਤੇ ਕੰਡਕਟ ਕੀਤੀ ਜਾਂਦੀ ਹੈ, ਜਾਂ ਕਿਸੇ ਵੀ ਪ੍ਰੋਸੈਸ ਦੇ, ਕਿਸੇ ਵੀ ਪ੍ਰੋਗਰਾਮ ਦੇ ਸਭ ਤੋਂ ਲਾਸਟ ਦੇ ਉੱਪਰ ਕੰਡਕਟ ਕੀਤੀ ਜਾਂਦੀ ਹੈ ਜੀ, ਉਹਨੂੰ ਅਸੀਂ ਬੋਲਦੇ ਹਾਂ ਸਮੇਟਿਵ ਇਵੈਲੂਏਸ਼ਨ। ਅੱਗੇ ਗੱਲ ਕਰਦੇ ਹਾਂ ਜੀ, ਸਪੈਸ਼ਲ ਅਟੈਂਸ਼ਨ ਗਿਵਨ ਟੂ ਸਟੂਡੈਂਟਸ ਵਿਦ ਔਰ ਵਿਦਾਊਟ ਸਪੈਸ਼ਲ ਨੀਡਸ ਇਜ਼ ਕਾਲਡ। ਤਾਂ ਧਿਆਨ ਨਾਲ ਕੁਐਸਚਨ ਪੜ੍ਹਿਓ ਜੀ। ਸਪੈਸ਼ਲ ਅਟੈਂਸ਼ਨ ਦੇਣੀ ਹੈ ਵਿਦ ਔਰ ਵਿਦਾਊਟ ਸਪੈਸ਼ਲ ਨੀਡ, ਯਾਨੀ ਕਿ ਨੋਰਮਲ ਬੱਚਿਆਂ ਨੂੰ ਵੀ ਅਤੇ ਐਬਨੋਰਮਲ ਬੱਚਿਆਂ ਨੂੰ ਵੀ ਸਪੈਸ਼ਲ ਅਟੈਂਸ਼ਨ ਦੇਣ ਦੀ ਲੋੜ ਕਿਉਂ ਪਈ ਹੈ? ਕਿਉਂਕਿ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਹੈਗੀ ਹੈ। ਤਾਂ ਪ੍ਰੋਬਲਮ ਕਿੱਥੇ ਆ? ਬੱਚਿਆਂ ਦੀ ਲਰਨਿੰਗ ਦੇ ਵਿੱਚ ਹੈ। ਬੱਚਿਆਂ ਦੀ ਲਰਨਿੰਗ ਦੇ ਵਿੱਚ ਪ੍ਰੋਬਲਮ ਹੈ। ਅਸੀਂ ਡਾਇਗਨੋਸਟਿਕ ਇਵੈਲੂਏਸ਼ਨ ਦੀ ਪਹਿਲਾਂ ਗੱਲ ਕੀਤੀ ਹੈ, ਕਰਾਂਗੇ। ਡਾਇਗਨੋਸਟਿਕ ਇਵੈਲੂਏਸ਼ਨ ਕਰਨ ਤੋਂ ਬਾਅਦ ਅਸੀਂ ਕੀ ਦੇਵਾਂਗੇ ਜੀ? ਉਹਨਾਂ ਨੂੰ ਰੈਮੀਡੀਅਲ ਐਜੂਕੇਸ਼ਨ ਦੇਵਾਂਗੇ। ਇਹਦਾ ਸਪੈਸ਼ਲ ਐਜੂਕੇਸ਼ਨ ਆਨਸਰ ਆਉਂਦਾ ਜੇਕਰ ਇਹਦੇ ਵਿੱਚ ਇਕੱਲੇ ਸਪੈਸ਼ਲ ਨੀਡ ਵਾਲੇ ਬੱਚੇ ਹੁੰਦੇ, ਤਾਂ ਇਹਦਾ ਆਨਸਰ ਹੋਣਾ ਆਏਗਾ ਜੀ ਰੈਮੀਡੀਅਲ ਐਜੂਕੇਸ਼ਨ। ਨੈਕਸਟ ਹੈਗਾ ਜੀ, ਡੈਸ ਹੈ ਜਿਹੜਾ ਰੀਪ੍ਰਜੈਂਟ ਦਾ ਬਾਇਓਲੋਜੀਕਲ, ਕੋਗਨੈਟਿਵ ਐਂਡ ਸੋਸ਼ੀਓ ਇਮੋਸ਼ਨਲ ਪ੍ਰੋਸੈਸਿਸ ਦੈਟ ਬਿਗਿਨਸ ਐਟ ਕਨਸੈਪਸ਼ਨ ਐਂਡ ਕੰਟੀਨਿਊਸ ਥਰੂ ਦ ਲਾਈਫ ਸਪੈਨ। ਤਾਂ ਉਹ ਕਹਿੰਦੇ ਨੇ ਜੀ ਜਿਹੜਾ ਬਾਇਓਲੋਜੀਕਲ, ਕੋਗਨੈਟਿਵ ਅਤੇ ਸੋਸ਼ੀਓ ਇਮੋਸ਼ਨਲ ਪ੍ਰੋਸੈਸਿਸ ਨੇ ਜਿਹੜੀਆਂ ਕਿ ਜ਼ਿੰਦਗੀ ਦੇ ਨਾਲ ਸ਼ੁਰੂ ਹੋ ਕੇ ਜ਼ਿੰਦਗੀ ਭਰ ਚੱਲਦੀਆਂ ਰਹਿੰਦੀਆਂ ਨੇ, ਕਿਹੜੀਆਂ ਨੇ? ਤਾਂ ਇਹ ਹੈਗਾ ਜੀ ਡਿਵੈਲਪਮੈਂਟ। ਡਿਵੈਲਪਮੈਂਟ ਹੈ ਜਿਹੜਾ ਇਹ ਕੁਆਲੀਟੇਟਿਵ ਵੀ ਐਜ਼ ਵੈਲ ਐਜ਼ ਕੁਆਂਟੀਟੇਟਿਵ ਵੀ ਹੈਗੀ ਹੈ ਜੀ। ਅਤੇ ਗਰੋਥ ਹੈ ਜਿਹੜੀ ਇਹ ਕੁਆਂਟੀਟੇਟਿਵ, ਇਹਨੂੰ ਮੇਜ਼ਰ ਕਰ ਸਕਦੇ ਹਾਂ ਅਸੀਂ। ਮੈਚਿਓਰੇਸ਼ਨ ਹੈ ਜਿਹੜੀ, ਮੈਚਿਓਰੇਸ਼ਨ ਵੀ ਕੀ ਹੈ ਜੀ? ਕੁਆਲੀਟੇਟਿਵ ਹੈ। ਕੋਗਨੀਸ਼ਨ ਸਾਡੇ ਮੈਂਟਲ ਪ੍ਰੋਸੈਸ ਦੇ ਨਾਲ ਜੁੜਿਆ ਹੋਇਆ ਸ਼ਬਦ ਹੈ। ਅੱਗੇ ਜੀਨ ਪਿਆਜੇ ਦੀ ਗੱਲ ਆ ਗਈ ਜੀ। ਜੀਨ ਪਿਆਜੇ ਜਿਨ੍ਹਾਂ ਨੂੰ ਕੋਗਨੈਟਿਵ ਸਾਈਕੋਲੋਜੀ ਦਾ ਫਾਦਰ ਕਿਹਾ ਜਾਂਦਾ, ਜਿਨ੍ਹਾਂ ਨੇ ਕੋਗਨੈਟਿਵ ਡਿਵੈਲਪਮੈਂਟ ਦੀ ਥਿਊਰੀ ਦਿੱਤੀ ਹੈ, ਬੱਚਿਆਂ ਦੇ ਮਾਨਸਿਕ ਵਿਕਾਸ ਦੀ ਕਹਾਣੀ ਜਿਨ੍ਹਾਂ ਨੇ ਜਿਹੜੀ ਹੈ ਬਣਾਈ ਹੈ। ਤਾਂ ਇਹ ਕੀ ਕਹਿੰਦੇ ਨੇ ਕਿ ਪਿਆਜੇ ਦਾ ਕੌਨਸੈਪਟ ਹੈਗਾ ਆਫ ਦਾ ਇਨਕੋਪਰੇਸ਼ਨ ਆਫ ਨਿਊ ਇਨਫੋਰਮੇਸ਼ਨ, ਨਵੀਂ ਜਾਣਕਾਰੀ ਇਨਟੂ ਐਗਜ਼ਿਸਟਿੰਗ ਨੌਲੇਜ, ਪੁਰਾਣੀ ਜਿਹੜੀ ਸਾਨੂੰ ਪਹਿਲਾਂ ਜਾਣਕਾਰੀ ਹੈ ਉਹਦੇ ਵਿੱਚ ਐਡ ਕਰਨੀ ਹੈ। ਇਸ ਪ੍ਰੋਸੀਜਰ ਨੂੰ ਕੀ ਕਹਿੰਦੇ ਨੇ?
ਚਾਰ ਆਪਸ਼ਨਾਂ ਨੇ ਜੀ। ਐਸੀਮਿਲੇਸ਼ਨ ਹੈਗੀ ਆ, ਅਕਮੋਡੇਸ਼ਨ, ਔਰਗੇਨਾਈਜੇਸ਼ਨ ਐਂਡ ਇਕੁਲਿਬ੍ਰੇਸ਼ਨ। ਐਸੀਮਿਲੇਸ਼ਨ ਦਾ ਮਤਲਬ ਇੱਥੇ ਦੇਖ ਲੈਂਦੇ ਅਸੀਂ ਕੀ ਹੈ ਕਿ ਪ੍ਰੋਸੈਸ ਆਫ ਇਨਕੋਪਰੇਟਿੰਗ ਨਿਊ ਇਨਫੋਰਮੇਸ਼ਨ ਔਰ ਐਕਸਪੀਰੀਅੰਸ ਇਨਟੂ ਐਗਜ਼ਿਸਟਿੰਗ ਸਕੀਮਾਸ। ਜਦੋਂ ਅਸੀਂ ਕਿਸੇ ਨਵੀਂ ਜਾਣਕਾਰੀ ਨੂੰ ਪੁਰਾਣੀ ਜਾਣਕਾਰੀ ਦੇ ਨਾਲ ਜੋੜ ਲੈਂਦੇ ਹਾਂ ਜੀ, ਉਹਨੂੰ ਕਹਿੰਦੇ ਨੇ ਐਸੀਮਿਲੇਸ਼ਨ। ਨਵੀਂ ਜਾਣਕਾਰੀ ਅਤੇ ਪੁਰਾਣੀ ਜਾਣਕਾਰੀ ਨੂੰ ਜੋੜਨ ਤੋਂ ਬਾਅਦ ਜੇਕਰ ਅਸੀਂ ਕੋਈ ਸਕੀਮਾ ਨਵਾਂ ਤਿਆਰ ਕਰ ਦਿੰਦੇ ਹਾਂ, ਕੋਈ ਖਾਕਾ ਨਵਾਂ ਤਿਆਰ ਕਰ ਦਿੰਦੇ ਹਾਂ, ਉਹਨੂੰ ਅਸੀਂ ਕਹਿੰਦੇ ਹਾਂ ਜੀ ਅਕਮੋਡੇਸ਼ਨ। ਇਕੁਲਿਬ੍ਰੇਸ਼ਨ ਹੁੰਦਾ ਕਿ ਜਦੋਂ ਵੀ ਤੁਸੀਂ ਕੋਈ ਨਵੀਂ ਚੀਜ਼ ਤੁਹਾਨੂੰ ਕੋਈ ਪਤਾ ਲੱਗੂਗੀ ਤਾਂ ਇੱਕ ਵਾਰ ਜਿਹੜਾ ਤੁਹਾਡੀ ਸਥਿਤੀ ਆ ਉਹ ਡਿਸਇਕੁਲਿਬ੍ਰੀਅਮ ਦੀ ਹੋ ਜੂਗੀ, ਅਸੰਤੁਲਨ ਪੈਦਾ ਹੋ ਜੂਗਾ। ਛੋਟੀ ਜਿਹੀ ਐਗਜ਼ਾਮਪਲ ਲੈ ਕੇ ਸਮਝ ਲੈਂਦੇ ਹਾਂ ਅਸੀਂ। ਸਪੋਜ਼ ਕਰੋ ਕਿ ਤੁਸੀਂ ਕੋਈ ਚਾਰ ਪੈਰਾਂ ਵਾਲਾ ਜਾਨਵਰ ਦੇਖਿਆ ਪਹਿਲਾਂ, ਅਤੇ ਤੁਹਾਡੇ ਘਰਦਿਆਂ ਨੇ ਤੁਹਾਨੂੰ ਦੱਸਿਆ ਕਿ ਕੁੱਤਾ, ਤਾਂ ਤੁਸੀਂ ਹੁਣ ਸਮਝ ਗਏ ਕਿ ਜਿਹੜਾ ਚਾਰ ਪੈਰਾਂ 'ਤੇ ਤੁਰਦਾ ਜੀ ਉਹ ਕੁੱਤਾ ਹੁੰਦਾ। ਥੋੜ੍ਹੇ ਦਿਨਾਂ ਬਾਅਦ ਤੁਸੀਂ ਇੱਕ ਬਿੱਲੀ ਦੇਖਦੇ ਹੋ, ਬਿੱਲੀ ਦੇਖਣ ਤੋਂ ਬਾਅਦ ਤੁਸੀਂ ਉਹਨੂੰ ਵੀ ਕਹਿੰਦੇ ਹੋ ਕਿ ਇਹ ਕੁੱਤਾ ਹੈ, ਪਰ ਘਰ ਦੇ ਸਮਝਾਉਂਦੇ ਨੇ ਕਿ ਇਹ ਕੁੱਤਾ ਨਹੀਂ, ਕੀ ਹੈ, ਬਿੱਲੀ ਹੈ। ਹੁਣ ਜਦੋਂ ਘਰ ਦੇ ਕਹਿੰਦੇ ਨੇ ਕਿ ਇਹ ਬਿੱਲੀ ਹੈ ਤਾਂ ਤੁਸੀਂ ਕੀ ਕਰਦੇ ਹੋ? ਤੁਹਾਨੂੰ ਪਤਾ ਲੱਗ ਗਿਆ ਕਿ ਚਾਰ ਪੈਰਾਂ 'ਤੇ ਤੁਰਨ ਵਾਲਾ ਕੁੱਤਾ ਸੀ ਅਤੇ ਨਵੀਂ ਕੀ ਆ ਗਈ, ਬਿੱਲੀ। ਤੁਸੀਂ ਦੋ ਜਿਹੜੀ ਪੁਰਾਣੀ ਜਾਣਕਾਰੀ ਸੀ ਉਹਨੂੰ ਨਵੀਂ ਜਾਣਕਾਰੀ ਦੇ ਵਿੱਚ ਐਡ ਕਰ ਲਿਆ ਆਪਣੇ ਐਗਜ਼ਿਸਟਿੰਗ ਸਕੀਮਾਂ ਦੇ ਵਿੱਚ। ਤਾਂ ਹੌਲੀ ਹੌਲੀ ਤੁਸੀਂ ਉਹਨੂੰ ਕੀ ਕਰੋਗੇ, ਇਸ ਦੇ ਲਈ ਇੱਕ ਖਾਕਾ ਜਿਹੜਾ ਉਹ ਅਲੱਗ ਤਿਆਰ ਕਰ ਦੋਗੇ। ਇੱਕ ਖਾਕਾ ਬਿੱਲੀ ਦੇ ਲਈ ਅੱਡ ਹੋ ਜਾਏਗਾ, ਕਿਉਂਕਿ ਹੌਲੀ ਹੌਲੀ ਤੁਹਾਨੂੰ ਪਤਾ ਲੱਗਣ ਲੱਗ ਜਾਏਗਾ ਕਿ ਇਕੱਲੀ ਬਿੱਲੀ ਨਹੀਂ, ਸ਼ੇਰ ਹੈ ਉਹ ਵੀ ਚਾਰ ਪੈਰਾਂ 'ਤੇ ਤੁਰਦਾ, ਚੀਤਾ ਉਹ ਵੀ ਚਾਰ ਪੈਰਾਂ 'ਤੇ ਤੁਰਦਾ। ਤਾਂ ਤੁਹਾਨੂੰ ਸਮਝ 'ਚ ਆ ਜਾਊਗਾ ਕਿ ਜਿਹੜੇ ਜੀਵ ਹੁੰਦੇ ਨੇ ਚਾਰ ਪੈਰਾਂ 'ਤੇ ਤੁਰਨ ਵਾਲੇ, ਉਹ ਵੀ ਉਹਨਾਂ ਦੀਆਂ ਵੀ ਕੈਟਾਗਰੀਜ਼ ਅਲੱਗ-ਅਲੱਗ ਨੇ। ਚਾਰ ਪੈਰਾਂ 'ਤੇ ਤੁਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਕੱਲਾ ਕੁੱਤਾ ਹੀ ਤੁਰ ਸਕਦਾ ਅਤੇ ਜਾਂ ਫਿਰ ਇਕੱਲੀ ਬਿੱਲੀ ਤੁਰ ਸਕਦੀ ਆ। ਤਾਂ ਡਿਸਇਕੁਲਿਬ੍ਰੀਅਮ ਕਿੱਥੇ ਹੋਊਗਾ? ਜਿੱਥੇ ਤੁਸੀਂ ਸੋਚਿਆ ਹੋਊਗਾ ਕਿ ਤੁਸੀਂ ਪੂਰਾ ਇਹ ਸੀਗਾ ਕਿ ਸ਼ੋਰ ਹੋ ਗਏ ਜਦੋਂ ਛੋਟੇ ਸੀਗੇ ਕਿ ਤੁਹਾਨੂੰ ਕੁੱਤਾ ਦੱਸਿਆ ਗਿਆ ਚਾਰ ਪੈਰਾਂ 'ਤੇ ਤੁਰਨ ਵਾਲਾ, ਤਾਂ ਹਰ ਚੀਜ਼ ਨੂੰ ਤੁਸੀਂ ਕੁੱਤਾ ਹੀ ਦੱਸੋਗੇ, ਹੈ ਨਾ। ਪਰ ਘਰਦਿਆਂ ਨੇ ਜਦੋਂ ਕਿਹਾ ਕਿ ਨਹੀਂ ਉਹ ਬਿੱਲੀ ਹੈ, ਤਾਂ ਤੁਹਾਡੇ 'ਚ ਅਸੰਤੁਲਨ ਦੀ ਭਾਵਨਾ ਪੈਦਾ ਹੋਏਗੀ। ਤੁਸੀਂ ਕਹੋਗੇ ਕਿ ਇਹ ਕਿਵੇਂ ਪੋਸੀਬਲ ਹੈ ਕਿ ਪਹਿਲਾਂ ਤੁਸੀਂ ਇਹਨੂੰ ਚਾਰ ਪੈਰ ਵਾਲੇ ਨੂੰ ਕੁੱਤਾ ਕਹਿਤਾ ਅਤੇ ਹੁਣ ਬਿੱਲੀ ਕਹਿਤਾ, ਹੈ ਨਾ। ਪਰ ਹੌਲੀ ਹੌਲੀ ਜਦੋਂ ਸਮਝ ਆਊਗੀ ਫਿਰ ਤੁਸੀਂ ਇੱਕ ਸੰਤੁਲਨ ਦੀ ਸਥਿਤੀ 'ਚ ਆਓਗੇ ਕਿ ਨਹੀਂ, ਘਰ ਦੇ ਸਹੀ ਸੀਗੇ, ਉਹ ਦੋਨੇ ਚੀਜ਼ਾਂ ਨੇ ਜਿਹੜੀਆਂ ਵੱਖੋ ਵੱਖਰੀਆਂ ਨੇ। ਜਿਵੇਂ ਕੋਈ ਉੱਡੀ ਜਾਂਦੀ ਚੀਜ਼ ਨੂੰ ਤੁਸੀਂ ਨੇ ਘਰਦਿਆਂ ਨੇ ਚਿੜੀ ਦੱਸਤਾ ਅਤੇ ਬਾਅਦ ਦੇ ਵਿੱਚ ਉਹ ਤੁਹਾਨੂੰ ਕੋਈ ਘੁੱਗੀ ਮਿਲਦੀ ਹੈ ਨਾ, ਤਾਂ ਤੁਸੀਂ ਉਹਨੂੰ ਵੀ ਚਿੜੀ ਕਹਿੰਦੇ ਹੋ। ਘਰ ਦੇ ਸਮਝਾਉਂਦੇ ਨੇ ਕਿ ਚਿੜੀ ਅਲੱਗ ਚੀਜ਼ ਹੈ, ਘੁੱਗੀ ਅਲੱਗ ਚੀਜ਼ ਹੈ। ਤਾਂ ਤੁਸੀਂ ਦੋਨਾਂ ਦੀ ਫਿਰ ਇਨਫੋਰਮੇਸ਼ਨ ਐਸੀਮਿਲੇਟ ਕਰਦੇ ਹੋ। ਫਿਰ ਨਵਾਂ ਖਾਕਾ ਪਹਿਲਾਂ ਇੱਕ ਚਿੜੀ ਵਾਸਤੇ ਅਲੱਗ ਕਰਦੇ ਹੋ, ਘੁੱਗੀ ਵਾਸਤੇ ਅਲੱਗ। ਫਿਰ ਤੁਸੀਂ ਐਰੋਪਲੇਨ ਉੱਡਦਾ ਦੇਖਦੇ ਹੋ, ਫਿਰ ਉਹਨੂੰ ਕਿਵੇਂ ਕੈਟਾਗਰਾਈਜ਼ ਕਰੋਗੇ, ਹੈ ਨਾ, ਕਿ ਪੰਛੀਆਂ ਤੋਂ ਬਿਨਾਂ ਵੀ ਕੋਈ ਚੀਜ਼ ਉੱਡ ਸਕਦੀ ਹੈ। ਛੋਟੇ ਬੱਚੇ ਦੀਆਂ ਗੱਲਾਂ ਨੇ ਇਹ, ਹੈ ਨਾ। ਤਾਂ ਇਹਦਾ ਮਤਲਬ ਕੀ ਹੈ ਕਿ ਇੱਕ ਚੀਜ਼ ਹੈਗੀ ਆ, ਜਦੋਂ ਤੁਸੀਂ ਪੁਰਾਣੀ ਅਤੇ ਨਵੀਂ ਜਾਣਕਾਰੀ ਨੂੰ ਮਿਕਸ ਕਰਦੇ ਹੋ ਉਹਨੂੰ ਐਸੀਮਿਲੇਸ਼ਨ ਕਹਿੰਦੇ ਨੇ। ਜਦੋਂ ਤੁਸੀਂ ਉਹਨੂੰ ਮਿਕਸ ਕਰਕੇ ਇੱਕ ਨਵਾਂ ਖਾਕਾ ਹੀ ਤਿਆਰ ਕਰਦੇ ਹੋ ਉਹਨੂੰ ਅਕਮੋਡੇਸ਼ਨ ਕਹਿੰਦੇ ਨੇ। ਜਦੋਂ ਤੁਸੀਂ ਨਵੀਂ ਪੁਰਾਣੀ ਅਤੇ ਪੁਰਾਣੀ ਜਾਣਕਾਰੀ ਦੇ ਵਿੱਚ ਬੈਲੈਂਸ ਇਸਟੈਬਲਿਸ਼ ਕਰ ਲੈਂਦੇ ਹੋ ਉਹਨੂੰ ਇਕੁਲਿਬ੍ਰੇਸ਼ਨ ਕਹਿੰਦੇ ਹਾਂ ਜੀ ਅਸੀਂ। ਨੈਕਸਟ ਕੁਐਸਚਨ ਹੈਗਾ ਸੋਸ਼ਲ ਕੰਸਟਰਕਟਿਵਿਸਟ ਅਪਰੋਚ ਕਿਹਨੇ ਦਿੱਤੀ ਸੀ ਜੀ? ਇਹ ਦਿੱਤੀ ਸੀ ਵਾਈਗੋਸਕੀ ਨੇ। ਵਾਈਗੋਸਕੀ ਜਿਨ੍ਹਾਂ ਨੇ ਸੋਸ਼ੀਓ ਕਲਚਰਲ ਥਿਊਰੀ ਦਿੱਤੀ ਸੀ ਜੀ। ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਦੀ ਗੱਲ ਕੀਤੀ ਸੀ। ਸਕੈਫੋਲਡਿੰਗ ਦੀ ਗੱਲ ਇਹਨਾਂ ਨੇ ਕੀਤੀ ਸੀਗੀ। ਮੋਰ ਨੌਲੇਜੇਬਲ ਅਦਰ ਦੀ ਗੱਲ ਇਹਨਾਂ ਨੇ ਕੀਤੀ ਸੀਗੀ। ਇਹਨਾਂ ਨੇ ਆਖਿਆ ਸੀਗਾ ਇੱਕ ਉਹ ਜ਼ੋਨ ਹੈ ਜਿੱਥੇ ਤੁਸੀਂ ਆਪ ਸਿੱਖ ਸਕਦੇ ਹੋ, ਇੱਕ ਉਹ ਜ਼ੋਨ ਹੈ ਜਿੱਥੇ ਕਿਸੇ ਦੀ ਹੈਲਪ ਨਾਲ ਸਿੱਖ ਸਕਦੇ ਹੋ, ਇੱਕ ਉਹ ਜ਼ੋਨ ਹੈ ਜਿੱਥੇ ਤੁਸੀਂ ਸਿੱਖ ਹੀ ਨਹੀਂ ਸਕਦੇ। ਤਾਂ ਇਹਦਾ ਰਾਈਟ ਆਨਸਰ ਆਏਗਾ ਵਾਈਗੋਸਕੀ। ਜਿਹੜੇ ਸੁਸਾਇਟੀ ਦਾ ਅਸਰ ਕਹਿੰਦੇ ਨੇ ਬੱਚੇ ਦੇ ਸਿੱਖਣ ਦੇ ਉੱਪਰ, ਜੀਨ ਪਿਆਜੇ ਦੀ ਗੱਲ ਕਰ ਚੁੱਕੇ ਹਾਂ ਜੀ। ਔਸੂਬੈਲ ਅਤੇ ਗੈਂਗੇ ਦੀ ਗੱਲ ਅਸੀਂ ਅੱਗੇ ਕਰ ਲੈਂਦੇ ਹਾਂ ਜੀ। ਡੇਵਿਡ ਔਸੋਬੈਲ ਨੇ ਜਿਹੜੇ ਅਮਰੀਕਨ ਸਾਈਕੋਲੋਜਿਸਟ ਨੇ, ਇਹਨਾਂ ਨੇ ਗੱਲ ਕੀਤੀ ਹੈ ਥਿਊਰੀ ਆਫ ਮੀਨਿੰਗਫੁਲ ਲਰਨਿੰਗ ਦੀ ਗੱਲ ਕੀਤੀ ਹੈ ਜੀ। ਇਹ ਕੀ ਕਹਿੰਦੇ ਨੇ ਕਿ ਜਦੋਂ ਨਵੀਂ ਇਨਫੋਰਮੇਸ਼ਨ ਨੂੰ ਅਸੀਂ ਪੁਰਾਣੀ ਇਨਫੋਰਮੇਸ਼ਨ ਨਾਲ ਜੋੜਦੇ ਹਾਂ ਅਤੇ ਉਹ ਮੀਨਿੰਗਫੁਲ ਵੇ ਦੇ ਨਾਲ ਜੋੜਦੇ ਹਾਂ, ਫਿਰ ਹੀ ਜਿਹੜੀ ਲਰਨਿੰਗ ਹੈ ਮੀਨਿੰਗਫੁਲ ਹੋ ਸਕਦੀ ਆ। ਤਾਂ ਇਹ ਕੀ ਕਹਿੰਦੇ ਨੇ, ਰੋਟ ਲਰਨਿੰਗ ਦੀ ਗੱਲ ਕਰਦੇ ਨੇ। ਪਰ ਇਹ ਗੱਲ ਕੀ ਕਰਦੇ ਨੇ ਕਿ ਅਸੀਂ ਮੈਮੋਰਾਈਜ਼ ਤਾਂ ਕਰਨਾ ਚੀਜ਼ਾਂ ਨੂੰ, ਰੱਟਾ ਤਾਂ ਮਾਰਨਾ, ਪਰ ਉਹਨੂੰ ਅੰਡਰਸਟੈਂਡ ਕਰਕੇ, ਹੈ ਨਾ। ਅਸੀਂ ਚੀਜ਼ਾਂ ਨੂੰ ਸਮਝਣਾ ਵੀ ਹੈ, ਇਕੱਲਾ ਯਾਦ ਹੀ ਨਹੀਂ ਰੱਖਣਾ। ਜੇਕਰ ਰੋਬਰਟ ਗੈਗਨੇ ਦੀ ਗੱਲ ਕਰੀਏ ਜੀ, ਇਹਨਾਂ ਨੇ ਕੰਮ ਕੀਤਾ ਸੀਗਾ ਇੰਸਟਰਕਸ਼ਨਲ ਡਿਜ਼ਾਈਨ ਅਤੇ ਲਰਨਿੰਗ ਥਿਊਰੀ ਦੇ ਉੱਪਰ। ਇਹਨਾਂ ਨੇ ਕੰਪਰੀਹੈਂਸਿਵ ਥਿਊਰੀ ਦਿੱਤੀ ਸੀ ਲਰਨਿੰਗ ਦੀ। ਤਾਂ ਇਹਨਾਂ ਨੇ 8 ਸਟੈਪ ਲਰਨਿੰਗ ਆਊਟਕਮ ਦੇ ਦਿੱਤੇ ਸੀ। ਵਰਬਲ ਇਨਫੋਰਮੇਸ਼ਨ, ਇੰਟਲੈਕਚੁਅਲ ਸਕਿੱਲਸ, ਕੋਗਨੈਟਿਵ ਸਟ੍ਰੈਟਜੀਜ਼, ਮੋਟਰ ਸਕਿੱਲਸ, ਐਟੀਟਿਊਡਸ, ਕੋਗਨੈਟਿਵ ਰੂਲਸ, ਪ੍ਰੋਬਲਮ ਸੋਲਵਿੰਗ ਸਟ੍ਰੈਟਜੀਜ਼ ਐਂਡ ਇਮੋਸ਼ਨਲ ਸਕਿੱਲਸ। ਇਹ ਤੋਂ ਬਿਨਾਂ ਇਹਨਾਂ ਨੇ ਆਪਣਾ ਜਿਹੜਾ ਇੰਸਟਰਕਸ਼ਨਸ ਨੇ ਉਹਨਾਂ ਨੂੰ ਡਿਜ਼ਾਈਨ ਕਰਨ ਦੇ ਕੁਛ ਸਟੈਪਸ ਵੀ ਦੱਸੇ ਨੇ। ਇਹਨਾਂ ਨੇ ਬੋਲਿਆ ਕਿ ਗੇਨਿੰਗ ਲਰਨਰਸ ਇੰਟੈਂਸ਼ਨ, ਲਰਨਰ ਦਾ ਅਟੈਂਸ਼ਨ ਹੈ ਜਿਹੜਾ ਉਹ ਵੀ ਗੇਨ ਕਰਨਾ ਹੈ। ਇਨਫੋਰਮਿੰਗ ਲਰਨਰਸ ਆਫ ਦਾ ਲਰਨਿੰਗ ਓਬਜੈਕਟਿਵ, ਲਰਨਿੰਗ ਓਬਜੈਕਟਿਵ ਵੀ ਦੱਸਣੇ ਉਹਨਾਂ ਨੂੰ ਅਸੀਂ ਨੇ। ਸਟਿਮੂਲੇਟਿੰਗ ਰੀਕਾਲ ਆਫ ਪ੍ਰਾਇਰ ਲਰਨਿੰਗ, ਤਾਂ ਜਿਹੜੀ ਚੀਜ਼ ਪਹਿਲਾਂ ਸਿੱਖੀ ਉਹਦੇ ਵਾਸਤੇ ਵੀ ਸਟਿਮੂਲੇਟ ਕਰਨਾ ਹੈ। ਉਹਨਾਂ ਨੂੰ ਜਿਹੜਾ ਮਟੀਰੀਅਲ ਸਿਖਾਉਣਾ ਉਹ ਪ੍ਰੈਜੈਂਟ ਵੀ ਕਰਨਾ ਸੀ। ਇਹਨਾਂ ਨੇ ਗਾਈਡੈਂਸ ਦੇਣੀ ਹੈ ਉਹਨਾਂ ਨੂੰ।
ਐਲੈਕਟਿੰਗ ਜਿਹੜੀ ਪਰਫੋਰਮੈਂਸ ਆ ਉਹ ਹੋਣੀ ਚਾਹੀਦੀ ਹੈ, ਫੀਡਬੈਕ ਵੀ ਦੇਣੀ ਹੈ, ਬੱਚਿਆਂ ਦੀ ਅਸੈਸਮੈਂਟ ਵੀ ਅਸੀਂ ਨੇ ਕਰਨੀ ਹੈ। ਨੈਕਸਟ ਕੁਐਸਚਨ ਦੇਖ ਲਈਏ ਜੀ। ਪੀਪਲ ਵੈਲਿਊ ਟਰਸਟ, ਕੇਅਰਿੰਗ ਐਂਡ ਲੋਇਲਟੀ ਟੂ ਅਦਰਸ ਐਜ਼ ਅ ਬੇਸਿਸ ਫॉर ਮੋਰ ਮੋਰਲ ਜਜਮੈਂਟ ਰੀਪ੍ਰਜੈਂਟਸ ਵਿਚ ਆਫ ਦ ਫੋਲੋਇੰਗ ਸਟੇਜ ਆਫ ਕੋਹਲਬਰਗਸ ਥਿਊਰੀ ਆਫ ਮੋਰਲ ਡਿਵੈਲਪਮੈਂਟ। ਤਾਂ ਕੋਹਲਬਰਗ ਦੀ ਗੱਲ ਹੈ ਜਿਹੜੀ ਪਹਿਲਾਂ ਵੀ ਅਸੀਂ ਨੇ ਕੀਤੀ ਸੀ ਲਾਸਟ ਲੈਕਚਰ ਦੇ ਵਿੱਚ। ਕੋਹਲਬਰਗ ਜਿਨ੍ਹਾਂ ਨੇ ਮੋਰਲ ਡਿਵੈਲਪਮੈਂਟ ਦੀ ਥਿਊਰੀ ਦਿੱਤੀ ਹੈ, ਦੇਖ ਲੈਂਦੇ ਹਾਂ ਜੀ। ਤਿੰਨ ਇਹਨਾਂ ਨੇ ਲੈਵਲ ਦਿੱਤੇ ਸੀ, ਲੈਵਲ 1 2 ਐਂਡ 3। ਪ੍ਰੀ ਕਨਵੈਨਸ਼ਨਲ ਮੋਰੈਲਿਟੀ ਦੀ ਗੱਲ ਕੀਤੀ ਹੈ, ਕਨਵੈਨਸ਼ਨਲ ਮੋਰੈਲਿਟੀ ਐਂਡ ਪੋਸਟ ਕਨਵੈਨਸ਼ਨਲ ਮੋਰੈਲਿਟੀ। ਤਾਂ ਤਿੰਨ ਲੈਵਲ, ਹਰ ਇੱਕ ਲੈਵਲ ਦੇ ਵਿੱਚ 2-2 ਸਟੇਜਾਂ ਨੇ, ਟੋਟਲ 6 ਸਟੇਜਸ ਨੇ। ਇਹਨਾਂ ਨੂੰ ਰੱਟਾ ਮਾਰ ਲਓ ਬੇਸ਼ੱਕ, ਹੈ ਨਾ, ਇਹਨੂੰ ਜੇ ਲਿਖ ਕੇ ਯਾਦ ਕਰੋ ਕਿਸੇ ਵੀ ਤਰੀਕੇ ਨਾਲ। ਤਾਂ ਇੱਥੇ ਅਸੀਂ ਨੇ ਗੱਲ ਪਿੱਛੇ ਕਾਹਦੀ ਕੀਤੀ ਗਈ ਹੈ, ਗੁੱਡ ਇੰਟਰਪਰਸਨਲ ਰਿਲੇਸ਼ਨਸ਼ਿਪ ਦੀ ਗੱਲ ਕੀਤੀ ਗਈ ਹੈ ਜੀ, ਕਿ ਅਸੀਂ ਮੋਰਲੀ ਕੀ ਕਰਦੇ ਹਾਂ, ਟਰਸਟ ਪੈਦਾ ਕਰਦੇ ਹਾਂ, ਕੇਅਰ ਕਰਦੇ ਹਾਂ ਅਤੇ ਦੂਜਿਆਂ ਪ੍ਰਤੀ ਵਫਾਦਾਰ ਰਹਿੰਦੇ ਹਾਂ। ਤੀਜੀ ਸਟੇਜ ਹੈ ਜੀ, ਦੂਜਾ ਲੈਵਲ ਹੈ ਮਿਊਚੁਅਲ ਇੰਟਰਪਰਸਨਲ ਐਕਸਪੈਕਟੇਸ਼ਨ ਰਿਲੇਸ਼ਨਸ਼ਿਪ ਐਂਡ ਇੰਟਰਪਰਸਨਲ ਕਨਫਰਮਿਟੀ ਦੀ ਗੱਲ ਕੀਤੀ ਗਈ ਹੈ। ਕੋਹਲਬਰਗ ਦੀ ਥਿਊਰੀ ਹੈ ਜੀ ਮੋਰਲ ਡਿਵੈਲਪਮੈਂਟ ਦੀ। ਅਗਲੀ ਗੱਲ ਕਰਦੇ ਹਾਂ ਜੀ, ਟਰਾਈਆਰਕਿਕ ਥਿਊਰੀ ਹੈਗੀ ਹੈ ਇੰਟੈਲੀਜੈਂਸ ਦੀ, ਜਿਹੜੀ ਕਿ ਸਟਰਨਬਰਗ ਨੇ ਦਿੱਤੀ ਹੈ। ਤਾਂ ਉਹਦੇ 'ਚ ਹੇਠ ਲਿਖਿਆਂ 'ਚੋਂ ਕਿਹੜੀ ਚੀਜ਼ ਹੈ ਜਿਹੜੀ ਉਹ ਮੌਜੂਦ ਨਹੀਂ ਹੈਗੀ, ਸਪੇਸ਼ੀਅਲ, ਐਨਾਲੀਟੀਕਲ, ਕ੍ਰੀਏਟਿਵ ਔਰ ਪ੍ਰੈਕਟੀਕਲ। ਤਾਂ ਦੇਖ ਲੈਂਦੇ ਹਾਂ ਜੀ, ਜਿਹੜੇ ਸਟਰਨਬਰਗ ਨੇ ਇਹਨਾਂ ਨੇ ਟਰਾਈਆਰਕ ਥਿਊਰੀ ਦੇ ਵਿੱਚ 3 ਟਾਈਪਸ ਆਫ ਇੰਟੈਲੀਜੈਂਸ ਦਿੱਤਾ। ਇਹਨਾਂ ਨੇ ਬੋਲਿਆ ਐਨਾਲੀਟੀਕਲ ਇੰਟੈਲੀਜੈਂਸ ਹੈ, ਕ੍ਰੀਏਟਿਵ ਇੰਟੈਲੀਜੈਂਸ ਹੋ ਸਕਦੀ ਹੈ ਅਤੇ ਪ੍ਰੈਕਟੀਕਲ ਇੰਟੈਲੀਜੈਂਸ ਹੈ ਜਿਹੜੀ ਉਹ ਹੋ ਸਕਦੀ ਹੈ। ਤਾਂ ਇਹਦੇ ਵਿੱਚ ਉਹਨਾਂ ਨੇ ਸਪੇਸ਼ੀਅਲ ਇੰਟੈਲੀਜੈਂਸ ਦੀ ਗੱਲ ਨਹੀਂ ਕੀਤੀ, ਕਿਉਂਕਿ ਸਪੇਸ਼ੀਅਲ ਇੰਟੈਲੀਜੈਂਸ ਦੀ ਗੱਲ ਕੀਤੀ ਸੀ ਜੀ ਗਾਰਡਨਰ ਨੇ। ਤਾਂ ਹਾਵਰਡ ਗਾਰਡਨਰ ਨੇ ਸਪੇਸ਼ੀਅਲ ਇੰਟੈਲੀਜੈਂਸ ਦੀ ਗੱਲ ਕੀਤੀ। ਇਹਦੇ ਨਾਲ ਨਾਲ ਉਹਨਾਂ ਨੇ ਲਿੰਗੁਇਸਟਿਕ ਇੰਟੈਲੀਜੈਂਸ, ਲੌਜੀਕਲ, ਮੈਥੇਮੈਟੀਕਲ, ਮਿਊਜ਼ੀਕਲ, ਬੋਡਲੀ ਕਾਈਨਾਸਥੈਟਿਕ, ਇੰਟਰਾਪਰਸਨਲ ਅਤੇ ਇੰਟਰਪਰਸਨਲ, ਨੈਚੁਰਲਿਸਟਿਕ ਐਂਡ ਐਗਜ਼ਿਸਟੈਂਸ਼ੀਅਲ ਇੰਟੈਲੀਜੈਂਸ ਦੀ ਗੱਲ ਕੀਤੀ ਹੈ ਗਾਰਡਨਰ ਨੇ। ਸਪੇਸ਼ੀਅਲ ਇੰਟੈਲੀਜੈਂਸ ਦੀ ਮੈਂ ਤੁਹਾਨੂੰ ਛੋਟੀ ਜਿਹੀ ਸਟੋਰੀ ਸੁਣਾਈ ਸੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸਾਡੇ ਕੋਲ ਕੋਈ 2 ਬੰਦੇ ਆਉਂਦੇ ਨੇ ਬਾਹਰ ਤੋਂ, ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਨੇ। ਸਾਰੀ ਯੂਨੀਵਰਸਿਟੀ ਘੁੰਮਣ ਤੋਂ ਬਾਅਦ ਤਾਂ ਉਹ ਇੱਕ ਵਿਜ਼ਨ ਬਣਾਉਂਦੇ ਨੇ ਕਿ ਜੇਕਰ ਆਪਾਂ ਸਾਰੀ ਯੂਨੀਵਰਸਿਟੀ ਢਾਹ ਦਈਏ, ਮਹੀਨਾ ਘਟਾਉਣ 'ਤੇ ਲੱਗ ਜੂਗਾ, ਉਸ ਤੋਂ ਬਾਅਦ ਅਸੀਂ ਪੂਰੇ ਆਰਾਮ ਨਾਲ ਇੱਥੇ ਖੇਤੀ ਕਰ ਸਕਦੇ ਹਾਂ। ਆਹ ਜਗ੍ਹਾ 'ਤੇ ਆਹ ਚੀਜ਼ ਬਣਾਵਾਂਗੇ, ਆਹ ਜਗ੍ਹਾ 'ਤੇ ਆਹ ਚੀਜ਼ ਹੋਏਗੀ, ਹੈ ਨਾ। ਤਾਂ ਫਸਟ ਟਾਈਮ ਉਹ ਆਏ ਨੇ। ਫਸਟ ਟਾਈਮ ਆਉਣ ਸਾਰ ਉਹਨਾਂ ਨੇ ਇੱਕ ਵਾਰ ਸਿਰਫ ਨਜ਼ਰ ਦੇ ਨਾਲ ਸਾਰੀ ਜਗ੍ਹਾ ਦਾ ਮੁਆਇਨਾ ਕਰਨ ਤੋਂ ਬਾਅਦ ਉੱਥੇ ਉਹਨਾਂ ਨੇ ਜਿਹੜੀ ਚੀਜ਼ ਆਪਣੀ ਉਸਾਰਨੀ ਸੀ ਉਹ ਵੀ ਉਸਾਰ ਦਿੱਤੀ। ਕਿਉਂ ਉਸਾਰੀ? ਕਿਉਂਕਿ ਉਹਨਾਂ ਦੇ ਕੋਲ ਕੀ ਸੀਗਾ, ਇੱਕ ਸਪੇਸ਼ੀਅਲ ਇੰਟੈਲੀਜੈਂਸ ਹੈਗੀ ਸੀਗੀ, ਹੈ ਨਾ ਉਹਨਾਂ ਦੇ ਕੋਲ, ਜਿਹੜੀ ਕਿ ਕਿਸੇ ਆਰਕੀਟੈਕਚਰ ਕੋਲ ਹੁੰਦੀ ਹੈ। ਜਾਂ ਪਲੇਅਰ, ਜਿਵੇਂ ਕ੍ਰਿਕਟ ਦੇ ਵਿੱਚ ਤੁਸੀਂ ਨੇ ਕੈਚ ਪੁੱਛਣਾ, ਬਾਲ ਤੁਹਾਡੇ ਤੋਂ ਦੂਰ ਹੈ, ਤੁਹਾਨੂੰ ਪਤਾ ਹੁੰਦਾ ਕਿ ਕਦੋਂ ਤੁਸੀਂ ਨੇ ਡਾਈ ਲਗਾਉਣੀ ਹੈ, ਕਦੋਂ ਡਾਈ ਨਹੀਂ ਲਗਾਉਣੀ, ਕਦੋਂ ਹੱਥ ਉੱਪਰ ਕਰਨੇ ਨੇ, ਕਦੋਂ ਹੱਥ ਨੀਚੇ ਕਰਨੇ ਨੇ, ਹੈ ਨਾ। ਤਾਂ ਇਹ ਸਾਰੇ ਕੀ ਹੈ, ਸਪੇਸ਼ੀਅਲ ਇੰਟੈਲੀਜੈਂਸ। ਜਦੋਂ ਤੁਸੀਂ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਦੇ ਵਿੱਚ ਆਪਣੇ ਬੋਡੀ ਦੇ ਅੰਗਾਂ ਦਾ ਰਿਲੇਸ਼ਨ ਹੈ ਜਿਹੜਾ ਉਹ ਇਸਟੈਬਲਿਸ਼ ਕਰ ਲੈਂਦੇ ਹੋ, ਹੈ ਨਾ, ਉਹਨੂੰ ਅਸੀਂ ਬੋਲਦੇ ਹਾਂ ਜੀ ਸਪੇਸ਼ੀਅਲ ਇੰਟੈਲੀਜੈਂਸ। ਇਹ ਤੋਂ ਬਿਨਾਂ ਮੈਥੇਮੈਟੀਕਲ, ਜਿਵੇਂ ਰਾਮਾਨੁਜਨ ਹਾਰਡੀ ਹੋ ਰਹੀ ਹੋ ਗਏ, ਹੈ ਨਾ। ਮੈਥੇਮੈਟੀਕਲ, ਮਿਊਜ਼ੀਕਲ, ਬੀਥੋਵਨ ਹੋ ਰਹੀ ਹੋ ਗਏ, ਮਾਈਕਲ ਜੈਕਸਨ ਹੋ ਰਹੀ ਹੋ ਗਈ, ਉਹਨਾਂ ਦੀ ਗੱਲ ਕਰ ਲਓ। ਬੋਡਲੀ ਕਾਈਨਾਸਥੈਟਿਕ, ਜਿਹੜੇ ਸਾਡੇ ਜਿਮਨਾਸਟਿਕ ਹੁੰਦੇ ਨੇ, ਆਰਟਿਸਟਿਕ ਜਿਮਨਾਸਟਿਕ ਕਰਦੇ ਨੇ, ਹੈ ਨਾ, ਉਹਨਾਂ ਦੀ ਗੱਲ ਆ ਗਈ ਜੀ। ਅੱਗੇ ਗੱਲ ਕਰਦੇ ਹਾਂ ਜੀ ਅਸੀਂ, ਵਿਚ ਆਫ ਦ ਫੋਲੋਇੰਗ ਰੀਪ੍ਰਜੈਂਟ ਦਾ ਐਕੁਜੀਸ਼ਨ ਆਫ ਅ ਟਰੈਡੀਸ਼ਨਲ ਮੈਸਕੂਲਾਈਨ ਔਰ ਫੈਮੀਨਨ ਰੋਲ। ਤਾਂ ਜੀ ਇੱਕ ਪ੍ਰੋਸੈਸ ਹੁੰਦਾ, ਉਸ ਪ੍ਰੋਸੈਸ ਦੇ ਰਾਹੀਂ ਜਿਹੜੇ ਜੈਂਡਰ ਰੋਲ ਨੇ ਉਹ ਦਿੱਤੇ ਜਾਂਦੇ ਨੇ। ਉਸ ਪ੍ਰੋਸੈਸ ਨੂੰ ਬੋਲਿਆ ਜਾਂਦਾ ਜੈਂਡਰ ਟਾਈਪਿੰਗ। ਇਹਨਾਂ ਨੂੰ ਅਸੀਂ ਦੇਖ ਲੈਂਦੇ ਹਾਂ। ਜੈਂਡਰ ਟਾਈਪਿੰਗ ਦਾ ਮਤਲਬ ਕੀ ਹੈ, ਇੱਕ ਪ੍ਰੋਸੈਸ ਹੈਗਾ ਜੀ ਜਿਹਦੇ ਵਿੱਚ ਇੱਕ ਵਿਅਕਤੀ, ਔਰਤ ਵੀ ਹੋ ਸਕਦਾ, ਮਰਦ ਵੀ ਹੋ ਸਕਦਾ, ਜਿਨ੍ਹਾਂ ਨੂੰ ਜੈਂਡਰ ਰੋਲ ਅਡੋਪਟ ਕਰਵਾਏ ਜਾਂਦੇ ਨੇ ਔਨ ਦਾ ਬੇਸਿਸ ਆਫ ਦੇਅਰ ਬਾਇਓਲੋਜੀਕਲ ਸੈਕਸ, ਹੈ ਨਾ। ਤਾਂ ਉਹ ਤੋਂ ਬਾਅਦ ਜੈਂਡਰ ਰੋਲ, ਉਹਨਾਂ ਦੇ ਆਪਦੇ ਰੋਲ ਨੇ ਕਿ ਉਹਨਾਂ ਦਾ ਬਿਹੇਵੀਅਰ, ਐਟੀਟਿਊਡ ਅਤੇ ਐਕਸਪੈਕਟੇਸ਼ਨ ਕੀ ਹੋਊਗਾ, ਬੇਸਡ ਔਨ ਕਿਹੜੇ ਕਿ ਮੇਲ ਨੇ ਜਾਂ ਫੀਮੇਲ ਨੇ, ਅਤੇ ਕਿਹੜੀ ਸੁਸਾਇਟੀ ਜਾਂ ਕਿਹੜੇ ਕਲਚਰ ਦੇ ਵਿੱਚ ਉਹ ਰਹਿ ਰਹੇ ਨੇ। ਜੈਂਡਰ ਇੰਟੀਗ੍ਰੇਸ਼ਨ ਦੀ ਗੱਲ ਕਰੀਏ ਤਾਂ ਮੁੰਡੇ ਕੁੜੀ ਦੇ ਵਿੱਚ ਕੋਈ ਫ਼ਰਕ ਨਹੀਂ ਦੱਸਿਆ ਗਿਆ ਇਸ ਦੇ ਵਿੱਚ ਜੀ। ਮੁੰਡਾ ਕੁੜੀ ਇੱਕੋ ਚੀਜ਼ ਨੇ, ਦੋਨਾਂ ਨੂੰ ਬਰਾਬਰ ਦਾ ਹਰ ਚੀਜ਼ ਦੇ ਵਿੱਚ ਅਧਿਕਾਰ ਮਿਲਣਾ ਚਾਹੀਦਾ ਜੀ। ਜੈਂਡਰ ਸਟੀਰੀਓਟਾਈਪਿੰਗ ਹੈਗਾ ਕਿ ਤੁਹਾਡਾ ਮਾਈਂਡ ਸੈੱਟ ਕਿਸੇ ਚੀਜ਼ ਦੇ ਪ੍ਰਤੀ ਕੀ ਹੈ। ਜਿਵੇਂ ਇਹ ਕਿਹਾ ਜਾਂਦਾ ਕਿ ਕਿਸੇ ਵਿਦਵਾਨ ਨੇ ਕਿਹਾ ਕਿ ਜੇਕਰ ਤੁਸੀਂ ਕਿਸੇ ਸਮਾਜ ਦਾ ਬੌਧਿਕ ਪੱਧਰ ਦੇਖਣਾ ਕਿ ਕਿੰਨਾ ਕੁ ਉੱਚਾ, ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਉਸ ਸਮਾਜ ਦੇ ਵਿੱਚ ਔਰਤਾਂ ਨਾਲ ਕਿਸ ਤਰ੍ਹਾਂ ਦਾ ਜਿਹੜਾ ਵਿਵਹਾਰ ਹੈ ਉਹ ਕੀਤਾ ਜਾਂਦਾ। ਯਾਨੀ ਕਿ ਮਾਈਂਡ ਸੈੱਟ ਕੀ ਹੈਗਾ ਤੁਹਾਡਾ, ਬੇਸ਼ੱਕ ਉਹ ਕੁੜੀਆਂ ਹੋਣ ਉਹਨਾਂ ਪ੍ਰਤੀ, ਬੇਸ਼ੱਕ ਉਹ ਮੁੰਡੇ ਹੋਣ ਉਹਨਾਂ ਦੇ ਪ੍ਰਤੀ। ਤਾਂ ਇਹਦੇ ਪ੍ਰਤੀ ਮੈਂ ਇੱਕ ਤੁਹਾਨੂੰ ਕਿਤਾਬ ਪਹਿਲਾਂ ਵੀ ਸੁਜੈਸਟ ਕੀਤੀ ਸੀਗੀ ਕਿ ਵਾਈ ਮੈਨ ਡੂ ਨਾਟ ਲਿਸਨ ਐਂਡ ਵਾਈ ਕਾਂਟ ਵੂਮੈਨ ਰੀਡ ਮੈਪਸ। ਇੱਕ ਬਹੁਤ ਸੋਹਣੀ ਕਿਤਾਬ ਹੈ ਜਿਹਦੇ ਰਾਹੀਂ ਤੁਸੀਂ ਬੰਦਿਆਂ ਦਾ ਬਿਹੇਵੀਅਰ ਜਿਵੇਂ ਦਾ ਹੈਗਾ ਉਵੇਂ ਦਾ ਕਿਉਂ ਹੁੰਦਾ, ਅਤੇ ਕੁੜੀਆਂ ਦਾ ਬਿਹੇਵੀਅਰ ਜਿਵੇਂ ਦਾ ਹੈਗਾ ਕਿਉਂ ਹੁੰਦਾ, ਉਹ ਕਿਤਾਬ ਤੁਹਾਡੀ ਹੈਲਪ ਕਰ ਸਕਦੀ ਆ।
ਨੈਕਸਟ ਕੁਐਸਚਨ ਦੇਖ ਲਈਏ ਜੀ, ਇਵਾਨ ਪਵਲੋਵ ਦਾ ਹੈਗਾ। ਇਵਾਨ ਪੈਵਲੋਵ ਜਿਹੜੇ ਕਿ ਰਸ਼ੀਅਨ ਫਿਜ਼ੀਓਲੋਜਿਸਟ ਨੇ, ਉਹ ਕਹਿੰਦੇ ਨੇ ਕਿ ਉਹਨਾਂ ਨੇ ਕੁੱਤੇ ਨੂੰ ਡੌਗ ਨੂੰ ਆਪਣਾ ਫੂਡ ਦਿੱਤਾ ਹੈ। ਕਦੋਂ ਦਿੱਤਾ ਹੈ ਜੀ? ਰਿੰਗ ਵਜਾਉਣ ਤੋਂ ਬਾਅਦ, ਤਾਂ ਹੋਰ ਕਿਸੇ ਸਾਊਂਡ ਤੋਂ ਬਾਅਦ ਨਹੀਂ ਦਿੱਤਾ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਕੀ ਹੈ ਜੀ? ਇਹਦਾ ਮਤਲਬ ਹੈਗਾ ਕਿ ਉਹਨਾਂ ਨੇ ਕੁੱਤੇ ਨੂੰ ਡਿਸਕ੍ਰਿਮੀਨੇਟ ਕਰਨਾ ਸਿਖਾਇਆ ਅਲੱਗ-ਅਲੱਗ ਆਵਾਜ਼ਾਂ ਦੇ ਵਿੱਚ। ਤਾਂ ਇਹਨਾਂ ਦੀ ਇੱਕ ਥਿਊਰੀ ਹੈ ਛੋਟੀ ਜਿਹੀ, ਆਪਾਂ ਥੋੜ੍ਹਾ ਜਿਹਾ ਸਮਝ ਲਈਏ। ਸਮਝਣ ਤੋਂ ਪਹਿਲਾਂ ਇੱਕ ਚਾਰ ਟਰਮਾਂ ਕਲੀਅਰ ਕਰ ਲਈਏ ਜੀ। ਡਿਸਕ੍ਰਿਮੀਨੇਸ਼ਨ ਹੁੰਦਾ ਕਿ ਜਦੋਂ ਤੁਸੀਂ ਦੋ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਨੂੰ ਪਹਿਚਾਨਣਾ ਸ਼ੁਰੂ ਕਰ ਦਿੰਦੇ ਹੋ, ਤਾਂ ਜਿਹੜੀ ਚੀਜ਼ ਤੁਹਾਨੂੰ ਯਾਦ ਹੈਗੀ ਆ ਉਹਨਾਂ ਨੂੰ, ਬੇਸ਼ੱਕ ਜਿਵੇਂ ਕਿਸੇ ਪਰਸਨ ਨੂੰ ਤੁਸੀਂ ਜਾਣਦੇ ਹੋ, ਉਹਨੂੰ 100 ਦੇ ਵਿੱਚੋਂ ਵੀ ਇਕੱਲੇ ਨੂੰ ਪਛਾਣ ਲੈਂਦੇ ਹੋ। ਜਿਵੇਂ ਅੱਜ ਕੱਲ੍ਹ ਫੋਰ ਐਗਜ਼ਾਮਪਲ ਤੁਸੀਂ ਸਿੱਧੂ ਮੂਸੇਵਾਲੇ ਦੀ ਆਵਾਜ਼ ਲਾ ਲਓ, ਹੈ ਨਾ, ਕਿ ਉਹਨਾਂ ਦੀ ਆਵਾਜ਼ ਜੇਕਰ ਤੁਹਾਨੂੰ ਸੁਣਾਈ ਜਾਵੇ ਤਾਂ ਤੁਸੀਂ ਜੇ ਉਹਨਾਂ ਨੂੰ ਬਿਨਾਂ ਦੇਖੇ ਵੀ ਦੱਸ ਦੋਗੇ ਕਿ ਇਹ ਆਵਾਜ਼ ਕਿਸ ਦੀ ਹੈ ਜੀ, ਇਹ ਮੂਸੇਵਾਲਾ ਦੀ ਆਵਾਜ਼ ਹੈ ਨਾ। ਤਾਂ ਤੁਸੀਂ ਡਿਸਕ੍ਰਿਮੀਨੇਟ ਕਰਨਾ ਸਿੱਖ ਲਿਆ ਕਿ ਉਹਦੀ ਆਵਾਜ਼ ਦੂਜੇ ਨਾਲੋਂ ਵੱਖਰੀ ਕਿਵੇਂ ਆ। ਜਾਂ ਸਾਡੇ ਤੁਸੀਂ ਲੈਕਚਰ ਸੁਣਦੇ ਹੋ ਤਾਂ ਤੁਹਾਨੂੰ ਅਸੀਂ ਪੜ੍ਹਾ ਰਹੇ ਹਾਂ, ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਬੇਸ਼ੱਕ ਅਸੀਂ ਰੋਜ਼ ਵੱਖੋ ਵੱਖਰਾ ਕੰਟੈਂਟ ਪੇਸ਼ ਕਰਦੇ ਹਾਂ, ਪਰ ਸਾਡੀ ਆਵਾਜ਼ ਤੋਂ ਤੁਸੀਂ ਹਿਸਾਬ ਲਗਾ ਲੈਂਦੇ ਹੋ ਕਿ ਕੌਣ ਪੜ੍ਹਾ ਰਿਹਾ। ਇਟ ਮੀਨਸ ਤੁਸੀਂ ਕੀ ਕਰ ਰਹੇ ਹੋ? ਡਿਸਕ੍ਰਿਮੀਨੇਟ ਕਰ ਰਹੇ ਹੋ ਕਿ ਆਵਾਜ਼ ਕੌਣ ਪੜ੍ਹਾ ਰਿਹਾ ਹੈ। ਜਨਰਲਾਈਜੇਸ਼ਨ ਹੁੰਦੀ ਹੈ ਕਿ ਜੇਕਰ ਮੇਰੇ ਨਾਲ ਰਲਦੀ ਮਿਲਦੀ ਆਵਾਜ਼ ਵਾਲਾ ਥੋੜ੍ਹਾ ਬਹੁਤ ਪੜ੍ਹਾ ਲੈਂਦਾ ਤਾਂ ਵੀ ਤੁਸੀਂ ਸਮਝੋਗੇ ਕਿ ਉਹੀ ਬੰਦਾ ਹੈ ਨਾ। ਤਾਂ ਚੀਜ਼ਾਂ ਨੂੰ ਜਰਨਲਾਈਜ਼ ਵੀ ਕਰਨਾ ਸਿੱਖ ਲੈਂਦੇ ਹੋ। ਤਾਂ ਉਹਦੀ ਥਿਊਰੀ ਦੇ ਵਿੱਚ ਕਿਵੇਂ ਆਉਂਦਾ ਉਹ ਅੱਗੇ ਜਾ ਕੇ ਦੇਖਦੇ ਹਾਂ। ਐਕਸਟਿੰਕਸ਼ਨ ਹੈ ਜਿਹੜਾ, ਉਹਦੀ ਥਿਊਰੀ ਦੇ ਵਿੱਚੋਂ ਸਮਝਾਂਗੇ। ਸੈਂਸਾਈਜੇਸ਼ਨ ਹੈਗਾ ਜੀ, ਸੈਂਸਾਈਜੇਸ਼ਨ ਦਾ ਸੰਬੰਧ ਹੈ ਜਿਹੜਾ ਇਹਨਾਂ ਦੇ ਨਾਲ ਨਹੀਂ ਹੈਗਾ ਪੈਵਲੋਵ ਦੀ ਥਿਊਰੀ ਦੇ ਨਾਲ। ਪਰ ਇਹਦੇ ਵਿੱਚ ਕੀ ਹੈ ਕਿ ਕਿਸੇ ਦੇ ਰਿਸਪੌਂਸ ਨੂੰ ਇਨਕਰੀਜ਼ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ, ਬੇਸ਼ੱਕ ਉਹ ਸਟਿਮੂਲਸ ਨੂੰ ਰਿਪੀਟ ਕਰਵਾ ਕੇ ਹੋਵੇ ਜਾਂ ਨਵੇਂ ਸਟਿਮੂਲਸ ਪੇਸ਼ ਕਰਕੇ, ਉਹਨੂੰ ਬੋਲਿਆ ਜਾਂਦਾ ਸੈਂਸਾਈਜੇਸ਼ਨ। ਤਾਂ ਆ ਜਾਓ ਹੁਣ ਅਸੀਂ ਪੈਵਲੋਵ ਦੀ ਥਿਊਰੀ 'ਤੇ ਇੱਕ ਵਾਰ ਨਜ਼ਰ ਮਾਰ ਲਈਏ ਜੀ। ਇਹ ਸਾਰੀਆਂ ਟਰਮਸ ਨੇ ਜਿਹੜੀਆਂ ਪੈਵਲੋਵ ਨੇ ਆਪਣੀਆਂ ਥਿਊਰੀ ਦੇ ਵਿੱਚ ਦਿੱਤੀਆਂ ਨੇ। ਤਾਂ ਸਭ ਤੋਂ ਪਹਿਲਾਂ ਇੱਕ ਚੀਜ਼ ਸਮਝਦੇ ਹਾਂ, ਥੋੜ੍ਹਾ ਜਿਹਾ ਪੈਵਲੋਵ ਦਾ ਅਸੀਂ ਐਕਸਪੈਰੀਮੈਂਟ ਦੇਖਦੇ ਹਾਂ। ਪੈਵਲੋਵ ਦੇ ਐਕਸਪੈਰੀਮੈਂਟ ਦੇ ਵਿੱਚ ਜੀ ਇੱਕ ਕੁੱਤਾ ਹੈ। ਤਾਂ ਕੀ ਕੀਤਾ ਪੈਵਲੋਵ ਨੇ? ਕਮਰੇ ਦੇ ਵਿੱਚ ਇੱਕ ਕੁੱਤਾ ਰੱਖਿਆ ਹੋਇਆ, ਉਹ ਬਾਹਰੋਂ ਖਾਣਾ ਲਿਆ ਹੁੰਦਾ। ਬਾਹਰੋਂ ਜਦੋਂ ਖਾਣਾ ਲਿਆ ਕੇ ਕੁੱਤੇ ਸਾਹਮਣੇ ਰੱਖਦਾ, ਤਾਂ ਕੁੱਤਾ ਜਦੋਂ ਖਾਣੇ ਨੂੰ ਦੇਖਦਾ ਤਾਂ ਉਹਦੇ ਮੂੰਹ ਦੇ ਵਿੱਚ ਜਿਹੜੀਆਂ ਸਲਾਈਵਾ ਹੈ ਜਾਂ ਲਾਲਾਂ ਨੇ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਹੈ ਨਾ। ਤਾਂ ਹੁਣ ਤੁਸੀਂ ਨੈਚੁਰਲੀ ਉਹਦੇ ਸਾਹਮਣੇ ਲਿਆ ਕੇ ਕੀ ਰੱਖਤਾ? ਖਾਣਾ ਨੈਚੁਰਲੀ ਰੱਖਿਆ। ਦਾ ਮਤਲਬ ਕੀ ਆ? ਅਨਕੰਡੀਸ਼ਨਡ ਸਟਿਮੂਲਸ ਹੈ। ਹੁਣ ਬਿਨਾਂ ਸੋਚੇ ਸਮਝੇ ਤੋਂ ਉਹਨੇ ਖਾਣਾ ਦੇਖਿਆ, ਕੁੱਤੇ ਨੇ, ਤਾਂ ਭੁੱਖ ਲੱਗੀ ਸੀ, ਖਾਣਾ ਦੇਖ ਕੇ ਉਹਦੇ ਮੂੰਹ 'ਚ ਸਲਾਈਵਾ ਆਇਆ। ਇਹ ਕੀ ਹੈ? ਉਹਦਾ ਰਿਸਪੌਂਸ ਸੀਗਾ। ਅਤੇ ਰਿਸਪੌਂਸ ਕੀ ਹੈ? ਅਨਕੰਡੀਸ਼ਨਡ, ਹੈ ਨਾ। ਤਾਂ ਨਾ ਹੀ ਤਾਂ ਅਸੀਂ ਉਹਨੂੰ ਇਹ ਸਿਖਾਇਆ ਸੀਗਾ ਵੀ ਅਸੀਂ ਖਾਣਾ ਦੇਵਾਂਗੇ, ਅਤੇ ਨਾ ਹੀ ਇਹ ਸਿਖਾਇਆ ਸੀ ਕਿ ਤੂੰ ਸਲਾਈਵਾ ਡੇਗਣਾ, ਹੈ ਨਾ। ਦੋਨਾਂ ਦੇ ਵਿੱਚੋਂ ਕੋਈ ਚੀਜ਼ ਨਹੀਂ ਸਿਖਾਈ, ਦੋਨੇ ਚੀਜ਼ਾਂ ਨੈਚੁਰਲ ਸੀਗੀਆਂ। ਪਰ ਅਗਲੀ ਵਾਰੀ ਅਸੀਂ ਨੇ ਕੀ ਕੀਤਾ? ਸਟਿਮੂਲਸ ਸੀ ਜਿਹੜਾ ਉਹ ਕੰਡੀਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਕਿਵੇਂ ਕੀਤੀ? ਤਾਂ ਹੌਲੀ ਹੌਲੀ ਉਹਨੇ ਕੀ ਕੀਤਾ ਸਾਡੇ ਪੈਵਲੋਵ ਨੇ, ਤਾਂ ਉਹਨੇ ਇੱਕ ਰਿੰਗ ਸੈੱਟ ਕੀਤੀ। ਉਹਨੇ ਰਿੰਗ ਮਾਰਨੀ, ਉਸ ਤੋਂ ਬਾਅਦ ਖਾਣਾ ਲੈ ਕੇ ਜਾਣਾ, ਰਿੰਗ ਮਾਰਨੀ, ਉਸ ਤੋਂ ਬਾਅਦ ਖਾਣਾ ਲੈ ਕੇ ਜਾਣਾ, ਰਿੰਗ ਮਾਰਨੀ, ਉਸ ਤੋਂ ਬਾਅਦ ਖਾਣਾ ਲੈ ਕੇ ਜਾਣਾ। ਹੁਣ ਜਿਹੜਾ ਉਹ ਕੁੱਤਾ ਸੀਗਾ ਉਹਨੇ ਕਾਹਦੇ ਨਾਲ ਜੋੜ ਲਿਆ? ਉਹਨੂੰ ਪਤਾ ਲੱਗ ਗਿਆ ਕਿ ਉਹਨੂੰ ਖਾਣਾ ਕਦੋਂ ਮਿਲਦਾ? ਜਦੋਂ ਇੱਕ ਰਿੰਗ ਵੱਜਦੀ ਹੈ। ਹੁਣ ਜਿਹੜਾ ਸਟਿਮੂਲਸ ਸੀ ਉਹ ਕੰਡੀਸ਼ਨਡ ਹੋ ਗਿਆ, ਹੈ ਨਾ। ਤਾਂ ਹੁਣ ਉਹਦਾ ਸੰਬੰਧ ਪਹਿਲਾਂ ਤਾਂ ਫੂਡ ਨੂੰ ਦੇਖ ਕੇ ਸਲਾਈਵਾ ਆਉਂਦਾ ਸੀ, ਪਰ ਹੁਣ ਸਲਾਈਵਾ ਕਾਹਦੇ ਰਾਹੀਂ ਆਉਣਾ ਸ਼ੁਰੂ ਹੋਊਗਾ? ਉਹਨੇ ਸਟਿਮੂਲਸ ਕਾਹਦੇ ਨਾਲ ਜੋੜ ਲਿਆ ਆਪਣਾ? ਉਹਨੇ ਜੋੜ ਲਿਆ ਕਿ ਜਦੋਂ ਬੈਲ ਵੱਜੂਗੀ ਉਦੋਂ ਮੈਨੂੰ ਖਾਣਾ ਮਿਲੂਗਾ ਹੀ ਮਿਲੂਗਾ। ਤਾਂ ਉਹਦਾ ਰਿਸਪੌਂਸ ਸੀ ਜਿਹੜਾ ਉਹ ਵੀ ਕੀ ਹੋ ਗਿਆ? ਕੰਡੀਸ਼ਨਡ ਹੋ ਗਿਆ, ਹੈ ਨਾ। ਸਟਿਮੂਲਸ ਸੀ ਬੈਲ, ਉਹ ਵੀ ਕੰਡੀਸ਼ਨਡ ਹੋ ਗਈ, ਅਤੇ ਜਿਹੜਾ ਰਿਸਪੌਂਸ ਸੀਗਾ ਉਹਦਾ ਉਹ ਵੀ ਕੀ ਹੋ ਗਿਆ? ਕੰਡੀਸ਼ਨਡ ਹੋ ਗਿਆ। ਹੁਣ ਅਗਲੀ ਗੱਲ ਉਹਨਾਂ ਨੇ ਕੀਤੀ ਸੀ ਐਕੁਜੀਸ਼ਨ ਦੀ। ਐਕੁਜੀਸ਼ਨ ਕੀ ਹੈ? ਕਿ ਜਦੋਂ ਅਸੀਂ ਐਸੋਸੀਏਟ ਕਰਨਾ ਸਿੱਖਦੇ ਹਾਂ ਨਿਊਟਰਲ ਸਟਿਮੂਲਸ ਅਤੇ ਅਨਕੰਡੀਸ਼ਨਲ ਸਟਿਮੂਲਸ ਨੂੰ, ਇਹਨੂੰ ਅਸੀਂ ਬੋਲਦੇ ਹਾਂ ਐਕੁਜੀਸ਼ਨ। ਫਿਰ ਉਹਨਾਂ ਨੇ ਬੋਲੀ ਐਕਸਟਿੰਕਸ਼ਨ, ਹੈ ਨਾ। ਹੁਣ ਕੁੱਤਾ ਸੀਗਾ ਜਿਹੜਾ ਉਹ ਰਿੰਗ ਦੇ ਨਾਲ ਖਾਣੇ ਨੂੰ ਉਹਨੇ ਜੋੜ ਲਿਆ ਸੀ, ਪਰ ਤੁਸੀਂ ਨੇ ਕੀ ਕੀਤਾ? ਉਹਨੂੰ ਲਗਾਤਾਰ 2 ਮਹੀਨੇ ਦਾ ਰਿੰਗ ਵਜਾ ਕੇ ਖਾਣਾ ਦੇਈ ਗਏ, ਪਰ ਉਸ ਤੋਂ ਬਾਅਦ ਰਿੰਗ ਵਜਾਉਣੀ ਬੰਦ ਕਰਤੀ, ਨੈਚੁਰਲੀ ਖਾਣਾ ਦੇਣਾ ਸ਼ੁਰੂ ਕਰਤਾ। ਤਾਂ ਮੰਨ ਲਓ 2 ਮਹੀਨੇ ਲਗਾਤਾਰ ਤੁਸੀਂ ਬਿਨਾਂ ਰਿੰਗ ਤੋਂ ਖਾਣਾ ਦਿੱਤਾ, ਤਾਂ ਜਿਹੜਾ ਕੁੱਤਾ ਸੀ ਉਹ ਫਿਰ ਹੌਲੀ ਹੌਲੀ ਭੁੱਲ ਜੂਗਾ ਕਿ ਉਹਨੂੰ ਰਿੰਗ ਦੇ ਨਾਲ ਖਾਣਾ ਮਿਲਦਾ ਸੀ। ਪਰ ਨਾਲ ਹੀ ਫਿਰ ਉਹ ਕੀ ਗੱਲ ਕਰਦੇ ਨੇ? ਸਪੋਨਟੇਨੀਅਸ ਰਿਕਵਰੀ। ਮੰਨ ਲਓ ਤੁਸੀਂ 10-15 ਦਿਨ ਬੈਲ ਨਹੀਂ ਵਜਾਈ, ਤਾਂ ਉਸ ਤੋਂ ਬਾਅਦ ਜਦੋਂ ਦੁਬਾਰਾ ਬੈਲ ਵਜਾਓਗੇ ਤਾਂ ਕੁੱਤਾ ਜਿਹੜਾ ਉਹ ਦੁਬਾਰੇ ਫਿਰ ਉਹਨੂੰ ਉਸ ਚੀਜ਼ ਦੇ ਨਾਲ ਜੋੜ ਦੂਗਾ ਕਿ ਬੈਲ ਵੱਜ ਕੇ ਖਾਣਾ ਮੈਨੂੰ ਮਿਲਦਾ। ਸਟਿਮੂਲਸ ਜਰਨਲਾਈਜੇਸ਼ਨ ਦੀ ਗੱਲ ਅਸੀਂ ਨੇ ਕੀਤੀ ਸੀ ਕਿ ਜਦੋਂ ਤੁਹਾਨੂੰ ਸਟਿਮੂਲਸ ਹੈ ਜਿਹੜਾ ਉਹ ਜੇ ਉਹਦੇ ਨਾਲ ਦਾ ਸਿਮੀਲਰ ਸਟਿਮੂਲਸ ਵੀ ਮਿਲਦਾ ਹੈ, ਤਾਂ ਵੀ ਤੁਸੀਂ ਜਿਹੜਾ ਰਿਸਪੌਂਸ ਦਿਓਗੇ ਉਹ ਕੰਡੀਸ਼ਨਡ ਦਿਓਗੇ, ਹੈ ਨਾ। ਸਟਿਮੂਲਸ ਡਿਸਕ੍ਰਿਮੀਨੇਸ਼ਨ, ਜਦੋਂ ਤੁਸੀਂ ਬਹੁਤੀਆਂ ਆਵਾਜ਼ਾਂ ਦੇ ਵਿੱਚੋਂ ਇੱਕ ਆਵਾਜ਼ ਪਹਿਚਾਣ ਸਕਦੇ ਹੋ, ਜਿਵੇਂ ਅਸੀਂ ਮੂਸੇਵਾਲਾ ਦੀ ਐਗਜ਼ਾਮਪਲ ਲਈ ਸੀ। ਹਾਈ ਆਰਡਰ ਆਫ ਕੰਡੀਸ਼ਨਿੰਗ, ਜਿਵੇਂ ਕੁੱਤਾ ਸੀਗਾ ਜੀ, ਉਹਨੂੰ ਇਕੱਲੀ ਪਹਿਲਾਂ ਰਿੰਗ ਦੇ ਨਾਲ ਜੋੜਿਆ ਗਿਆ, ਪਰ ਬਾਅਦ ਦੇ ਵਿੱਚ ਪੈਵਲੋਵ ਨੇ ਉਹਨੂੰ ਲਾਈਟ ਦੇ ਨਾਲ ਵੀ ਜੋੜਨ ਦੀ ਕੋਸ਼ਿਸ਼ ਕੀਤੀ। ਅਤੇ ਜੇਕਰ ਉਹ ਬਹੁਤ ਸਾਰੀਆਂ ਅਲੱਗ-ਅਲੱਗ ਜਿਹੜੀਆਂ ਸਟਿਮੂਲਸ ਨੇ ਉਹਨਾਂ ਨਾਲ ਆਪਣੇ ਆਪ ਨੂੰ ਜੋੜ ਕੇ ਕੰਡੀਸ਼ਨਲ ਰਿਸਪੌਂਸ ਲੈ ਕੇ ਆ ਸਕਦਾ, ਇਟ ਮੀਨਸ ਅਸੀਂ ਉਹਨੂੰ ਕੀ ਕਹਿ ਸਕਦੇ ਹਾਂ? ਹਾਈ ਆਰਡਰ ਕੰਡੀਸ਼ਨਿੰਗ ਕਹਿ ਸਕਦੇ ਹਾਂ।
ਅਗਲੀ ਗੱਲ ਦੇਖ ਲਈਏ ਜੀ, ਚਾਈਲਡ ਸੈਂਟਰਡ ਐਜੂਕੇਸ਼ਨ ਦੀ ਗੱਲ ਕਿਹਨੇ ਕੀਤੀ ਸੀ? ਤਾਂ ਇਹ ਗੱਲ ਕੀਤੀ ਸੀ ਜੌਨ ਡੈਬੇ ਨੇ, ਜਿਨ੍ਹਾਂ ਨੂੰ ਫਾਦਰ ਆਫ ਪ੍ਰੈਗਮੈਟਿਜ਼ਮ ਵੀ ਕਿਹਾ ਜਾਂਦਾ ਹੈ। ਪੈਸਟੋਲੋਜੀ ਜਿਨ੍ਹਾਂ ਨੇ ਸੈਂਸ ਟ੍ਰੇਨਿੰਗ ਦੀ ਗੱਲ ਕੀਤੀ ਆ। ਹਰਬਰਟ ਤੇ ਫਰੋਬਲ ਬਾਰੇ ਅਸੀਂ ਅੱਗੇ ਦੇਖ ਲੈਂਦੇ ਹਾਂ। ਫਰਾਈਡਰਿਚ ਫਰੋਬਲ ਜਿਨ੍ਹਾਂ ਨੇ ਕਿੰਡਰਗਾਰਟਨ ਸ਼ੁਰੂ ਕੀਤਾ ਸੀ। ਹਰਬਰਟ ਹੈਗੇ ਨੇ ਜਿਨ੍ਹਾਂ ਨੇ ਇੱਕ ਮੈਥਡ ਦਿੱਤਾ ਸੀ ਟੀਚਿੰਗ ਦਾ, ਹਰਬੈਟੀਅਨ ਮੈਥਡ। ਜੌਨ ਡੇਵੇ ਬਾਰੇ ਦੇਖ ਲੈਂਦੇ ਹਾਂ ਜੀ, ਇਹਨਾਂ ਨੇ ਹੈਂਡਸ ਔਨ ਐਕਸਪੀਰੀਐਂਸ਼ੀਅਲ ਲਰਨਿੰਗ ਦੀ ਗੱਲ ਕੀਤੀ ਹੈ। ਇੰਟੀਗ੍ਰੇਸ਼ਨ ਆਫ ਅਕੈਡਮਿਕ ਐਂਡ ਪ੍ਰੈਕਟੀਕਲ ਸਕਿੱਲਸ ਦੀ ਗੱਲ ਕੀਤੀ ਹੈ, ਥਿਊਰੀ ਤੇ ਪ੍ਰੈਕਟੀਕਲ ਦੋਨਾਂ ਦੀ। ਚਾਈਲਡ ਸੈਂਟਰਡ ਅਪਰੋਚ ਹੈਗੀ ਸੀ ਇਹਨਾਂ ਦੀ ਜੀ। ਇਹ ਕਹਿੰਦੇ ਸੀ ਜਿਹੜਾ ਕਰੀਕੁਲਮ ਹੈ ਉਹ ਵਿਅਕਤੀ ਦੀਆਂ ਜਾਂ ਬੱਚੇ ਦੀਆਂ ਲੋੜਾਂ ਤੇ ਰੁਚੀ ਦੇ ਆਧਾਰ ਤੇ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਇਹਨਾਂ ਨੇ ਕ੍ਰਿਟੀਕਲ ਥਿੰਕਿੰਗ, ਪ੍ਰੋਬਲਮ ਸੋਲਵਿੰਗ ਤੇ ਕ੍ਰੀਏਟੀਵਿਟੀ ਇਨ ਐਜੂਕੇਸ਼ਨ ਦੀ ਗੱਲ ਕੀਤੀ ਹੈ ਜੀ। ਇਸ ਤੋਂ ਬਾਅਦ ਇਹਨਾਂ ਨੇ ਰੀਅਲ ਵਰਲਡ ਐਕਸਪੀਰੀਅੰਸ ਤੇ ਗੱਲ ਕੀਤੀ ਹੈ ਕਿ ਬੱਚੇ ਨੂੰ ਜਿਹੜਾ ਸਿੱਖਣਾ ਚਾਹੀਦਾ, ਲਰਨਿੰਗ ਕਰਨੀ ਚਾਹੀਦੀ ਆ, ਉਹ ਰੀਅਲ ਵਰਲਡ ਐਕਸਪੀਰੀਅੰਸ ਦੇ ਨਾਲ ਕਰਨੀ ਚਾਹੀਦੀ ਹੈ ਜੀ। ਪੈਸਟੋਲੋਜੀ ਨੇ ਸੈਂਸਰੀ ਐਕਸਪੀਰੀਅੰਸ ਦੀ ਗੱਲ ਕੀਤੀ ਸੀ ਤੇ ਇੰਡੀਵਿਜੂਅਲ ਡਿਵੈਲਪਮੈਂਟ ਦੀ ਗੱਲ ਕੀਤੀ ਸੀ ਜੀ। ਹਰਬਰਟ ਨੇ ਸਿਸਟਮੈਟਿਕ ਔਰਗੇਨਾਈਜੇਸ਼ਨ ਦੀ ਗੱਲ ਕੀਤੀ ਸੀ ਨੌਲੇਜ ਦੀ, ਤੇ ਨਾਲ ਉਹਨਾਂ ਨੇ ਗੱਲ ਕੀਤੀ ਸੀਗੀ ਕਿ ਮੋਰਲ ਐਗਜ਼ਾਮਪਲਸ ਹੋਣੀਆਂ ਚਾਹੀਦੀਆਂ ਨੇ ਸਾਡੇ ਐਜੂਕੇਸ਼ਨ ਦੇ ਵਿੱਚ। ਫਰਾਈਡਰਿਚ ਫਰੋਬਲ ਜਿਨ੍ਹਾਂ ਨੇ ਕਿੰਡਰਗਾਰਟਨ ਸਕੂਲ ਕੀਤੇ, KG ਸਕੂਲ ਸੀ ਜਿਹੜੇ ਉਹ ਸ਼ੁਰੂ ਕੀਤੇ ਜੀ। ਕਿੰਡਰ ਮਤਲਬ ਬੱਚੇ, ਗਾਰਟਨ ਮਤਲਬ ਬੱਚਿਆਂ ਦਾ ਗਾਰਡਨ, ਤਾਂ ਜਰਮਨ ਭਾਸ਼ਾ ਦਾ ਸ਼ਬਦ ਸੀਗਾ ਇਹ। ਪਲੇਵੇਸ ਜਿਹੜਾ ਸਕੂਲ ਸੀ ਉਹ ਵੀ ਇਹਨਾਂ ਨੇ ਸ਼ੁਰੂ ਕੀਤਾ ਸੀਗਾ। ਨੈਕਸਟ ਕੁਐਸਚਨ ਦੇਖ ਲਈਏ ਜੀ, ਇਮੋਸ਼ਨਲ ਇੰਟੈਲੀਜੈਂਸ ਦੀਆਂ ਕਰੈਕਟਰਿਸਟਿਕਸ ਪੀਟਰ ਸੈਲਵੋ ਨੇ ਕਿਹੜੀਆਂ ਦਿੱਤੀਆਂ ਨੇ ਦੇਖ ਲਈਏ। ਪੀਟਰ ਸੈਲਵੋ ਨੇ ਜੋਨ ਮੇਅਰ ਦੇ ਨਾਲ ਮਿਲ ਕੇ ਇਮੋਸ਼ਨਲ ਇੰਟੈਲੀਜੈਂਸ ਦੀ ਗੱਲ ਕੀਤੀ ਸੀ। 4 ਬ੍ਰਾਂਚੇਸ ਦਿੱਤੀਆਂ ਸੀ ਜੀ, ਪਰਸੀਵਿੰਗ ਇਮੋਸ਼ਨ, ਯੂਜਿੰਗ ਇਮੋਸ਼ਨ, ਅੰਡਰਸਟੈਂਡਿੰਗ ਇਮੋਸ਼ਨ ਐਂਡ ਮੈਨੇਜਿੰਗ ਇਮੋਸ਼ਨ। ਅਤੇ ਇਹਦੇ ਵਿੱਚ ਕੰਟਰੋਲਿੰਗ ਇਮੋਸ਼ਨ ਹੈ ਜਿਹੜਾ ਉਹ ਪੀਟਰ ਸੈਲਵੋ ਅਤੇ ਜੌਨ ਮੇਅਰ ਨੇ ਇਸ ਦੀ ਗੱਲ ਨਹੀਂ ਕੀਤੀ। ਅੱਗੇ ਗੱਲ ਕਰਦੇ ਹਾਂ ਜੀ, CCE ਕੰਟੀਨਿਊਸ ਐਂਡ ਕੰਪਰੀਹੈਂਸਿਵ ਇਵੈਲੂਏਸ਼ਨ ਦੀ ਗੱਲ ਕਦੋਂ ਕੀਤੀ ਗਈ? ਤਾਂ ਪਹਿਲੀ ਵਾਰ RTE ਐਕਟ 2009 ਦੇ ਵਿੱਚ ਆਉਂਦਾ ਅਤੇ 2009 ਦੇ ਵਿੱਚ ਹੀ CCE ਦੀ ਗੱਲ ਕੀਤੀ ਜਾਂਦੀ ਹੈ। ਬਾਅਦ ਦੇ ਵਿੱਚ CBSE ਨੇ 2017 ਦੇ ਵਿੱਚ ਇਸ ਨੂੰ ਡਿਸਕੰਟੀਨਿਊ ਕਰਤਾ ਸੀਗਾ। ਕੌਨਫਲਿਕਟ ਥਿਊਰੀ ਕਿਹਨੇ ਦਿੱਤੀ ਹੈ ਜੀ? ਤਾਂ ਕੌਨਫਲਿਕਟ ਥਿਊਰੀ ਹੈ ਜਿਹੜੀ ਇਹ ਐਮਿਲੀ ਡਰਕਮ ਦੀ ਅਸੀਂ ਲਾਸਟ ਦੇ ਵਿੱਚ ਗੱਲ ਕਰ ਚੁੱਕੇ ਹਾਂ, ਜਿਹੜੀ ਲਾਸਟ ਲੈਕਚਰ ਸਾਡਾ ਸੁਣਿਆ ਹੋਵੇ, ਜਿਹਦੇ ਵਿੱਚ ਅਸੀਂ ਨੇ ਦੂਸਰਾ ਪੇਪਰ ਹੈ ਜਿਹੜਾ ਉਹ ਐਕਸਪਲੇਨ ਕੀਤਾ ਸੀਗਾ PSTET 2। ਕਾਰਲ ਮਾਰਕਸ ਇੱਕ ਵੱਡਾ ਨਾਮ ਹੈ ਜੀ, ਕਾਰਲ ਮਾਰਕਸ ਜਿਨ੍ਹਾਂ ਨੇ ਕਮਿਊਨਿਜ਼ਮ ਦੀ ਥਿਊਰੀ ਦਿੱਤੀ ਹੈ, ਜਿਨ੍ਹਾਂ ਨੇ ਸੋਸ਼ਲਿਜ਼ਮ ਦੀ ਗੱਲ ਕੀਤੀ ਹੈ। ਮੈਕਸ ਵੈਬਰ ਜਿਨ੍ਹਾਂ ਨੇ ਬਿਊਰੋਕਰੇਸੀ ਦੀ ਬਿਊਰੋਕਰੈਟਿਕ ਥਿਊਰੀ ਦਿੱਤੀ ਹੈ ਜੀ। ਰੋਬਰਟ ਸਟੋਇਲ, ਇਹਦਾ ਸੰਬੰਧ ਸਾਡੇ ਨਾਲ ਨਹੀਂ ਹੈਗਾ। ਤਾਂ ਥੋੜ੍ਹੀ ਜਿਹੀ ਗੱਲ ਕਾਰਲ ਮਾਰਕਸ ਦੀ ਕਰ ਲਈ ਜੀ। ਕਾਰਲ ਮਾਰਕਸ ਦੀ ਜਿਹੜੀ ਇਹ ਥਿਊਰੀ ਸੀਗੀ ਕੌਨਫਲਿਕਟ ਥਿਊਰੀ, ਇਹ ਬੇਸਿਕਲੀ ਕੀ ਹੈ, ਇੱਕ ਸੋਸ਼ੀਓਲੋਜੀਕਲ ਪਰਸਪੈਕਟਿਵ ਹੈਗਾ, ਤੁਹਾਡੀ ਧਾਰਨਾ ਹੈਗੀ ਹੈ ਨਾ, ਜਿਹਦੇ ਵਿੱਚ ਦੱਸਿਆ ਗਿਆ ਰੋਲ ਆਫ ਪਾਵਰ ਦੀ ਗੱਲ ਕੀਤੀ ਗਈ ਹੈ ਕਿ ਸ਼ਕਤੀ ਕੀ ਚੀਜ਼ ਹੁੰਦੀ ਹੈ ਨਾ, ਇੱਕ ਸਟੇਟ ਹੈ ਜਿਹੜੀ ਜਾਂ ਗੌਰਮੈਂਟ ਹੈ ਉਹ ਕਿਵੇਂ ਪਾਵਰਫੁਲ ਹੋ ਸਕਦੀ ਹੈ ਅਤੇ ਕਿਵੇਂ ਤੁਹਾਡੇ ਰਾਈਟਸ ਨੇ ਜਿਹੜੇ ਉਹਨਾਂ ਨੂੰ ਉਹ ਕੁਚਲ ਸਕਦੀ ਹੈ। ਸੋਸ਼ਲ ਇਨਇਕੁਐਲਿਟੀ ਦੀ ਗੱਲ ਕੀਤੀ ਹੈ, ਸਮਾਜਿਕ ਨਾ ਬਰਾਬਰੀ ਦੀ ਗੱਲ ਕੀਤੀ ਹੈ ਜੀ। ਤਾਂ ਉਸ ਤੋਂ ਬਾਅਦ ਇਹਨਾਂ ਨੇ ਸੁਸਾਇਟੀ ਦੇ ਵਿੱਚ ਕੌਨਫਲਿਕਟ ਦੀ ਗੱਲ ਕੀਤੀ ਹੈ। ਕਾਰਲ ਮਾਰਕਸ ਜਰਮਨ ਫਿਲੋਸਫਰ ਸੀਗੇ, 1818 ਦੇ ਵਿੱਚ ਬਰਥ ਹੁੰਦਾ ਅਤੇ 1881 ਦੇ ਵਿੱਚ ਇਹਨਾਂ ਦੀ ਡੈਥ ਹੁੰਦੀ ਹੈ। ਦੁਨੀਆ ਦੇ ਵਿੱਚ ਸਭ ਤੋਂ ਜਿਹੜੀ ਇੱਕ ਵੱਧ ਵਿਕਣ ਵਾਲੀ ਕਿਤਾਬ ਅਤੇ ਜਿਹਨੂੰ ਮਜ਼ਦੂਰਾਂ ਦੀ ਬਾਈਬਲ ਕਿਹਾ ਜਾਂਦਾ, ਕਮਿਊਨਿਸਟ ਮੈਨੀਫੈਸਟੋ 1848 ਦੇ ਵਿੱਚ ਛੋਟੀ ਜਿਹੀ ਕਿਤਾਬ ਲਿਖੀ ਸੀ ਅਤੇ ਪਤਾ ਨਹੀਂ ਕਿੰਨੇ ਕੁ ਵਰ੍ਹੇ ਹੋ ਗਏ ਸਾਰਿਆਂ ਨੂੰ ਸਮਝਦਿਆਂ ਨੂੰ, ਹਾਲੇ ਤੱਕ ਵੀ ਉਹ ਸਮਝ ਨਹੀਂ ਆਈ ਬਹੁਤੇ ਲੋਕਾਂ ਦੇ, ਮੇਰੇ ਵਰਗਿਆਂ ਦੇ ਕਹਿ ਸਕਦੇ ਹਨ। ਪਰ ਜਿਹੜੇ ਲੋਕ ਇਸ ਉਹਦੇ ਨਾਲ ਜੁੜੇ, ਵਿਚਾਰਧਾਰਾ ਦੇ ਨਾਲ ਜੁੜੇ ਹੋਏ ਨੇ, ਤਾਂ ਉਹਨੂੰ ਮਜ਼ਦੂਰਾਂ ਦੀ ਬਾਈਬਲ ਕਹਿੰਦੇ ਨੇ ਕਿ ਜੇਕਰ ਸਮਾਜ ਦੇ ਵਿੱਚ ਅਸੀਂ ਬਰਾਬਰਤਾ ਲੈ ਕੇ ਆਉਣੀ ਹੈ ਤਾਂ ਸਾਨੂੰ ਕਮਿਊਨਿਸਟ ਮੈਨੀਫੈਸਟੋ ਆ ਜਿਹੜਾ ਉਹਨੂੰ ਘਰ ਘਰ ਤੱਕ ਹਰ ਇੱਕ ਜਿਹੜੇ ਕਾਮੇ ਨੇ, ਕਿਰਤੀ ਨੇ, ਉਹਨਾਂ ਤੱਕ ਪਹੁੰਚਾਉਣਾ ਪਏਗਾ, ਤਾਂ ਹੀ ਅਸੀਂ ਕਿਤੇ ਜਾ ਕੇ ਜਿਹੜੀਆਂ ਅੱਜ ਕੱਲ੍ਹ ਪੂੰਜੀਵਾਦੀ ਸਰਕਾਰਾਂ ਨੇ ਉਹਨਾਂ ਨਾਲ ਮੱਥਾ ਲਾ ਸਕਦੇ ਹਾਂ। ਦੂਜੀ ਵੱਡੀ ਗੱਲ ਜੀ, ਮਾਰਕਸ ਨੇ ਜਿਹੜੀ ਹਿਸਟਰੀ ਸੀ ਟੋਟਲੀ ਚੇਂਜ ਕਰਕੇ ਰੱਖਤੀ। ਕਾਰਲ ਮਾਰਕਸ ਨੇ ਹਿਸਟਰੀ ਚੇਂਜ ਕੀਤੀ। ਤਾਂ ਸਾਨੂੰ ਪੜ੍ਹਾਇਆ ਜਾਂਦਾ ਸੀਗਾ ਕਿ ਉਹ ਰਾਜੇ ਰਾਣੇ ਹੁੰਦੇ ਨੇ, ਇੰਨੀਆਂ ਧਰਮਾਂ ਜਾਤਾਂ ਦੇ ਲੋਕ ਰਹਿੰਦੇ ਨੇ। ਤਾਂ ਮਾਰਕਸ ਕਹਿੰਦਾ ਦੁਨੀਆ ਦੇ ਵਿੱਚ ਸ਼ੁਰੂ ਤੋਂ ਹੀ ਹਮੇਸ਼ਾ 2 ਤਰ੍ਹਾਂ ਦੇ ਲੋਕ ਰਹੇ ਨੇ ਜੀ, ਅਤੇ ਲੋਕਾਂ ਨੂੰ ਕੀ ਕਹਿੰਦਾ ਕਿ ਇਹ ਹਮੇਸ਼ਾ ਜਮਾਤੀ ਸੰਘਰਸ਼ ਰਿਹਾ, ਜਮਾਤਾਂ ਸਾਡੇ ਲੋਕਾਂ ਦੇ ਵਿੱਚ। ਤਾਂ ਬੇਸਿਕਲੀ ਸਾਡੇ ਕੋਲ ਇੱਕ ਅੱਪਰ ਕਲਾਸ ਹੈ ਜੀ, ਇੱਕ ਲੋਅਰ ਕਲਾਸ ਹੈ, ਜਾਂ ਅਸੀਂ ਸਿੰਪਲ ਕਹਿ ਸਕਦੇ ਹਾਂ ਕਿ ਇੱਕ ਉਹ ਕਲਾਸ ਹੈ ਜਿਹੜੀ ਲੁੱਟ ਰਹੀ ਹੈ, ਇੱਕ ਉਹ ਕਲਾਸ ਹੈ ਜਿਹੜੀ ਲੁੱਟੀ ਜਾ ਰਹੀ ਹੈ, ਇੱਕ ਉਹ ਕਲਾਸ ਕਹਿ ਸਕਦੇ ਹਾਂ ਜਿਹੜੀ ਜ਼ੁਲਮ ਕਰਦੀ ਹੈ, ਇੱਕ ਜਿਹੜੇ ਲੋਕਾਂ 'ਤੇ ਜ਼ੁਲਮ ਹੋ ਰਿਹਾ। ਜਾਂ ਸਿੰਪਲੀ ਅਸੀਂ ਜੇ ਅੱਜ ਦੇ ਜ਼ਮਾਨੇ ਨਾਲ ਸਮਝਣਾ ਹੋਵੇ ਤਾਂ ਸੁਸਾਇਟੀ ਦੇ ਵਿੱਚ ਇੱਕ ਅਮੀਰ ਲੋਕ ਨੇ ਜੀ ਅਤੇ ਇੱਕ ਗਰੀਬ ਲੋਕ ਨੇ। ਅਮੀਰ ਲੋਕਾਂ ਵਾਸਤੇ ਮਾਰਕਸ ਨੇ ਜਿਹੜਾ ਸ਼ਬਦ ਵਰਤਿਆ ਜੀ ਉਹ ਹੈਗਾ ਬੁਰਜੁਆਜੀ, ਅਤੇ ਗਰੀਬਾਂ ਵਾਸਤੇ ਜਿਹੜਾ ਸ਼ਬਦ ਵਰਤਿਆ ਉਹ ਹੈਗਾ ਜੀ ਪ੍ਰੋਲੇਤਾਰੀ।
ਤੁਸੀਂ ਜੇਕਰ ਪਾਸ਼ ਦੀਆਂ ਕਵਿਤਾਵਾਂ ਪੜ੍ਹੀਆਂ ਹੋਣ ਜਾਂ ਫਿਰੋਜ਼ ਅਮਰਤ ਦੀਆਂ ਕਵਿਤਾਵਾਂ ਪੜ੍ਹੀਆਂ ਹੋਣ ਤਾਂ ਉਹਦੇ ਵਿੱਚ ਤੁਹਾਨੂੰ ਇਹ ਸ਼ਬਦ ਨੇ ਜਿਹੜੇ ਬੁਰਜੁਆਜੀ ਤੇ ਪ੍ਰੋਲੇਤਾਰੀ, ਜਾਂ ਜੇਕਰ ਤੁਸੀਂ ਕਦੇ ਕਿਸੇ ਕਮਿਊਨਿਸਟ ਬੰਦੇ ਨਾਲ ਗੱਲ ਕੀਤੀ ਹੋਵੇ ਹੈ ਨਾ, ਜਿਹੜੇ ਮਾਰਕਸ ਨੂੰ ਫੋਲੋ ਕਰਦੇ ਨੇ, ਤਾਂ ਇਹ ਸ਼ਬਦ ਤੁਹਾਨੂੰ ਆਮ ਸੁਣਨ ਨੂੰ ਮਿਲ ਜਾਣਗੇ। ਬੁਰਜੁਆਜੀ ਅਮੀਰਾਂ ਲਈ ਵਰਤਿਆ ਗਿਆ ਤੇ ਪ੍ਰੋਲੇਤਾਰੀ ਗਰੀਬਾਂ ਦੇ ਲਈ ਵਰਤਿਆ ਗਿਆ। ਤਾਂ ਮਾਰਕਸ ਕੀ ਕਹਿੰਦਾ, ਜਿਹੜੇ ਬੁਰਜੁਆਜੀ ਨੇ ਉਹ ਐਕਸਪਲੋਡ ਕਿਹਨੂੰ ਕਰਦੇ ਨੇ ਜੀ, ਐਕਸਪਲੋਇਟ ਕਰਦੇ ਨੇ ਉਹ ਪ੍ਰੋਲੇਤਾਰੀਅਨ ਅਮੀਰ ਜਾਣੀ ਕਿ ਗਰੀਬਾਂ ਨੂੰ ਕਰਦੇ ਨੇ, ਉਹਨਾਂ ਦੀ ਤਨਖਾਹ ਦੇ ਘੱਟ ਮੁੱਲ ਦੇ ਕੇ ਕਰਦੇ ਨੇ। ਤਾਂ ਅਸੀਂ ਦੇਖ ਸਕਦੇ ਹਾਂ ਸਾਡੀ ਸੁਸਾਇਟੀ ਦੇ ਵਿੱਚ ਹੀ ਅਸੀਂ ਦੇਖ ਸਕਦੇ ਹਾਂ ਕਿ ਇੱਕ ਸਾਡੇ ਬਹੁਤ ਪੂੰਜੀਪਤੀ ਲੋਕ ਵੀ ਬੈਠੇ ਨੇ ਜਿਹੜੇ ਵਿਹਲੇ ਬੈਠੇ ਖਾ ਰਹੇ ਨੇ, ਅਤੇ ਨੀਚੇ ਜਿਹੜੇ ਕੰਮ ਹੈ ਉਹਨਾਂ ਵਾਸਤੇ ਕੰਮ ਕਰ ਰਹੇ ਨੇ। ਹੋ ਸਕਦਾ ਉਹਨਾਂ ਨੂੰ ਆਪਣੇ ਪਰਿਵਾਰ ਦੇ ਲਈ ਜਿਹੜੀ ਜ਼ਰੂਰੀ ਸਾਧਨ ਹੈਗੇ ਨੇ ਉਹ ਵੀ ਨਾ ਜੁੜਦੇ ਹੋਣ, ਹੈ ਨਾ। ਅਤੇ ਇਹਦੀ ਪੂਰੀ ਗੱਲ ਅਸੀਂ ਕਿਸੇ ਹੋਰ ਕਲਾਸ ਦੇ ਵਿੱਚ ਕਰਾਂਗੇ। ਕਾਰਲ ਮਾਰਕਸ ਨੇ ਕਿਹਾ ਸੀਗਾ ਕਿ ਫਿਲੋਸਫਰਸ ਹੈਵ ਓਨਲੀ ਇੰਟਰਪ੍ਰੇਟਡ ਦਾ ਵਰਲਡ ਔਨ ਵੇਰੀਅਸ ਬੇਸ, ਹੈ ਨਾ। ਪਰ ਉਹ ਕਹਿੰਦੇ ਜਿਹੜੇ ਫਿਲੋਸਫਰ ਨੇ ਉਹਨਾਂ ਨੇ ਸਿਰਫ ਵਿਆਖਿਆ ਕੀਤੀ ਹੈ ਸੰਸਾਰ ਦੀ, ਬਟ ਉਹ ਕਹਿੰਦੇ ਮਸਲਾ ਕੀ ਹੈ, ਬਟ ਦਾ ਪੁਆਇੰਟ ਇਜ਼ ਹਾਊ ਐਵਰ ਟੂ ਚੇਂਜ ਇਟ, ਹੈ ਨਾ। ਪਰ ਮਸਲਾ ਕੀ ਹੈ, ਉਹ ਕਹਿੰਦੇ ਮਸਲਾ ਤਾਂ ਸਮਾਜ ਨੂੰ ਬਦਲਣਾ ਕਿ ਬਦਲੂਗਾ ਕਿਵੇਂ। ਤਾਂ ਇਹ ਕਾਰਲ ਮਾਰਕਸ ਨੇ ਗੱਲ ਕੀਤੀ ਸੀ। ਕਦੇ ਫੇਰ ਇਹਦੇ ਨਾਲ ਡਿਟੇਲ 'ਚ ਇਹਨਾਂ ਬਾਰੇ ਗੱਲ ਕਰਾਂਗੇ। ਅਗਲਾ ਕੁਐਸਚਨ ਦੇਖ ਲਈਏ ਜੀ, ਵਿਚ ਆਫ ਦ ਫੋਲੋਇੰਗ ਕਲਾਸਰੂਮ ਇਨਵਾਇਰਮੈਂਟ ਪਲੇਸਿਸ ਨੋ ਡਿਮਾਂਡ ਔਨ ਦ ਸਟੂਡੈਂਟ ਔਨ ਐਨੀ ਸ਼ਾਰਟ ਐਂਡ ਸਟੂਡੈਂਟਸ ਆਰ ਐਕਟਿਵਲੀ ਸਪੋਰਟਡ ਇਨ ਦੇਅਰ ਐਫਰਟ ਟੂ ਸੀਕ ਦੇਅਰ ਓਨ ਐਂਡਸ ਯੂਜ਼ਿੰਗ ਐਨੀ ਰੀਜ਼ਨੇਬਲ ਮੀਨਸ। ਤਾਂ ਇਹਦੇ ਵਿੱਚ ਗੱਲ ਕੀਤੀ ਗਈ ਹੈ ਕਿ ਕਲਾਸਰੂਮ ਦਾ ਇਨਵਾਇਰਮੈਂਟ ਹੈ ਜਿਹਦੇ ਵਿੱਚ ਬੱਚਿਆਂ ਤੋਂ ਕੋਈ ਦੇ ਉੱਪਰ ਕੋਈ ਡਿਮਾਂਡ ਨਹੀਂ ਲਾਈ ਜਾਂਦੀ, ਤਾਂ ਉਹ ਆਪਣਾ ਐਕਟਿਵਲੀ ਜਿਹੜੀ ਵੀ ਚੀਜ਼ ਉਹਨਾਂ ਨੂੰ ਚਾਹੀਦੀ ਹੈ ਕਰਕੇ ਉਹ ਸਿੱਖ ਸਕਦੇ ਨੇ। ਕਿਸ ਤਰ੍ਹਾਂ ਦਾ ਸਟਾਈਲ ਹੈ ਜੀ, ਇਹਨੂੰ ਬੋਲਦੇ ਹਾਂ ਅਸੀਂ ਅਥੋਰਟੀਟੇਟਿਵ ਸਟਾਈਲ, ਯਾਨੀ ਕਿ ਤਾਨਾਸ਼ਾਹੀ ਕਹਿ ਸਕਦੇ ਹਾਂ। ਇੰਡਲਜੈਂਟ ਹੁੰਦਾ ਜਿਹਦੇ ਵਿੱਚ ਬੱਚਿਆਂ ਨੂੰ ਬਿਲਕੁਲ ਹੀ ਫਰੀ ਛੱਡ ਦਿੱਤਾ ਜਾਂਦਾ, ਕਿਸੇ ਤਰ੍ਹਾਂ ਦੀ ਲਿਮਿਟੇਸ਼ਨ ਨਹੀਂ ਲਾਈ ਜਾਂਦੀ। ਤਾਂ ਇਹਦਾ ਜਿਹੜਾ ਰਾਈਟ ਆਨਸਰ ਆਏਗਾ ਜੀ ਪਰਮਿਸਿਵ ਸਟਾਈਲ ਆਏਗਾ। ਤਾਂ ਇਹ ਇੱਕ ਪਰਮਿਸਿਵ ਸਟਾਈਲ ਹੈ ਕਿ ਕੁਛ ਕੁ ਲਿਮਿਟੇਸ਼ਨਾਂ ਦੇ ਵਿੱਚ ਰਹਿ ਕੇ ਬਟ ਬੱਚੇ ਨੇ ਜਿਹੜੇ ਉਹ ਆਪਣੀ ਮਰਜ਼ੀ ਦੇ ਨਾਲ ਸਿੱਖ ਸਕਦੇ ਨੇ। ਡੈਮੋਕ੍ਰੇਟਿਕ ਸਟਾਈਲ ਹੈ ਜਿਹੜਾ, ਇਹ ਇੱਕ ਲੋਕਤੰਤਰੀ ਵਿਧੀ ਹੈ ਕਲਾਸਰੂਮ ਦੀ। ਅਗਲਾ ਕੁਐਸਚਨ ਹੈਗਾ ਜੀ, ਵਿਚ ਆਫ ਦ ਫੋਲੋਇੰਗ ਰੀਪ੍ਰਜੈਂਟ ਦ 4 ਕਲਸਟਰ ਆਫ ਇਮੋਸ਼ਨਲ ਇੰਟੈਲੀਜੈਂਸ ਗਿਵਨ ਬਾਏ ਗੋਲਮੈਨ। ਗੋਲਮੈਨ ਦੇ ਇਮੋਸ਼ਨਲ ਇੰਟੈਲੀਜੈਂਸ ਦੇ 4 ਕਲਸਟਰ ਦੇਖ ਲੈਂਦੇ ਕਿਹੜੇ ਕਿਹੜੇ ਨੇ ਜੀ। ਸੈਲਫ ਅਵੇਅਰਨੈਸ, ਪਹਿਲਾਂ ਉਹ ਕਹਿੰਦੇ ਨੇ ਬੰਦੇ ਨੂੰ ਆਪਦੇ ਆਪ ਬਾਰੇ ਅਵੇਅਰ ਹੋਣਾ ਚਾਹੀਦਾ, ਫਿਰ ਸੁਸਾਇਟੀ ਵਾਸਤੇ ਅਵੇਅਰ ਹੋਣਾ ਚਾਹੀਦਾ, ਸੋਸ਼ਲ ਅਵੇਅਰਨੈਸ ਹੋਣੀ ਚਾਹੀਦੀ ਹੈ, ਫਿਰ ਬੰਦੇ ਨੂੰ ਸੈਲਫ ਮੈਨੇਜਮੈਂਟ ਕਰਨੀ ਆਉਣੀ ਚਾਹੀਦੀ ਹੈ ਜੀ। ਸੈਲਫ ਮੈਨੇਜਮੈਂਟ ਕਰਨ ਤੋਂ ਬਾਅਦ ਬੰਦੇ ਨੂੰ ਰਿਲੇਸ਼ਨਸ਼ਿਪ ਮੈਨੇਜ ਕਰਨੇ ਚਾਹੀਦੇ ਨੇ ਸੁਸਾਇਟੀ ਦੇ ਨਾਲ ਜਾਂ ਬਿਲਡ ਕਰਨੇ ਚਾਹੀਦੇ ਨੇ। ਤਾਂ ਉਹਨਾਂ ਨੇ ਗੱਲ ਕੀਤੀ ਹੈ ਸੈਲਫ ਅਵੇਅਰਨੈਸ, ਸੋਸ਼ਲ ਅਵੇਅਰਨੈਸ, ਸੈਲਫ ਮੈਨੇਜਮੈਂਟ ਐਂਡ ਰਿਲੇਸ਼ਨਸ਼ਿਪ ਮੈਨੇਜਮੈਂਟ ਦੀ। ਤਾਂ ਇਹ ਗੱਲ ਕੀਤੀ ਹੈ ਜੀ ਗੋਲਮੈਨ ਨੇ ਇਮੋਸ਼ਨਲ ਇੰਟੈਲੀਜੈਂਸ ਦੇ ਅੰਡਰ। ਅਗਲਾ ਕੁਐਸਚਨ ਦੇਖ ਲਈ ਜੀ, ਸਬਜੈਕਟਿਵ ਅਸੈਸਮੈਂਟ ਕਿਹੜੀ ਹੈ। ਆਬਜੈਕਟਿਵ ਟਾਈਪ ਕੁਇਜ਼ ਨਹੀਂ ਹੈਗੀ, ਮਲਟੀਪਲ ਟਾਈਪ ਕੁਐਸਚਨ ਨਹੀਂ ਹੈਗੇ। ਰਾਈਟ ਆਨਸਰ ਹੈਗਾ ਜੀ ਰੇਟਿੰਗ ਸਕੇਲ। ਅਗਲਾ ਕੁਐਸਚਨ ਹੈਗਾ ਜੀ, ਚਾਈਲਡ ਸੈਂਟਰਡ ਅਪਰੋਚ ਕਿਹੜੀ ਹੈਗੀ ਹੈ ਕਨਸੈਪਟ। ਇਹਦਾ ਰਾਈਟ ਆਨਸਰ ਹੋਏਗਾ ਇਨਕੁਆਇਰੀ ਬੇਸਡ ਲਰਨਿੰਗ। ਜੇਰਮ ਬਰੂਨਰ ਨੇ ਦਿੱਤੀ ਸੀ, ਜਿਹਨੂੰ ਡਿਸਕਵਰੀ ਲਰਨਿੰਗ ਵੀ ਕਹਿ ਦਿੱਤਾ ਜਾਂਦਾ ਹੈ। ADHD ਦੀ ਫੁੱਲ ਫਾਰਮ ਕੀ ਹੈ ਜੀ, ਅਟੈਂਸ਼ਨ ਡੈਫੀਸ਼ੀਟ ਹਾਈਪਰ ਐਕਟੀਵਿਟੀ ਡਿਸਆਰਡਰ। ADHD ਦੀ ਫੁੱਲ ਫਾਰਮ ਹੈ ਜੀ। ਡੈਸ਼ ਆਰ ਦਾ ਪ੍ਰੋਬਲਮ ਇਨ ਪ੍ਰੋਨਾਊਂਸਿੰਗ ਸਾਊਂਡਸ ਕਰੈਕਟਲੀ। ਜੇਕਰ ਬੱਚਾ ਜਿਹੜਾ ਉਹ ਸ਼ਬਦਾਂ ਨੂੰ ਸਹੀ ਤਰੀਕੇ ਨਾਲ ਬੋਲ ਨਹੀਂ ਪਾਉਂਦਾ ਉਹਨੂੰ ਅਸੀਂ ਕੀ ਕਹਿੰਦੇ ਹਾਂ। ਇਹਦਾ ਰਾਈਟ ਆਨਸਰ ਹੈਗਾ ਜੀ ਆਰਟੀਕੂਲੇਸ਼ਨ ਡਿਸਆਰਡਰ। ਆਰਟੀਕੂਲੇਸ਼ਨ ਡਿਸਆਰਡਰ ਨੇ ਜਿਹੜੇ ਇਹ ਪ੍ਰੋਬਲਮਸ ਹੁੰਦੇ ਨੇ ਜਦੋਂ ਬੱਚੇ ਨੂੰ ਸਾਊਂਡ ਪ੍ਰੋਡਿਊਸ ਕਰਨ ਦੇ ਵਿੱਚ ਸਹੀ ਤਰੀਕੇ ਦੇ ਨਾਲ, ਹੈ ਨਾ। ਤਾਂ ਇਹ ਸਬਸਟੀਟਿਊਟਿੰਗ ਵਨ ਸਾਊਂਡ ਹੋ ਸਕਦਾ ਕਿਸੇ ਅਨਦਰ ਵਰਡ ਦੇ ਲਈ, ਜਾਂ ਲੀਵਿੰਗ ਆਊਟ ਔਰ ਡਿਸਟੋਰਟਿੰਗ ਸਾਊਂਡ ਹੋ ਸਕਦੇ ਨੇ, ਐਡਿੰਗ ਐਕਸਟਰਾ ਸਾਊਂਡ ਟੂ ਵਰਡਸ ਹੋ ਸਕਦਾ, ਹੈ ਨਾ। ਤਾਂ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਠੀਕ ਕਰਨ ਦੇ ਲਈ ਚੀਜ਼ ਦਿੱਤੀ ਜਾਂਦੀ ਉਹਨੂੰ ਬੋਲਦੇ ਹਾਂ ਅਸੀਂ ਸਪੀਚ ਥੈਰੇਪੀ। ਤਾਂ ਇਹਨੂੰ ਅਸੀਂ ਬੋਲਦੇ ਹਾਂ ਜੀ ਆਰਟੀਕੂਲੇਸ਼ਨ ਡਿਸਆਰਡਰ ਕਹਿੰਦੇ ਜਦੋਂ ਬੱਚਾ ਸਹੀ ਤਰੀਕੇ ਨਾਲ ਬੋਲ ਨਹੀਂ ਪਾਉਂਦਾ। ਅਗਲਾ ਕੁਐਸਚਨ ਦੇਖ ਲਿਆ ਜੀ, ਟੀਚਰ ਇਜ਼ ਯੂਜ਼ਿੰਗ ਐਨ ਅਲਟਰਨੇਟਿਵ ਕੰਪਿਊਟਰ ਕੀਬੋਰਡ। ਬੱਚਾ ਜਿਹੜਾ ਇੱਕ ਟੀਚਰ ਹੈ ਉਹ ਅਲਟਰਨੇਟਿਵ ਕੀਬੋਰਡ ਯੂਜ਼ ਕਰ ਰਿਹਾ ਹੈ ਕਾਹਦੇ ਵਾਸਤੇ, ਇੱਕ ਬੱਚੇ ਨੂੰ ਸਿਖਾਉਣਾ ਹੈ ਜਿਹੜਾ ਕੀ ਤੋਂ ਸਫ਼ਰ ਕਰ ਰਿਹਾ ਜੀ, ਸੈਰੀਬਲ ਪੈਲਸੀ ਤੋਂ ਸਫ਼ਰ ਕਰ ਰਿਹਾ। ਤਾਂ ਇਹ ਕਿਸ ਤਰ੍ਹਾਂ ਦੀ ਟੈਕਨੋਲੋਜੀ ਯੂਜ਼ ਕਰ ਰਿਹਾ ਹੈ, ਇਹਦਾ ਰਾਈਟ ਆਨਸਰ ਹੈਗਾ ਜੀ ਅਸਿਸਟਿਵ ਟੈਕਨੋਲੋਜੀ। ਨੈਕਸਟ ਕੁਐਸਚਨ ਦੇਖ ਲਈਏ, ਇਨਕਲੂਜ਼ਨ ਦਾ ਮਤਲਬ ਕੀ ਹੈ। ਇਨਕਲੂਜ਼ਨ ਦੀ ਗੱਲ ਆਪਾਂ ਬਹੁਤ ਵਾਰ ਕਰ ਚੁੱਕੇ ਹਾਂ, ਜਿੱਥੇ ਸਾਰੇ ਤਰ੍ਹਾਂ ਦੇ ਬੱਚਿਆਂ ਨੂੰ ਇੱਕੋ ਕਲਾਸਰੂਮ ਦੇ ਵਿੱਚ ਸਿਖਾਇਆ ਜਾਂਦਾ, ਚਾਹੇ ਉਹ ਨੋਰਮਲ ਹੋਣ ਚਾਹੇ ਐਬਨੋਰਮਲ ਹੋਣ। ਜਦੋਂ ਸਪੈਸ਼ਲ ਲੋੜਾਂ ਵਾਲੇ ਬੱਚਿਆਂ ਨੂੰ ਨੋਰਮਲ ਸਟੂਡੈਂਟਸ ਦੇ ਨਾਲ ਸਾਰਾ ਟਾਈਮ ਸਪੈਂਡ ਕਰਨ ਲਈ ਦਿੱਤਾ ਜਾਂਦਾ, ਇਹਨੂੰ ਅਸੀਂ ਕੀ ਬੋਲਾਂਗੇ ਜੀ ਇਨਕਲੂਜ਼ਨ ਐਜੂਕੇਸ਼ਨ। ਅੱਗੇ ਆ ਗਿਆ ਜੀ, ਮੋਸਟ ਕਾਮਨਲੀ ਆਈਡੈਂਟੀਫਾਈਡ ਫਾਰਮ ਆਫ ਇੰਟਲੈਕਚੁਅਲ ਡਿਸੇਬਿਲਿਟੀ। ਇੰਟਲੈਕਚੁਅਲ ਡਿਸੇਬਿਲਿਟੀ ਕਿਹੜੀ ਹੈ, ਜਿਹੜੀ ਜੈਨੇਟਿਕਲੀ ਟਰਾਂਸਮਿਟ ਹੋ ਜਾਂਦੀ ਹੈ। ਜੈਨੇਟਿਕ ਸਿੰਡਰਮ ਹੈ ਜੀ, ਡਾਊਨ ਸਿੰਡਰਮ ਹੈ, ਬਰਥ ਸਿੰਡਰਮ ਹੈ, ਅਤੇ ਜਾਂ ਫਿਰ ਹੈਗਾ ਸਾਡਾ ਇੰਟਲੈਕਟ ਡਿਸਆਰਡਰ। ਦਾ ਰਾਈਟ ਆਨਸਰ ਹੈਗਾ ਜੀ
ਡਾਊਨ ਸਿੰਡਰਮ ਦੇ ਵਿੱਚ ਐਕਚੁਅਲ ਦੇ ਵਿੱਚ ਹੁੰਦਾ ਕੀ ਹੈ ਜੀ, ਸਾਡੇ ਜਿਹੜੇ ਜੀਨਸ ਹੁੰਦੇ ਨੇ, ਟੋਟਲ ਸਾਡੇ ਕੋਲ 23 ਕ੍ਰੋਮੋਸੋਮਸ ਹੁੰਦੇ ਨੇ, 23 ਜੋੜੇ ਹੁੰਦੇ ਨੇ ਸਾਡੇ ਨਿਊਕਲੀਅਸ ਦੇ ਵਿੱਚ। ਤਾਂ 23 ਦੂਣਾ ਜਾਣੀ ਕਿ 46 ਕ੍ਰੋਮੋਸੋਮਸ ਟੋਟਲ ਹੁੰਦੇ ਨੇ। ਤਾਂ 46 ਦੇ ਵਿੱਚੋਂ ਜਿਹੜੇ ਪਹਿਲੇ 22 ਪੇਅਰਸ ਨੇ ਜੀ, ਉਹ ਸਾਡੇ ਹੁੰਦੇ ਨੇ ਆਟੋਸੋਮ, ਤੇ ਜਿਹੜਾ 23ਵਾਂ ਪੇਅਰ ਹੁੰਦਾ ਉਹ ਸੈਕਸ ਕ੍ਰੋਮੋਸੋਮ ਦਾ ਹੁੰਦਾ ਜੀ। ਤਾਂ ਜਿਹੜਾ ਡਾਊਨ ਸਿੰਡਰਮ ਇਹਦੇ ਵਿੱਚ ਐਕਚੁਅਲ ਦੇ ਵਿੱਚ ਹੁੰਦਾ ਕੀ ਹੈ, ਜਿਹੜਾ 21ਵਾਂ ਕ੍ਰੋਮੋਸੋਮ ਸੀ ਸਾਡਾ, ਜਿਹਦੇ 2 ਪੇਅਰ ਹੋਣੇ ਚਾਹੀਦੇ ਸੀ, ਬਾਏ ਚਾਂਸ ਉਹਦੇ ਕੀ ਹੋ ਜਾਂਦੇ ਨੇ ਜੀ, 3 ਪੇਅਰ, ਜਾਂ ਕਿਸੇ ਜੈਨੇਟਿਕ ਬਿਮਾਰੀ ਦੇ ਕਾਰਨ 3 ਪੇਅਰ ਹੋ ਜਾਂਦੇ ਨੇ। ਇਹ ਹੋਣ ਦੇ ਕਾਰਨ ਸਾਨੂੰ ਇੱਕ ਐਲਜ਼ਾਈਮਰ ਡਿਸੀਜ਼ ਹੈ ਜਿਹੜੀ ਇਹ ਹੋ ਸਕਦੀ ਹੈ। ਇਹਦੇ ਕਾਰਨ ਸਾਡਾ IQ ਹੈ ਜਿਹੜਾ ਉਹ 50% ਤੱਕ ਡਾਊਨ ਹੋ ਸਕਦਾ ਹੈ। ਇਹਦੇ ਕਰਕੇ ਜੀ ਸਾਨੂੰ ਐਪੀਕੈਥਿਕ ਜਿਹੜੀ ਫੋਲਡਸ ਇਹ ਆ ਸਕਦੇ ਨੇ ਅੱਖਾਂ ਦੇ ਉੱਪਰ, ਬਰਸ਼ ਫੀਲਡ ਸਪੋਟ ਹੋ ਸਕਦੇ ਨੇ ਸਾਡੇ ਇਰਿਸ ਦੇ ਉੱਪਰ, ਪ੍ਰੋਟਰੂਡਿੰਗ ਜਿਹੜੀ ਟੰਗ ਹੈ ਸਾਡੀ ਉਹ ਹੋ ਸਕਦੀ ਹੈ, ਇੱਥੇ ਗੈਪ ਹੋ ਸਕਦਾ, ਇੱਥੇ ਗੈਪ ਹੋ ਸਕਦਾ। ਸਾਡੇ ਤਾਂ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਹੜੀਆਂ ਡਾਊਨ ਸਿੰਡਰੋਮ ਦੇ ਕਰਕੇ ਹੋ ਸਕਦੇ ਨੇ, ਜਿਹੜਾ ਕਿ ਇੱਕ ਜੈਨੇਟਿਕ ਡਿਸਆਰਡਰ ਹੈਗਾ। ਅਤੇ ਇਹ ਹੈਗਾ ਵੀ ਕਿ ਇਹ ਵੀ ਯਾਦ ਰੱਖਿਓ ਇੰਟਲੈਕਚੁਅਲ ਡਿਸਏਬਿਲਿਟੀ ਹੈਗੀ ਹੈ ਜੀ, ਕਿਉਂਕਿ ਇਹਦੇ ਵਿੱਚ ਅਲਜ਼ਾਈਮਰ ਡਿਸੀਜ਼ ਹੈ ਜਿਹੜੀ ਸਾਨੂੰ ਹੋ ਜਾਂਦੀ ਹੈ। ਸਾਡੇ ਜਿਹੜੇ ਇੱਕ ਤਰ੍ਹਾਂ ਦੇ ਸੈੱਲ ਨੇ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ। ਨੈਕਸਟ ਕੁਐਸਚਨ ਦੇਖ ਲਿਓ ਜੀ, ਡੈਸ਼ ਰੈਫਰਸ ਟੂ ਬਰੋਡ ਰੇਂਜ ਆਫ ਆਟੋਜ਼ਿਮ ਡਿਸਆਰਡਰ। ਆਟੋਜ਼ਿਮ ਦੇ ਨਾਲ ਇੱਕੋ ਹੀ ਵਰਡ ਯੂਜ਼ ਹੁੰਦਾ ਜੀ, ਸਪੈਕਟਰਮ। ਆਟੋਜ਼ਿਮ ਸਪੈਕਟਰਮ ਡਿਸਆਰਡਰ ਇਹਦਾ ਰਾਈਟ ਆਨਸਰ ਹੈ। ਅਗਲੀ ਕੁਐਸਚਨ ਦੇਖ ਲਈ ਅਸੀਂ ਜੀ, ਰੈਸੀਪ੍ਰੋਕਲ ਡਿਟਰਮੀਨੇਸ਼ਨ ਮਾਡਲ ਆਫ ਐਲਬਰਟ ਬੰਦਰਾ ਕੰਸਿਸਟ ਆਫ ਦ ਫੋਲੋਇੰਗ 3 ਫੈਕਟਰਸ। ਐਲਬਰਟ ਬੰਦਰਾ ਜਿਨ੍ਹਾਂ ਨੇ ਮਾਡਲਿੰਗ ਦੀ ਥਿਊਰੀ ਦਿੱਤੀ ਹੈ ਜੀ, ਆਬਜ਼ਰਵੇਸ਼ਨਲ ਲਰਨਿੰਗ ਜਾਂ ਸੋਸ਼ਲ ਲਰਨਿੰਗ ਦੀ ਥਿਊਰੀ ਦਿੱਤੀ ਹੈ, ਜਿਨ੍ਹਾਂ ਨੇ ਆਖਿਆ ਸੀਗਾ ਕਿ ਇੱਕ ਵਿਅਕਤੀ ਜਾਂ ਇੱਕ ਬੱਚਾ ਜਿਹੜਾ ਉਹ ਦੇਖ ਕੇ ਸਿੱਖਦਾ, ਇਮੀਟੇਟ ਕਰਕੇ ਸਿੱਖਦਾ। ਅਤੇ ਇਹਨਾਂ ਨੇ ਜੈਨੇਟਿਕਸ ਦੀ ਗੱਲ ਨਹੀਂ ਕੀਤੀ, ਬਿਹੇਵੀਅਰ, ਪਰਸਨ ਅਤੇ ਇਨਵਾਇਰਮੈਂਟ ਦੀ ਗੱਲ ਕੀਤੀ ਹੈ। ਰਾਈਟ ਆਨਸਰ ਆਊਗਾ ਜੀ ਜੈਨੇਟਿਕ। ਅਗਲਾ ਕੁਐਸਚਨ ਦੇਖ ਲਈਏ ਜੀ, ਡੈਸ਼ ਇਜ਼ ਅ ਕਲਾਸਰੂਮ ਇਨ ਵਿਚ ਸਟੂਡੈਂਟ ਫਰੋਮ ਡਿਫਰੈਂਟ ਕਲਚਰ ਬਰਾਊਂਡ। ਤਾਂ ਕਿਹੜਾ ਕਲਾਸਰੂਮ ਹੈ ਜਿਹਦੇ ਵਿੱਚ ਵੱਖੋ ਵੱਖਰੇ ਸੱਭਿਆਚਾਰ ਦੇ ਬੱਚੇ ਕੋਆਪਰੇਟ ਕਰਦੇ ਨੇ ਬਾਏ ਡੂਇੰਗ ਡਿਫਰੈਂਟ ਪਾਰਟਸ ਕਰਦੇ ਨੇ ਕਿਸੇ ਪ੍ਰੋਜੈਕਟ ਦਾ ਅਲੱਗ-ਅਲੱਗ, ਤਾਂ ਕਿ ਉਹ ਕਿਸੇ ਇੱਕ ਕਾਮਨ ਡਿਜ਼ਾਇਰਡ ਗੋਲ ਹੈ ਜਿਹੜਾ ਉਹਨੂੰ ਅਚੀਵ ਕਰ ਸਕਣ। ਅਤੇ ਇਹਦਾ ਰਾਈਟ ਆਨਸਰ ਹੈਗਾ ਜੀ ਜਿਗਸਾ ਕਲਾਸਰੂਮ ਜਿਹੜਾ ਕੀ ਹੈ, ਇੱਕ ਟੀਚਿੰਗ ਸਟ੍ਰੈਟਜੀ ਹੈ ਜਿਹਦੇ 'ਚ ਬੱਚਿਆਂ ਨੂੰ ਇਕੱਠਿਆਂ ਕੰਮ ਕਰਨਾ ਸਿਖਾਇਆ ਜਾਂਦਾ ਹੈ। ਇਹਦੇ 'ਚ ਹਰ ਇੱਕ ਬੱਚੇ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਆ, ਕੰਮ ਨੂੰ ਭਾਗਾਂ ਦੇ ਵਿੱਚ ਵੰਡ ਲਿਆ ਜਾਂਦਾ। ਹਰੇਕ ਬੱਚਾ ਆਪਾਂ ਨੂੰ ਦਿੱਤਾ ਹੋਇਆ ਕੰਮ ਹੈ ਜਿਹੜਾ ਉਹ ਕਰਦਾ। ਤਾਂ ਜੇਕਰ ਬੱਚੇ ਸਾਰੇ ਆਪਣੀ ਦਿੱਤੀ ਹੋਈ ਜ਼ਿੰਮੇਵਾਰੀ ਪੂਰੀ ਕਰਨਗੇ ਤਾਂ ਉਹ ਇੱਕ ਕਾਮਨ ਗੋਲ ਨੂੰ ਜਿਹੜਾ ਅਚੀਵ ਹੈ ਉਹ ਕਰ ਸਕਦੇ ਨੇ। ਇਹ ਕੀਤਾ ਕਿਉਂ ਜਾਂਦਾ ਹੈ, ਤਾਂ ਕਿ ਕੋਆਪਰੇਸ਼ਨ ਹੈ ਜਿਹੜਾ ਪ੍ਰਮੋਟ ਕੀਤਾ ਜਾ ਸਕੇ, ਪੋਜ਼ੀਟਿਵ ਇੰਟਰਡਿਪੈਂਡੈਂਸ ਪੈਦਾ ਕੀਤੀ ਜਾ ਸਕੇ, ਮਿਊਚੁਅਲ ਰਿਸਪੌਂਸਿਬਿਲਿਟੀ ਦੀ ਭਾਵਨਾ ਜਿਹੜੀ ਉਹ ਪੈਦਾ ਕੀਤੀ ਜਾ ਸਕੇ ਜੀ। ਅਗਲੀ ਗੱਲ ਹੈਗੀ ਹੈ ਐਰਿਕਸਨ ਦੀ ਥਿਊਰੀ ਦੀ। ਐਰਿਕਸਨ ਨੇ ਥਿਊਰੀ ਦਿੱਤੀ ਸੀਗੀ ਜਿਹੜੀ ਉਹ ਡਿਵੈਲਪਮੈਂਟ ਦੀ ਕਿਹਦੇ ਅੰਡਰ ਆਉਂਦੀ ਹੈ, ਜਿਹਦਾ ਰਾਈਟ ਆਨਸਰ ਹੈਗਾ ਸਾਈਕੋ ਐਨਾਲਿਟਿਕ ਥਿਊਰੀ ਦੇ ਅੰਡਰ ਆਉਂਦੀ ਹੈ। ਸਾਈਕੋ ਐਨਾਲਿਟਿਕ ਥਿਊਰੀ ਜਿਹੜੀ ਕਿ ਸਿਗਮੰਡ ਫਰਾਇਡ ਨੇ ਦਿੱਤੀ ਸੀ, ਇਹਦੇ ਫਾਦਰ ਬੋਲਿਆ ਜਾਂਦਾ ਸਾਈਕੋ ਐਨਾਲਿਟਿਕ ਥਿਊਰੀ ਦੇ। ਬੇਸਿਕਲੀ ਜਿਹੜੀ ਐਰਿਕਸਨ ਦੀ ਥਿਊਰੀ ਹੈਗੀ ਹੈ ਜੀ, ਇਹ ਹੈਗੀ ਹੈ ਸਾਈਕੋ ਸੋਸ਼ਲ ਡਿਵੈਲਪਮੈਂਟ ਦੀ ਥਿਊਰੀ। ਇਹਦੇ ਵਿੱਚ ਇਹਨਾਂ ਨੇ ਆਖਿਆ ਕਿ ਹਰ ਇੱਕ ਬੰਦਾ ਜਿਹੜਾ ਉਹ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ 8 ਸਟੇਜਾਂ ਦੇ ਵਿੱਚੋਂ ਲੰਘਦਾ। ਉਹ ਸਟੇਜਾਂ ਹੈਗੀਆਂ ਜੀ, ਟਰਸਟ ਵਰਸਿਸ ਮਿਸਟਰਸਟ, ਆਟੋਨੋਮੀ ਵਰਸਿਸ ਸ਼ੇਮ, ਇਨੀਸ਼ੀਏਟਿਵ ਵਰਸਿਸ ਗਿਲਟ, ਇੰਡਸਟਰੀ ਵਰਸਿਸ ਇਨਫੀਰੀਅਰਿਟੀ, ਆਇਡੈਂਟੀਟੀ ਵਰਸਿਸ ਰੋਲ ਕਨਫਿਊਜ਼ਨ। ਤਾਂ ਇੱਕ ਆਇਡੈਂਟੀਟੀ ਕ੍ਰਾਈਸਿਸ ਟਰਮ ਆਉਂਦੀ ਹੈ ਜਿਹੜੀ ਐਰਿਕਸਨ ਨੇ ਦਿੱਤੀ ਹੈ। ਬੇਸਿਕਲੀ ਉਹਨਾਂ ਨੇ ਇਹ ਸਾਰੇ ਕ੍ਰਾਈਸਿਸ ਦਿੱਤੇ ਨੇ। ਇੰਟੀਮੇਸੀ ਵਰਸਿਸ ਆਈਸੋਲੇਸ਼ਨ, ਜਨਰੇਟਿਵਿਟੀ ਵਰਸਿਸ ਸਟੈਗਨੇਸ਼ਨ, ਇੰਟੀਗ੍ਰਿਟੀ ਵਰਸਿਸ ਡਿਸਪੇਅਰ। ਤਾਂ ਉਹਨਾਂ ਨੇ ਇਹ ਦਿੱਤੇ ਕਿ ਜਾਂ ਤਾਂ ਬੰਦਾ ਇੱਧਰ ਹੋਊਗਾ ਤੇ ਜਾਂ ਫਿਰ ਇੱਧਰ, ਇਹਨਾਂ ਦੋਨਾਂ ਦੇ ਵਿੱਚੋਂ ਇੱਕ ਚੀਜ਼ ਦੇ ਵਿੱਚੋਂ ਬੰਦੇ ਨੂੰ ਹਮੇਸ਼ਾ ਲੰਘਣਾ ਪਊਗਾ। ਇਹ ਉਹਦਾ ਕ੍ਰਾਈਸਿਸ ਹੈ। ਇਹ ਗੱਲ ਕਿਹਨੇ ਕੀਤੀ ਹੈ ਜੀ, ਐਰਿਕਸਨ ਨੇ ਸਾਈਕੋ ਸੋਸ਼ਲ ਡਿਵੈਲਪਮੈਂਟ ਦੇ ਵਿੱਚ ਗੱਲ ਕੀਤੀ ਹੈ। ਬਟ ਇਹ ਥਿਊਰੀ ਜਿਹਦੀ ਆਉਂਦੀ ਹੈ ਕਿਹਦੇ ਅੰਡਰ ਆਉਂਦੀ ਹੈ ਜੀ, ਸਾਈਕੋ ਐਨਾਲਾਈਟਿਕ, ਜਿਹਦੇ ਫਾਦਰ ਹੈਗੇ ਸੀਗੇ ਸਿਗਮੰਡ ਫਰਾਇਡ। ਅਗਲਾ ਕੁਐਸਚਨ ਦੇਖ ਲੈਂਦੇ ਹਾਂ ਜੀ, ਥਰਸਟਨ ਦਾ ਜਿਹੜਾ ਗਰੁੱਪ ਫੈਕਟਰ ਸਟਰਕਚਰ ਹੈਗਾ ਇੰਟੈਲੀਜੈਂਸ ਦਾ, ਉਹਦੇ ਵਿੱਚ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਚੀਜ਼ ਨਹੀਂ ਆਉਂਦੀ, ਨੰਬਰ ਫੈਕਟਰ, ਮੈਮਰੀ, ਵਰਡ ਫਲੂਐਂਸੀ ਜਾਂ ਐਬਸਟਰੈਕਟ ਥਿੰਕਿੰਗ। ਇਹਦਾ ਰਾਈਟ ਆਨਸਰ ਆਏਗਾ ਜੀ ਐਬਸਟਰੈਕਟ ਥਿੰਕਿੰਗ। ਤਾਂ ਦੇਖ ਲੈਂਦੇ ਹਾਂ ਕਿਹੜੀਆਂ ਚੀਜ਼ਾਂ ਨੇ ਇਹਨਾਂ ਨੇ ਦਿੱਤੀਆਂ ਨੇ। ਵਰਬਲ ਕੰਪਰੀਹੈਂਸ਼ਨ ਦਿੱਤਾ ਜੀ, ਵਰਡ ਫਲੂਐਂਸੀ ਦਿੱਤਾ, ਪਰਸੈਪਚੁਅਲ ਸਪੀਡ ਦਿੱਤੀ ਹੈ, ਮੈਮਰੀ ਦਿੱਤੀ ਹੈ, ਨੂਮੈਰੀਕਲ ਐਬਿਲਿਟੀ ਦਿੱਤੀ ਹੈ, ਸਪੇਸ਼ੀਅਲ ਐਬਿਲਿਟੀ ਦਿੱਤੀ ਹੈ ਅਤੇ ਰੀਜ਼ਨਿੰਗ ਦਿੱਤੀ ਹੈ। ਅਗਲਾ ਗੱਲ ਕਰ ਲੈਂਦੇ ਜੀ ਹੇਠ ਲਿਖਿਆਂ ਦੇ ਵਿੱਚੋਂ ਫੈਕਟਰ ਥਿਊਰੀ ਕਿਹੜੀ ਨਹੀਂ ਹੈਗੀ, ਇੰਟੈਲੀਜੈਂਸ ਦੀ। ਤਾਂ ਸਾਡੀ ਜਿਹੜੀ ਇੰਟੈਲੀਜੈਂਸ ਦੇ ਉੱਪਰ ਬਣੀ ਹੋਈ ਵੀਡੀਓ ਜ਼ਰੂਰ ਦੇਖਣਾ, ਉਹਦੇ ਵਿੱਚ ਅਸੀਂ ਸਾਰੀਆਂ ਇੰਟੈਲੀਜੈਂਸੀ ਦੀਆਂ ਥਿਊਰੀਜ਼ ਦੀ ਗੱਲ ਕੀਤੀ ਹੈ ਅਤੇ ਪਲੱਸ ਜਿਹੜੇ ਇੰਟੈਲੀਜੈਂਸੀ ਦੇ ਟੈਸਟ ਨੇ ਉਹਨਾਂ ਦੀ ਵੀ ਗੱਲ ਕੀਤੀ ਹੈ। ਤਾਂ ਇਹਨਾਂ ਦੇ ਲਗਭਗ ਸਾਰੀਆਂ ਥਿਊਰੀਆਂ ਜਿਹੜੀਆਂ ਹੈਗੀਆਂ ਨੇ ਉਹ ਫੈਕਟਰ ਥਿਊਰੀਆਂ ਨੇ ਜੀ। ਪਰ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਦਿੱਤਾ ਡਿਪਾਰਟਮੈਂਟ ਨੇ ਉਹ ਦਿੱਤਾ ਹੋਇਆ ਹੈ ਸਟਰਨਬਰਗ ਦੀ ਥਿਊਰੀ। ਇਹਨਾਂ ਸਾਰੀਆਂ ਥਿਊਰੀਆਂ ਨੂੰ ਇਕੱਲੀ ਨੂੰ ਦੇਖ ਲੈਂਦੇ ਹਾਂ ਜੀ।
ਆਇਜ਼ਨਬਰਗ ਦੀ ਥਿਊਰੀ, ਟਰਾਈਆਰਕਿਕ ਥਿਊਰੀ ਪਹਿਲਾਂ ਗੱਲ ਕਰ ਚੁੱਕੇ ਹਾਂ। ਐਨਾਲੀਟੀਕਲ, ਕ੍ਰੀਏਟਿਵ ਤੇ ਪ੍ਰੈਕਟੀਕਲ ਇੰਟੈਲੀਜੈਂਸੀ ਦੀ ਗੱਲ ਕੀਤੀ ਹੈ। ਬਰਨਨ ਦੀ ਹਾਇਰਾਰਕਲ ਥਿਊਰੀ ਹੈਗੀ ਇੰਟੈਲੀਜੈਂਸੀ ਦੀ ਜੀ। ਇਹਨਾਂ ਨੇ ਜਰਨਲ ਐਬਿਲਿਟੀ ਦੀ ਗੱਲ ਕੀਤੀ ਹੈ। ਜਰਨਲ ਐਬਿਲਿਟੀ ਨੂੰ ਦੋ ਭਾਗਾਂ ਦੇ ਵਿੱਚ ਤੋੜਿਆ, ਵਰਬਲ ਐਜੂਕੇਸ਼ਨਲ ਹੈਗੀ ਹੈ ਤੇ ਸਪੇਸ਼ੀਅਲ ਮਕੈਨੀਕਲ ਹੈਗੀ ਹੈ ਜੀ। ਵਰਬਲ ਐਜੂਕੇਸ਼ਨ ਨੂੰ ਅੱਗੇ ਇਹਨਾਂ ਨੇ ਤਿੰਨ ਭਾਗਾਂ ਦੇ ਵਿੱਚ ਕ੍ਰੀਏਟਿਵ ਐਬਿਲਿਟੀ, ਵਰਬਲ ਫਲੂਐਂਸੀ ਤੇ ਨੂਮੈਰੀਕਲ ਫੈਕਟਰ ਦੇ ਵਿੱਚ ਡਿਵਾਈਡ ਕੀਤਾ। ਤੇ ਸਪੇਸ਼ੀਅਲ ਮਕੈਨੀਕਲ ਹੈ ਜਿਹੜੀ, ਇਹਨੂੰ ਸਪੇਸ਼ੀਅਲ ਫੈਕਟਰ, ਸਾਈਕੋਮੋਟਰ ਫੈਕਟਰ ਅਤੇ ਮਕੈਨੀਕਲ ਇਨਫੋਰਮੇਸ਼ਨ ਫੈਕਟਰ ਦੇ ਵਿੱਚ ਡਿਵਾਈਡ ਕੀਤਾ ਫਰਦਰ। ਤੇ ਇਹ ਸਾਰੇ ਗਰੁੱਪ ਨੂੰ ਇਹਨਾਂ ਨੇ ਕੀ ਆਖਿਆ, ਮਾਈਨਰ ਗਰੁੱਪ ਫੈਕਟਰ ਆਖਿਆ ਜੀ। ਅੱਗੇ ਇਹਨਾਂ ਨੂੰ ਤਿੰਨ ਤਿੰਨ ਭਾਗਾਂ ਦੇ ਵਿੱਚ ਡਿਵਾਈਡ ਕੀਤਾ ਤੇ ਇਹਨਾਂ ਨੇ ਸਪੈਸੀਫਿਕ ਫੈਕਟਰ ਆਖਿਆ। ਵਰਨਨ ਦੀ ਹੈਗੀ ਹੈ ਜੀ ਹਾਇਰਾਰਕਲ ਥਿਊਰੀ ਹੈਗੀ ਹੈ ਇੰਟੈਲੀਜੈਂਸੀ ਦੀ। ਅਗਲੀ ਥਰਸਟਨ ਦੀ ਅਸੀਂ ਗੱਲ ਕਰ ਹੀ ਚੁੱਕੇ ਹਾਂ ਜੀ। ਇਹਨਾਂ ਨੇ ਆਹ 7 ਚੀਜ਼ਾਂ ਦਿੱਤੀਆਂ ਸੀ, ਸਪੇਸ਼ੀਅਲ, ਪਰਸੈਪਚੁਅਲ, ਨੂਮੈਰੀਕਲ, ਵਰਬਲ, ਮੈਮਰੀ, ਵਰਡ ਫਲੂਐਂਸੀ ਐਂਡ ਰੀਜ਼ਨਿੰਗ। ਇੱਕ ਵੱਡੀ ਗੱਲ ਜਿਹੜਾ ਹੋਰ ਕੁਐਸਚਨ ਪੁੱਛਿਆ ਜਾ ਸਕਦਾ, ਇਹਨਾਂ ਨੇ ਬੋਲਿਆ ਸੀਗਾ ਕਿ ਇਹ ਸਾਰੀਆਂ ਇੰਡੀਪੈਂਡੈਂਟ ਨੇ, ਇਹਨਾਂ ਦਾ ਇੱਕ ਦੂਸਰੇ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਤਾਂ ਇਹ ਕੀ ਹੈ ਕਿ ਇੱਕ ਬੰਦਾ ਜਿਹਦੇ ਵਿੱਚ ਕੋਈ ਪਰਸੈਪਚੁਅਲ ਸਪੀਡ ਦੀ ਜੇਕਰ ਇੰਟੈਲੀਜੈਂਸੀ ਹੈਗੀ ਹੈ ਤਾਂ ਜ਼ਰੂਰੀ ਨਹੀਂ ਉਹਦੇ 'ਚ ਜਿਹੜਾ ਹੋ ਸਕਦਾ ਉਹ ਜਿਹੜਾ ਵਰਡ ਫਲੂਐਂਸੀ ਉਹਦੇ ਵਿੱਚ ਲੇਕ ਹੋਵੇ, ਉਹਦੇ 'ਚ ਪਿੱਛੇ ਹੋਵੇ, ਹੈ ਨਾ। ਉਹ ਤਾਂ ਜੇਕਰ ਕਿਸੇ ਦੀ ਇੱਕ ਐਬਿਲਿਟੀ ਵਧੀਆ ਤਾਂ ਜ਼ਰੂਰੀ ਨਹੀਂ ਉਹਦੀ ਦੂਸਰੀ ਵੀ ਵਧੀਆ ਹੋਊਗੀ। ਕਿਉਂਕਿ ਇਹ ਕੀ ਨੇ, ਇੰਡੀਪੈਂਡੈਂਟ ਹੈਗੀਆਂ ਨੇ, ਇੱਕ ਦੂਸਰੇ ਦੇ ਨਾਲ ਨਿਰਭਰ ਨਹੀਂ ਹੈਗੀਆਂ ਇੱਕ ਦੂਸਰੇ ਦੇ ਉੱਪਰ। ਤਾਂ ਇਹ ਗਿਲਫੋਰਡ ਦਾ ਸਟਰਕਚਰ ਹੈਗਾ ਜੀ। ਇਹਦੇ ਵਿੱਚ ਉਹਨਾਂ ਨੇ 6 ਗੁਣਾ 5 ਗੁਣਾ 5 ਦਾ ਫਾਰਮੂਲਾ ਦੇਖਿਆ ਸੀਗਾ। ਤਾਂ 6 ਕੰਪੋਨੈਂਟ ਉਹਨਾਂ ਨੇ ਇੱਧਰ ਦਿੱਤੇ ਹੋਏ ਨੇ, 5 ਕੰਪੋਨੈਂਟ ਇੱਧਰ ਨੇ, 5 ਕੰਪੋਨੈਂਟ ਇੱਧਰ ਨੇ। ਤਾਂ ਇਹ ਤਿੰਨਾਂ ਦਾ ਗੁਣਨਫਲ ਹੈ ਜਿਹੜਾ ਉਹਦੇ ਫੈਕਟਰ ਦੇ ਨਾਲ ਉਹ ਕਹਿੰਦੇ ਨੇ ਕਿ ਇੰਟੈਲੀਜੈਂਸੀ ਹੈ ਜਿਹੜੀ ਉਹ ਬਣਦੀ ਹੈ। ਮੇਨ ਫੈਕਟਰ ਜਿਹੜੇ ਹੈਗੇ ਨੇ ਤਿੰਨ ਇਹਨਾਂ ਦੇ ਅੱਗੇ, ਤਿੰਨ ਦੇ ਇੱਕ ਦੇ 6 ਸਬ ਫੈਕਟਰ ਹੈਗੇ ਨੇ, ਇੱਕ ਦੇ 5 ਨੇ, ਇੱਕ ਦੇ ਫਿਰ 5 ਨੇ। ਤਾਂ ਇਹ ਗੱਲ ਕੀਤੀ ਹੈ ਜੀ ਗਿਲਫੋਰਡ ਨੇ। ਅਗਲਾ ਕੁਐਸਚਨ ਦੇਖ ਲਈਏ ਜੀ, ਸਟੈਨਫੋਰਡ ਬਿਨੀ ਟੈਸਟ ਕਿਸ ਤਰ੍ਹਾਂ ਦਾ ਟੈਸਟ ਹੈ। ਤਾਂ ਅਸੀਂ ਜਿਹੜੇ ਇਹ ਟੈਸਟ ਨੇ ਸਾਰੇ ਇੰਟੈਲੀਜੈਂਸੀ ਦੇ ਇਹਦੇ ਲਈ ਵੀ ਇੱਕ ਅਲੱਗ ਵੀਡੀਓ ਬਣਾਈ ਹੋਈ ਹੈ। ਤਾਂ ਉਹ ਥਿਊਰੀਜ਼ ਦੇ ਲਾਸਟ ਦੇ ਉੱਪਰ ਹੀ ਅਸੀਂ ਨੇ ਜਿਹੜੇ ਟੈਸਟ ਨੇ ਸਾਰੇ ਸਮਝਾਏ ਹੋਏ ਨੇ। ਇੰਟੈਲੀਜੈਂਸ ਦੇ ਟੈਸਟਾਂ ਨੂੰ ਅਸੀਂ ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ ਜੀ। ਗਰੁੱਪ ਟੈਸਟ ਹੁੰਦੇ ਨੇ, ਇੰਡੀਵਿਜੂਅਲ ਟੈਸਟ ਹੁੰਦੇ ਨੇ। ਇਹਨਾਂ ਨੂੰ ਅੱਗੇ ਦੋ ਭਾਗਾਂ ਦੇ ਵਿੱਚ ਵਰਬਲ ਤੇ ਨੋਨ ਵਰਬਲ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਜੀ। ਤਾਂ ਜਿਹੜਾ ਸਟੈਨਫੋਰਡ ਬਿਨੀ ਟੈਸਟ ਇਹ ਹੈਗਾ, ਇਹ ਇੰਡੀਵਿਜੂਅਲ ਵਰਬਲ ਟੈਸਟ ਹੈਗਾ ਜੀ ਸਾਡਾ ਇਹ। ਅੱਗੇ ਹੈਗਾ ਟਰਮਾਂ ਨੇ ਡਿਫਾਈਨ ਕੀਤੀ ਹੈ ਇੰਟੈਲੀਜੈਂਸੀ ਕਿਹੜੀ ਟਰਮਸ ਦੇ ਵਿੱਚ ਕੀਤੀ ਹੈ। ਤਾਂ ਰਾਈਟ ਆਨਸਰ ਹੈਗਾ ਜੀ ਐਬਿਲਿਟੀ ਟੂ ਥਿੰਕ ਇਨ ਐਬਸਟਰੈਕਟ ਟਰਮਸ, ਇਹਦੀ ਗੱਲ ਕੀਤੀ ਹੈ। ਨੈਕਸਟ ਕੁਐਸਚਨ ਹੈਗਾ ਜੀ ਕਿੰਡਰਗਾਰਟਨ ਸਕੂਲ ਦੀ ਗੱਲ ਕਿਹਨੇ ਕੀਤੀ ਹੈ। ਤਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਅਸੀਂ, ਫਰਾਈਡਰਿਚ ਫਰੋਬਲ ਨੇ ਗੱਲ ਕੀਤੀ ਸੀ, ਜਿਹੜੇ ਜਰਮਨ ਦੇ ਸੀਗੇ। ਕਿੰਡਰਗਾਰਟਨ ਯਾਨੀ ਕਿ ਬੱਚਿਆਂ ਦਾ ਬਾਗ ਕਹਿ ਸਕਦੇ ਹਾਂ ਅਸੀਂ ਇਹਨੂੰ, ਜਰਮਨ ਵਰਡ ਹੈ ਇੱਕ ਕਿੰਡਰਗਾਰਟਨ। ਤਾਂ ਕੇਜੀ ਸਕੂਲ ਨੇ ਜਿਹੜੇ ਜਾਂ ਪਲੇਵੇ ਸਕੂਲ ਨੇ ਉਹ ਕਿਹਨਾਂ ਨੇ ਚਲਾਏ ਨੇ ਜੀ, ਫਰਾਈਡਰਿਚ ਫਰੋਬਲ ਨੇ। ਜੌਨ ਡੇਵੇ ਫਾਦਰ ਆਫ ਪ੍ਰੈਗਮੈਟਿਜ਼ਮ, ਲਰਨਿੰਗ ਬਾਈ ਡੂਇੰਗ ਦੀ ਗੱਲ ਕੀਤੀ ਹੈ। ਪੈਸਟੋਲੋਜੀ, ਸੈਂਸ ਟ੍ਰੇਨਿੰਗ ਦੀ ਗੱਲ ਕੀਤੀ ਹੈ ਜੀ। ਹਰਬਰਟ ਨੂੰ ਥੋੜਾ ਦੇਖ ਲੈਂਦੇ ਹਾਂ ਅਸੀਂ। ਹਰਬਰਟ ਨੇ ਜਿਹੜੇ ਜਰਮਨ ਫਿਲੋਸਫਰ ਨੇ ਇੱਕ, ਇਹ ਪੈਡਾਗੋਜੀ ਦੇ ਫਾਊਂਡਰ ਹੈਗੇ ਨੇ ਜੀ। ਇਹਨਾਂ ਨੇ ਐਜੂਕੇਸ਼ਨਲ ਸਾਈਕੋਲੋਜੀ ਦੀ ਗੱਲ ਕੀਤੀ ਹੈ, ਕਰੀਕੁਲਮ ਡਿਵੈਲਪਮੈਂਟ ਤੇ ਟੀਚਰ ਟ੍ਰੇਨਿੰਗ ਦੀ ਗੱਲ ਕੀਤੀ ਹੈ ਜੀ। ਇਸ ਤੋਂ ਬਿਨਾਂ ਇਹਨਾਂ ਨੇ ਹਰਬਟੇਰੀਅਨ ਇੱਕ ਮੈਥਡ ਦਿੱਤਾ ਜਿਹਦੇ ਵਿੱਚ ਇਹਨਾਂ ਨੇ ਕੀ ਕਿਹਾ ਸੀਗਾ ਕਿ ਯੂਜ਼ ਆਫ ਫਾਰਮਲ ਇੰਸਟਰਕਸ਼ਨ, ਰੈਪੀਟੀਸ਼ਨ ਐਂਡ ਐਸੋਸੀਏਸ਼ਨ ਇਨ ਟੀਚਿੰਗ ਐਂਡ ਲਰਨਿੰਗ, ਹੈ ਨਾ। ਇਸ ਤੋਂ ਬਾਅਦ ਇਹਨਾਂ ਨੇ ਕਿਹਾ ਸੀਗਾ ਕਿ ਐਨਾਲੋਜਿਸ ਦਾ ਯੂਜ਼ ਕਰਨਾ ਚਾਹੀਦਾ, ਮੈਟਾਫਰ ਦਾ ਯੂਜ਼ ਕਰਨਾ ਚਾਹੀਦਾ ਤੇ ਨੌਲੇਜ ਹੈ ਜਿਹੜੀ ਉਹਨੂੰ ਹਾਇਰਾਰਕੀ ਦੇ ਵਿੱਚ ਸਾਨੂੰ ਯੂਜ਼ ਕਰਨਾ ਚਾਹੀਦਾ। ਐਕਟਿਵ ਲਰਨਿੰਗ ਹੋਣੀ ਚਾਹੀਦੀ ਹੈ ਤੇ ਬੱਚਿਆਂ ਦੀ ਟੈਸਟਿੰਗ ਤੇ ਅਸੈਸਮੈਂਟ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ। ਇਹ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ ਜੀ ਹਰਬਰਟ ਨੇ। ਨੈਕਸਟ ਕੁਐਸਚਨ ਹੈਗਾ ਜੀ ਦਾ ਕਰੈਕਟ ਸੀਕੁਐਂਸ ਆਫ ਕੈਟਾਗਰੀਜ਼ ਆਫ ਲਰਨਿੰਗ ਆਊਟਕਮ ਇਨ ਇਫੈਕਟਿਵ ਡੋਮੇਨ। ਸਭ ਤੋਂ ਪਹਿਲਾਂ ਅਸੀਂ ਦੇਖ ਲਈਏ ਕਿ ਇਫੈਕਟਿਵ ਡੋਮੇਨ ਕੀ ਹੁੰਦਾ। ਬੇਸਿਕਲੀ ਜਿਹੜੇ ਡੋਮੇਨਸ ਨੇ ਇਹ ਤਿੰਨ ਤਰ੍ਹਾਂ ਦੇ ਡੋਮੇਨਸ ਹੈਗੇ ਨੇ ਜੀ। ਇਫੈਕਟਿਵ ਹੈਗਾ ਜੀ, ਕੋਗਨੈਟਿਵ ਡੋਮੇਨ ਹੈਗਾ ਤੇ ਸਾਈਕੋਮੋਟਰ ਡੋਮੇਨ ਹੈਗਾ। ਇਫੈਕਟਿਵ ਡੋਮੇਨ ਜਿਹੜਾ ਹੈਗਾ ਬੇਸਿਕਲੀ ਇਹ ਰਿਲੇਟ ਕਰਦਾ ਜਿੱਥੇ ਵੀ ਤੁਹਾਨੂੰ ਐਟੀਟਿਊਡ, ਵੈਲਿਊ, ਬਲੀਫ, ਇਮੋਸ਼ਨ ਐਂਡ ਫੀਲਿੰਗ ਵਰਡ ਲਿਖਿਆ ਮਿਲ ਗਿਆ ਤਾਂ ਇਟ ਮੀਨਸ ਕਾਹਦੀ ਗੱਲ ਹੋ ਰਹੀ ਹੈ ਜੀ, ਇਫੈਕਟਿਵ ਡੋਮੇਨ ਦੀ ਗੱਲ ਹੋ ਰਹੀ ਹੈ। ਇਹਨਾਂ ਦੇ ਵਿੱਚੋਂ ਤੁਹਾਨੂੰ ਇਫੈਕਟਿਵ ਡੋਮੇਨ ਪੁੱਛ ਕੇ ਕੋਈ ਵੀ ਗੱਲ ਪੁੱਛੀ ਜਾ ਸਕਦੀ ਹੈ ਕਿ ਇਫੈਕਟਿਵ ਡੋਮੇਨ ਦੇ ਵਿੱਚ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਸ਼ਬਦ ਹੈ ਜਿਹੜਾ ਉਹ ਯੂਜ਼ ਕੀਤਾ ਜਾਂਦਾ। ਇਸ ਤਰ੍ਹਾਂ ਕੋਗਨੈਟਿਵ ਡੋਮੇਨ ਜਿੱਥੇ ਤੁਹਾਡੇ ਮਾਈਂਡ ਦੀ ਗੱਲ ਹੋਵੇ, ਜਿੱਥੇ ਤੁਹਾਡੇ ਬ੍ਰੇਨ ਦੀ ਗੱਲ ਹੋਵੇ, ਜਿੱਥੇ ਮੈਂਟਲ ਪ੍ਰੋਸੈਸ ਦੀ ਗੱਲ ਹੋਵੇ ਉੱਥੇ ਕੋਗਨੈਟਿਵ ਡੋਮੇਨ ਦੀ ਯੂਜ਼ ਕੀਤਾ ਜਾਂਦਾ ਵਰਡ ਜੀ। ਤਾਂ ਇਹਦੇ 'ਚ ਗੱਲ ਜਿਹੜੀ ਕੀਤੀ ਜਾਂਦੀ ਹੈ ਉਹ ਕੀਤੀ ਜਾਂਦੀ ਹੈ ਇੰਟੈਲੈਕਚੁਅਲ ਐਬਿਲਿਟੀ ਦੀ, ਜਿਵੇਂ ਨੌਲੇਜ, ਰੀਕਾਲ, ਕੰਪਰੀਹੈਂਸ਼ਨ, ਐਨਾਲਿਸਿਸ, ਸਿੰਥੇਸਿਸ, ਇਵੈਲੂਏਸ਼ਨ ਐਂਡ ਐਪਲੀਕੇਸ਼ਨ। ਲਾਸਟ ਸਾਡਾ ਰਹਿ ਜਾਂਦਾ ਜੀ ਸਾਈਕੋਮੋਟਰ ਡੋਮੇਨ। ਸਾਈਕੋਮੋਟਰ ਡੋਮੇਨ ਦੇ ਵਿੱਚ ਜਿਹੜੀ ਗੱਲ ਕੀਤੀ ਜਾਂਦੀ ਹੈ ਉਹ ਫਿਜ਼ੀਕਲ ਤੇ ਮੋਟਰ ਸਕਿੱਲ ਦੀ ਗੱਲ ਕੀਤੀ ਜਾਂਦੀ ਹੈ, ਜਿਵੇਂ ਕੋਆਰਡੀਨੇਸ਼ਨ ਹੋ ਗਿਆ, ਡੈਕਸਿਟੀ ਹੋ ਗਈ ਤੇ ਮੂਵਮੈਂਟ ਗੱਲ ਹੋ ਗਈ। ਬੇਸਿਕਲੀ ਇਹਦੇ ਵਿੱਚ ਅਸੀਂ ਸਾਡੀਆਂ ਫਿਜ਼ੀਕਲ ਐਬਿਲਿਟੀਜ਼ ਨੇ ਜਿਹੜੀਆਂ ਉਹਨਾਂ ਨੂੰ ਡਿਵੈਲਪ ਕਰਨ ਦੀ ਗੱਲ ਕਰਦੇ ਹਾਂ। ਇੱਕ ਪਲੇਅਰ ਹੋ ਸਕਦਾ, ਕੋਈ ਇੰਸਟਰੂਮੈਂਟ ਪਲੇ ਕਰਨਾ, ਤੁਸੀਂ ਕੋਈ ਗੇਮ ਖੇਡਣੀ ਹੈ, ਕੋਈ ਕੀਬੋਰਡ 'ਤੇ ਟਾਈਪਿੰਗ ਕਰਨੀ ਹੈ ਜੀ, ਤੇ ਜਾਂ ਕਿਸੇ ਡਾਕਟਰ ਨੇ ਕੋਈ ਸਰਜਰੀ ਕਰਨੀ ਹੈ, ਸਰਜਰੀ ਕਰਨੀ ਹੈ, ਇਹਦੇ ਲਈ ਕਾਹਦੀ ਲੋੜ ਪੈਂਦੀ ਹੈ, ਸਾਈਕੋ ਮੋਟਰ ਐਬਿਲਿਟੀ ਦੀ ਲੋੜ ਪੈਂਦੀ ਹੈ। ਤੇ ਇਹ
ਸਾਈਕੋਮੋਟਰ ਡੋਮੇਨ ਦੇ ਅੰਡਰ ਆਉਂਦੇ ਨੇ। ਤਾਂ ਅੱਗੇ ਦੇਖ ਲਈਏ ਇਫੈਕਟਿਵ ਡੋਮੇਨ ਦੇ ਵਿੱਚ ਜਿਹੜੀ ਲਰਨਿੰਗ ਆਊਟਕਮਸ ਨੇ ਉਹ ਕਿਵੇਂ ਕਿਹੜੇ ਸੀਕੁਐਂਸ ਦੇ ਵਿੱਚ ਕਰਨੇ ਨੇ। ਸਭ ਤੋਂ ਪਹਿਲਾਂ ਚੀਜ਼ ਰਿਸੀਵ ਕਰੋਗੇ, ਫਿਰ ਰਿਸਪੌਂਡ ਕਰੋਗੇ, ਫਿਰ ਉਹਨੂੰ ਵੈਲਿਊ ਦੋਗੇ ਕੋਈ, ਫਿਰ ਉਹਨੂੰ ਔਰਗਨਾਈਜ਼ ਕਰੋਗੇ ਅਤੇ ਫਿਰ ਉਹਦਾ ਕਰੈਕਟਰਾਈਜੇਸ਼ਨ ਕਰੋਗੇ, ਹੈ ਨਾ। ਤਾਂ ਇਹਦਾ ਏ ਆ ਜਿਹੜਾ, ਏ ਅਤੇ ਸੀ ਦੋਨੋਂ ਸੇਮ ਆਪਸ਼ਨ ਪੈ ਗਈਆਂ, ਤਾਂ ਏ ਆ ਜਿਹੜਾ ਇਹਦਾ ਰਾਈਟ ਆਨਸਰ ਆਏਗਾ। ਤਾਂ